शेरे पंजाब 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 9:13 ਹੋ ਗਏ। 21 ਅਪ੍ਰੈਲ ਦਾ ਦਿਨ ਵਰਾ 2022 ਦਾ ਵੀਰਵਾਰ ਹੈ। 8 ਵਿਸਾਖ ਨਾਨਕ ਸੰਮਤ 554। ਨਿੱਘਾ ਹਾਰਦਿਕ ਸਵਾਗਤ ਹੈ ਜੀ। ਚੱਲਾਂਗੇ ਦੇਸ਼ ਪੰਜਾਬ ਦੇ ਝਰੋਖੇ ਚੋਂ ਪੰਜਾਬ ਗੱਲਬਾਤ ਕਰਾਂਗੇ ਦੇਸ਼ ਸਰਦਾਰ ਨਵਕਿਰਨ ਸਿੰਘ ਪੱਤੀ ਨਾਲ। ਫਿਰ ਇੱਥੇ ਦੀਆਂ ਖਬਰਾਂ ਤੋਂ ਬਾਅਦ ਜਿਹੜੇ ਕੈਮਰੇ ਆਪਾਂ ਘਰਾਂ 'ਚ ਲਾਏ ਵੇ ਹੈ ਆਲੇ ਦੁਆਲੇ, ਪਹਿਲਾਂ ਹੁੰਦੇ ਨਹੀਂ ਸੀ। 20 ਵਰੇ ਪਹਿਲਾਂ ਸਰੀ 'ਚ ਕੋਈ ਕੈਮਰਾ ਨਹੀਂ। ਜੇ ਕਿਤੇ ਕੈਮਰਾ ਲੱਗਣਾ ਅਗਲੇ ਕਹਿਣਾ ਇਹ ਕੋਈ ਗਲਤ ਕੰਮ ਕਰਦੇ, ਇਹਨਾਂ ਦੇ ਘਰੇ ਕੈਮਰੇ ਕਿਉਂ ਲੱਗੇ ਆ। ਹੁਣ ਸਿਟੀ ਆਫ ਵੈਨਕੂਵਰ ਦੀ ਕੌਂਸਲਰ ਨੇ ਇੱਕ ਨੇ ਕਿਹਾ ਕਿ ਹੋਰ CCTV ਕੈਮਰੇ ਲੱਗਣੇ ਚਾਹੀਦੇ ਸਾਰੇ ਸ਼ਹਿਰ ਦੇ ਹੀ ਆ, ਗਲੀਆਂ ਦੇ ਵਿੱਚ, ਕੂਚਿਆਂ 'ਚ, ਮੋੜਾਂ ਦੇ ਵਿੱਚ, ਅਤੇ ਜਿਹਦੇ ਨਾਲ ਕ੍ਰਾਈਮ ਜਿਹੜਾ ਕੰਟਰੋਲ ਹੋ ਜਾਵੇ। ਅਤੇ ਆਪਣਾ ਜਿਹੜਾ ਘਰਾਂ ਦੇ ਜਿਹੜੇ ਲਾਏ ਹੋਏ ਹੈ 5-5 4-4, ਕਿਤੇ 6 ਵਾਲੇ ਨੇ, ਕਿਤੇ 4 ਵਾਲੇ ਨੇ, ਕਿਤੇ 8 ਵਾਲੇ ਨੇ, ਕਿਤੇ 12 ਵਾਲੇ ਨੇ, ਇਹਨੇ ਕੋਈ ਫਾਇਦਾ ਦਿੱਤਾ ਅੱਜ ਤੱਕ ਕਿ ਜਾਂ ਫਿਰ ਪੁਲਿਸ ਇਹ ਕਢਾਉਣ ਆਉਂਦੀ ਆ ਵੀ ਦੇਖਿਓ ਜੀ ਤੁਹਾਡੇ ਦਰਾਮੂਰ ਦੀ ਕਿਹੜੀ ਗੱਡੀ ਕਿੰਨੇ ਵਜੇ ਲੰਘੀ ਹੈ। ਇਹਦੇ ਬਾਰੇ ਅੱਜ ਗੱਲਬਾਤ ਕਰਾਂਗੇ। ਜਗਮੀਤ ਸਿੰਘ ਦੀ ਜਿਹੜੀ ਡੀਲ ਹੋਈ ਆ ਟਰੂਡੋ ਦੇ ਨਾਲ ਵੀ 25 ਤੱਕ ਤੈਨੂੰ ਪਾਵਰ ਦੇ ਵਿੱਚ ਰੱਖਾਂਗਾ, ਉਹਦੇ ਵਿੱਚ ਕੀ ਹੈ, ਕਿਹੜੇ ਕੰਮ ਨੇ ਜਗਮੀਤ ਸਿੰਘ ਹੋਣੀ ਜਿਹੜੇ ਕਰਾਉਣੇ ਚਾਹੁੰਦੇ ਆ ਟਰੂਡੋ ਤੋਂ। ਵਿਨ ਸਿਚੁਏਸ਼ਨ। ਤੂੰ ਮੇਰੇ ਖਰਖਰਾ ਫੇਰ, ਮੈਂ ਤੇਰੇ ਖਰਖਰਾ ਫੇਰੂ। ਓਟਵਾ ਦਰਿਆ ਦੇ ਕੰਢਿਓਂ ਕਿਹਦਾ ਜੀ ਕਰਦਾ ਪਿੰਡਾਂ ਨੂੰ ਆਉਣ ਨੂੰ। ਕਰੀਮ ਦੀ ਕਰੀਮ ਵਸਦੀ ਆ ਉੱਥੇ। ਹੁਣੇ ਜਦ 5-6 ਕੋਰਸ ਦਾ ਡਿਨਰ ਹੁੰਦਾ ਹੈ, ਅੱਡੀ ਖੜਕਦੀ ਜਾਂ ਦੋਨੇ ਪਾਸੋਂ ਟਕ ਟਕ ਦੀ ਆਵਾਜ਼ ਆਉਂਦੀ ਆ, ਕਹਿੰਦਾ ਇੱਥੇ ਹੀ ਰਹਿਣਾ ਬੰਦਾ। ਮੀਟੂ ਵਾਲਿਆਂ ਦੀ ਕਹਾਣੀ ਤੋਂ ਬਚਿਓ, ਕਈ ਇੱਥੋਂ ਲਿਜਾ ਕੇ ਝੂਟੀ ਬਹੁਤ ਦਿੰਦੇ ਰਹੇ ਓਟਵਾ। 604 204 0600 6042040600 ਔਨ ਏਅਰ ਨੰਬਰ ਹੈ। 604 729 1224 WhatsApp ਤੇ ਟੈਕਸਟ ਲਈ ਨੰਬਰ ਹੈ 6047291224। WhatsApp ਤੇ ਟੈਕਸਟ ਲਈ ਇਹ ਮੇਰਾ ਨੰਬਰ ਹੈ ਤੇ ਤੁਸੀਂ ਇੱਥੇ ਗੱਲਬਾਤ ਵੀ ਕਰ ਸਕਦੇ ਹੋ। ਕੁਝ ਆਸ਼ਕਾਨਾ ਖਮਾਰ ਵੀ, ਕੁਝ ਸ਼ਾਇਰਾਨਾ ਸਰੂਰ ਹੈ। ਜੇ ਲੁਕਾ ਲਵਾ ਕੋਈ ਸੇਕ ਹੈ, ਜੇ ਵਿਖਾ ਸਕਾਂ ਨਿਰਾ ਨੂਰ ਹੈ। ਮੇਰੇ ਮਨ ਦੀ ਅਗਨ ਫਰੋਲ ਲੈ, ਤੈਨੂੰ ਪਿਆਸ ਹੈ ਤਾਂ ਜਲ ਟੋਲ ਲੈ। ਇਸ ਅਗਨ ਦੀ ਕਿਸੇ ਪਰਤ ਵਿੱਚ ਕਿਤੇ ਜਲ ਵੀ ਹੋਣਾ ਜ਼ਰੂਰ ਹੈ। ਕਦੇ ਪਾਕ ਕਠਾਲੀ ਜਨੂਨ ਦੀ, ਕਦੇ ਤਾ ਸ਼ਊਰ ਦੀ ਲਾਟ ਵਿੱਚ ਤਪ ਤਪ ਕੇ ਕੁੰਦਨ ਹੋਣ ਲਈ ਮੈਨੂੰ ਹਰ ਅਗਨ ਮਨਜ਼ੂਰ ਹੈ। ਵਾਹ! ਉਹ ਜੋ ਰਾਖ ਦੇ ਉੱਚੇ ਢੇਰ ਤੇ ਕੋਈ ਸਾਵੀ ਕੁੰਬਲ ਝੂਮਦੀ, ਉਹਨੂੰ ਅੱਗ ਦੀ ਵਿਥਿਆ ਨਾ ਪੁੱਛੇ, ਉਹ ਤਾਂ ਪਹਿਲੇ ਫੁੱਲਾਂ ਦਾ ਬੂਰ ਹੈ। ਕੱਲ ਫੁੱਲ ਸੀ ਕਿਸੇ ਸ਼ਾਖ ਦਾ, ਅੱਜ ਸਿਰਫ ਜ਼ਰਾ ਹੈ ਖਾਕ ਦਾ। ਇਹੀ ਨੇਮ ਹੈ ਕਾਇਨਾਤ ਦਾ, ਇਹੀ ਵਕਤ ਦਾ ਦਸਤੂਰ ਹੈ। ਮੇਰਾ ਕੁਝ ਕੁ ਵਧਿਆ ਹੈ ਹੌਸਲਾ, ਕੁਝ ਵਧਿਆ ਰੁੱਤਾਂ ਦਾ ਖੌਫ ਵੀ, ਜਿਹਦੀ ਜੜ ਹੀ ਮੇਰਾ ਵਜੂਦ ਵਿੱਚ ਅੱਜ ਉਸ ਬੂਟੇ ਤੇ ਬੂਰ ਹੈ। ਅੱਜ ਰਾਤ ਇੱਦਾਂ ਮੈਂ ਮੰਨਣੀ ਜਿਵੇਂ ਘੁਲਦੀ ਸਰਵਰ 'ਚ ਚਾਨਣੀ, ਜਿਵੇਂ ਕਸ਼ਿਸ਼ ਪੁੰਨਿਆਂ ਦੀ ਸਿਖਰ 'ਤੇ, ਜਿਵੇਂ ਜਲ ਨੂੰ ਚੜ੍ਹਿਆ ਸਰੂਰ ਹੈ। ਕੁਝ ਆਸ਼ਕਾਨਾ ਖਮਾਰ ਵੀ, ਕੁਝ ਸ਼ਾਇਰਾਨਾ ਸਰੂਰ ਹੈ। ਜੇ ਲਕਾ ਲਵਾਂ ਕੋਈ ਸੇਕ ਹੈ, ਜੇ ਵਿਖਾ ਸਕਾਂ ਨਿਰਾ ਹੀ ਨੂਰ ਹੈ। ਸੁਖਵਿੰਦਰ ਅੰਮ੍ਰਿਤ ਲਿਖਦੀ ਹੈ। ਆਵਾਜ਼ੀ ਸਾਰਿਆਂ ਦਾ ਜਿੱਥੇ ਵੀ ਬੈਠੇ ਪ੍ਰੋਗਰਾਮ ਸੁਣ ਰਹੇ ਹੋ। ਸਰਦਾਰ ਨਵਕਿਰਨ ਸਿੰਘ ਪੱਤੀ ਉਡੀਕ ਰਹੇ ਨੇ ਗੱਲਬਾਤ ਕਰਨ ਨੂੰ। ਸਰਦਾਰ ਸਤਿੰਦਰਪਾਲ ਸਿੰਘ ਬਰਾੜ 604 906 7413 ਜਾਇਦਾਦ ਖਰੀਦਣੀ ਵੇਚਣੀ। 2 ਟਾਊਨ ਹਾਊਸ ਵਿਕਣ ਲੱਗੇ ਨੇ, ਨਵੇਂ ਜਮੇ ਟਾਊਨ ਹਾਊਸ ਨੇ, ਅਤੇ 604 906 7413 ਮਾਰਕੀਟ ਦੇ ਵਿੱਚ ਜਮੇ ਹੀ ਨਵੇਂ ਨੇ। ਅੱਜ ਇਹ ਗੱਲਬਾਤ ਕਰਿਓ ਸਰਦਾਰ ਸਤਿੰਦਰਪਾਲ ਸਿੰਘ ਬਰਾੜ, ਚੰਦ ਨਵਾਂ ਪਿੰਡ ਹੈ। 604 906 7413। ਸਰ ਨਵਕਿਰਨ ਸਿੰਘ ਜੀ ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ। ਅੱਛਾ ਜੀ, ਜਿਨ੍ਹਾਂ ਨੇ ਕਰਜ਼ਾ ਨਹੀਂ ਮੋੜਿਆ ਉਹਨਾਂ ਨੂੰ ਫੰਡ ਲੱਗ ਗਏ? ਜੀ ਵਾਕਈ ਇਹ ਨਵਾਂ ਢੰਗ ਹੈਗਾ ਜਿਹੜਾ ਸਰਕਾਰ ਨੇ ਅਪਣਾਉਣਾ ਸ਼ੁਰੂ ਕਰਤਾ। ਗਿੱਲ ਸਾਹਿਬ, ਇਹ ਪਹਿਲਾਂ ਵੀ ਚੱਲਦਾ ਸੀ, ਲੇਕਿਨ ਪਿਛਲੇ ਸਮੇਂ ਤੋਂ ਇਹ ਕੰਮ ਰੁਕ ਗਿਆ ਸੀਗਾ। ਕਿਸਾਨਾਂ ਦਾ ਦਬਾਅ ਕਹਿ ਲਈਏ, ਜਾਂ ਪੰਜਾਬ ਦੀ ਕਿਸਾਨੀ ਦਾ ਲੱਕ ਟੁੱਟਿਆ ਪਿਆ। ਫਸਲਾਂ ਦੇ ਬਾਜੋ ਭਾਅ ਨਹੀਂ ਮਿਲੇ, ਪਾਣੀ ਧਰਤੀ ਹੇਠਾਂ ਜਾ ਰਿਹਾ, ਬੋਰ ਨਵੇਂ ਕਰਨੇ ਪੈ ਰਹੇ ਨੇ,
ਦੂਸਰੀ ਗੱਲ ਇਹ ਕਿ ਉਹ ਕਿਹੜੇ ਕਿਸਾਨ ਨੇ ਜਿਹੜੇ ਕਰਜ਼ਾ ਨਹੀਂ ਮੋੜ ਪਾਏ। ਉਹ ਕੋਈ 4 ਕਨਾਲਾਂ ਵਾਲਾ, ਕੋਈ 6 ਕਨਾਲਾਂ ਜ਼ਮੀਨ ਵਾਲਾ, ਕੋਈ 1.5 ਕਿੱਲੇ ਵਾਲਾ, ਕੋਈ 2 ਕਿੱਲੇ ਵਾਲਾ। ਤਾਂ ਹੁਣ ਉਹਨਾਂ ਕਿਸਾਨਾਂ ਨੂੰ ਇਸ ਵਾਰ ਜਦੋਂ ਕਣਕ ਦਾ ਝਾੜ ਘੱਟ ਨਿਕਲਿਆਗਾ, ਗਿਰਫਤਾਰੀ ਵਾਰੰਟ ਜਾਰੀ ਕਰਨੇ ਕਿਸੇ ਵੀ ਤਰੀਕੇ ਨਾਲ ਵਾਜਬ ਨਹੀਂ ਕਹੇ ਜਾ ਸਕਦੇ। ਦੂਸਰਾ ਗੱਲ ਸਾਹਿਬ ਇਹ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀਗਾ ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ। ਇਹਨਾਂ ਨੇ ਕਿਹਾ ਸੀ ਕਰਜ਼ੇ ਖਤਮ ਕਰਾਂਗੇ। ਉਹਦੇ ਨਾਲ ਕੀ ਹੋਇਆ? ਪੁੱਛਦੇ ਤਾਂ ਹੋ ਗਏ, ਜਿਹਨਾਂ ਦੇ ਨਹੀਂ ਹੋਏ ਉਹਨਾਂ ਨੂੰ ਆਸ ਵੱਜ ਗਈ ਵੀ ਇਹ ਤਾਂ ਐਂ ਖਤਮ ਹੋ ਜਾਣਗੇ। ਉਹਨਾਂ ਨੇ ਨਹੀਂ ਭਰੇ, ਵਿਆਜ ਤੇ ਵਿਆਜ ਲੱਗ ਕੇ, ਜੁਰਮਾਨੇ ਲੱਗ ਕੇ ਉਹ ਤੀਨੇ ਚੌੜੇ ਹੋ ਗਏ। ਉਹਦੇ ਚੋਂ ਹੁਣ ਲੋਕਾਂ ਦੀ ਆਸ ਵੱਜੀ ਸੀ ਵੀ ਆਹ ਤਾਂ ਚੱਲ ਘਰ ਦੀ ਪਾਰਟੀ ਆ, ਇਹ ਤਾਂ ਸਾਡੇ ਚੋਂ ਨੇ। ਇਹਨਾਂ ਦੇ 92 ਦੇ ਵਿੱਚੋਂ 80-81 ਵਿਧਾਇਕ ਤਾਂ ਉਹ ਹੋਣਗੇ ਨਾ ਜਿਹੜੇ ਗਰੀਬ ਘਰਾਂ ਦੇ ਵਿੱਚੋਂ ਉੱਠੇ ਹੋਏ ਨੇ ਜਾਂ ਆਮ ਪਰਿਵਾਰਾਂ 'ਚ ਉੱਠੇ ਹੋਏ ਨੇ, ਉਹਨਾਂ ਨੂੰ ਸਾਡਾ ਦਰਦ ਪਤਾ ਹੈ। ਚਲੋ ਇਹ ਐਤਕੀ ਸਾਡੇ ਦੁੱਖਾਂ ਦਰਦਾਂ ਦੀ ਦਾਰੂ ਹੈ ਜਿਹੜੀ ਉਹ ਫੜਨਗੇ। ਲੇਕਿਨ ਹੋ ਗੱਲ ਸਾਹਿਬ ਉਲਟ ਰਿਹਾ। ਨਾ ਤਾਂ ਭਗਵੰਤ ਮਾਨ ਨੂੰ ਮੈਨੂੰ ਲੱਗਦਾ ਪਤਾ ਹੈ, ਨਾ ਹੀ ਉਹ ਕੁਝ ਬੋਲ ਰਹੇ ਨੇ, ਨਾ ਬਾਕੀ ਮੰਤਰੀਆਂ ਨੂੰ ਪਤਾ। ਸਿੱਧਾ ਦਿੱਲੀੋਂ ਅਫਸਰਸ਼ਾਹੀ ਚਲਾ ਰਹੀ ਹੈ ਪੰਜਾਬ। ਔਰ ਗਿਰਫਤਾਰੀ ਵਾਰੰਟ ਨੇ ਜਿਹੜੇ ਜਾਰੀ ਕੀਤੇ ਜਾ ਰਹੇ ਨੇ, ਇਹ ਬਹੁਤ ਮੰਦਭਾਗੀ ਗੱਲ ਹੈ। 2000 ਦੇ ਲਗਭਗ ਕਿਸਾਨਾਂ ਦੇ ਗਿਰਫਤਾਰੀ ਵਾਰੰਟ ਜਾਰੀ ਹੋ ਚੁੱਕੇ ਨੇ। 2 ਕਿਸਾਨਾਂ ਨੂੰ ਕੱਲ ਗਿਰਫਤਾਰ ਕੀਤਾ ਗਿਆ ਔਰ ਉਹਨਾਂ ਤੋਂ ਲਿਖਾ ਕੇ ਵੀ ਹਾਂ ਭਰਾਂਗੇ, ਵਿਸ਼ਵਾਸ ਦਿਵਾ ਕੇ ਛੱਡਤਾ। ਇੱਕ ਕਿਸਾਨ ਨੂੰ ਅੱਜ ਫਿਰੋਜ਼ਪੁਰ ਜ਼ਿਲ੍ਹੇ 'ਚ ਗਿਰਫਤਾਰ ਕੀਤਾ ਗਿਆ। ਕਿਸਾਨ ਯੂਨੀਅਨ ਵਾਲੇ ਮਗਰ ਪਹੁੰਚ ਗਏ ਔਰ ਪਿੰਡ ਦੇ ਮੋਹਤਬਰਾਂ ਤੋਂ ਇਹ ਵਿਸ਼ਵਾਸ ਦਿਵਾ ਕੇ ਵੀ ਹਾਂ ਭਰ ਦਿਆਂਗੇ ਛੱਡ ਦਿੱਤਾ ਗਿਆ। ਸੋ ਹਜੇ ਤਾਂ ਇਹ ਇਸ ਤਰੀਕੇ ਦੇ ਨਾਲ ਛੱਡ ਰਹੇ ਨੇ, ਪਰ ਇਹ ਤਰੀਕਾ ਬਹੁਤ ਗਲਤ ਆ। ਇਹ ਕਰਜ਼ਾ ਇੱਕ ਪਾਸੇ ਤਾਂ ਵਿਜੇ ਮਾਲਿਆ, ਮੇਲ ਚੋਕਸੀ, ਨੀਰਵ ਮੋਦੀ ਵਰਗੇ ਹਜ਼ਾਰਾਂ ਕਰੋੜ ਲੈ ਕੇ ਭੱਜ ਗਏ, ਉਧਰ ਨੂੰ ਤਾਂ ਕੋਈ ਪੁੱਛ ਨਹੀਂ ਰਿਹਾ। ਇੱਥੇ ਵੱਡੀਆਂ ਵੱਡੀਆਂ ਫਰਮਾਂ, ਵੱਡੀਆਂ ਵੱਡੀਆਂ ਕੰਪਨੀਆਂ ਘਾਟੇ ਦਿਖਾ ਕੇ ਕਿੰਨੀ ਕੁੰਡੀ ਸਰਕਾਰ ਨੂੰ ਲਾ ਰਹੀਆਂ, ਉਧਰ ਨੂੰ ਕੋਈ ਸੋਚ ਨਹੀਂ ਰਿਹਾ। ਇਹ ਕੋਈ 10,000 ਖੜਾ, ਕਿਸੇ ਕਨੀ 20,000 ਖੜਾ, ਕਿਸੇ ਕਨੀ 30 ਖੜਾ, ਕਿਸੇ ਨੇ ਟਰੈਕਟਰ ਲਿਆ ਸੀ, ਟਰੈਕਟਰ ਦੀਆਂ ਕਿਸ਼ਤਾਂ ਟੁੱਟ ਗਈਆਂ, ਉਹ ਉਧਰ ਨੂੰ ਜਿਹੜਾ ਗਿਰਫਤਾਰ ਕਰਨ ਨੂੰ ਤੁਰ ਪਏ। ਇਹ ਖੇਤੀ ਵਿਕਾਸ ਬੈਂਕਾਂ ਦਾ ਪੈਸਾ ਗਾ। ਔਰ ਇਸ ਤਰੀਕੇ ਨਾਲ ਕਿਸਾਨਾਂ ਨੂੰ ਗਿਰਫਤਾਰ ਕਰਕੇ ਕਿਸੇ ਦੀ ਧੀ ਦਾ ਸਾਕ ਛੁੱਟ ਜੂ, ਕਿਸੇ ਦੇ ਮੁੰਡੇ ਨੂੰ ਨਹੀਂ ਮੁੜ ਕੇ ਸਾਕ ਹੋਣਾ ਵੀ ਕਰਜ਼ੇ ਕਰਕੇ ਇਹਨੂੰ ਜੇਲ੍ਹ ਭੇਜਿਆ ਸੀ। ਤਾਂ ਇਹ ਤਰੀਕਾ ਬਹੁਤ ਗਲਤ ਹੈ। ਇਹਦੇ ਤੇ ਆਸ ਉਮੀਦ ਕਰਾਂਗੇ ਭਗਵੰਤ ਮਾਨ ਹੋਰੀ ਬੋਲਣ, ਪੰਜਾਬ ਦੇ ਬਾਕੀ ਮੰਤਰੀ ਬੋਲਣ, ਇਹ ਜਿਹੜੇ 92 MLA ਜਿੱਤੇ ਨੇ ਉਹ ਬੋਲਣ। ਬਾਕੀ ਵਿਰੋਧੀ ਪਾਰਟੀਆਂ ਸਾਰੀਆਂ ਬੋਲ ਰਹੀਆਂ ਨੇ, ਪਰ ਜਿਸ ਤਰੀਕੇ ਦੇ ਨਾਲ ਅਫਸਰਸ਼ਾਹੀ ਜਾਂ ਦਿੱਲੀ ਦੀ ਮਤਲਬ ਜਿਹੜੀ ਅਰਵਿੰਦ ਕੇਜਰੀਵਾਲ ਹੋਰਾਂ ਦੀ ਟੀਮ ਪੰਜਾਬ ਨੂੰ ਇਸ ਤਰੀਕੇ ਨਾਲ ਚਲਾ ਰਹੀ ਹੈ, ਗਲਤ ਹੈ ਜੀ। ਅੱਛਾ ਜੀ, ਨਵਜੋਤ ਸਿੱਧੂ ਰਾਜਪਾਲ ਉਹਨਾਂ ਨੂੰ ਮਿਲ ਕੇ ਆਏ ਨੇ ਤੇ ਰਾਜਪਾਲ ਸਮੇਂ ਦੀ ਸਰਕਾਰ ਦਾ ਬੰਦਾ ਹੁੰਦਾ ਦਿੱਲੀ ਵਾਲੀ ਦਾ। ਮੈਨੂੰ ਕਿਤੇ ਉਹ ਲੱਗਦਾ ਗੱਲ ਨਾ ਤੁਰ ਜਾਏ, ਕਿਤੇ ਘਰ ਵਾਪਸੀ ਤਾਂ ਲੈਕਚਰ ਹੀ ਦੇਣਾ ਜਾ ਕੇ ਦੁਬਾਰਾ ਫੇਰ ਮੋਦੀ ਜੀ ਦੀ ਜੈ ਕਹਿ ਦੇਣੀ ਆ, ਇੰਨਾ ਹੀ ਕੰਮ ਹੈ। ਵਾਕਈ ਜੀ ਇਹ ਵੀ ਅੱਜ ਕੱਲ੍ਹ ਬੜਾ ਤਰੀਕਾ ਚੱਲਦਾ ਹੈਗਾ। ਬਾਕੀ ਜਿਹੜਾ ਜ਼ਿਆਦਾ ਗਰਮ ਬੋਲਦਾ ਹੁੰਦਾ ਉਹ ਦੂਜੇ ਪਾਸੇ ਵੀ ਬੋਲਣ ਲੱਗ ਜਾਂਦਾ। ਹੁਣ ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ, ਉਧਰੋਂ ਮਨਜਿੰਦਰ ਸਿੰਘ ਸਾਹੂ ਹੀ ਬੋਲ ਰਹੇ ਨੇ, ਉਹ ਇਸ ਵਕਤ ਲਾਲ ਕਿਲੇ ਤੇ ਸੰਬੋਧਨ ਕਰ ਰਹੇ ਨੇ। ਉਹ ਮਤਲਬ ਸ਼ਬਦ ਦੇ ਉੱਤੇ ਪ੍ਰਧਾਨ ਮੰਤਰੀ ਦੀ ਜੈ ਜੈਕਾਰ ਕਰ ਰਹੇ ਨੇ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ। ਅੱਗੇ ਚੱਲ ਕੇ ਆਪਾਂ ਉਹਦੀ ਗੱਲ ਕਰਦੇ ਹਾਂ ਤਾਂ ਨਵਜੋਤ ਸਿੰਘ ਸਿੱਧੂ ਵਾਕਈ ਗੱਲ ਸਾਹਿਬ ਅੱਜ ਕਾਂਗਰਸ ਦੇ ਪੈਰਲਲ ਕਾਂਗਰਸ ਚਲਾ ਰਿਹਾ। ਰਾਜੇ ਵੜਿੰਗ ਦੀ ਕੱਲ ਨੂੰ ਤਾਂ ਜਿਹੜੀ ਹੈਗੀ ਉਹ ਪ੍ਰਧਾਨਗੀ ਦੀ ਕੁਰਸੀ ਤੇ ਬੈਠਣ ਜਾ ਰਿਹਾ ਚੰਡੀਗੜ੍ਹ। ਸਵੇਰੇ 8:30 ਵਜੇ ਉਹਨੇ ਵੱਡਾ ਇਕੱਠ ਰੱਖਿਆ। ਉਦੋਂ ਇੱਕ ਦਿਨ ਪਹਿਲਾਂ ਹੀ ਰਾਜੇ ਵੜਿੰਗ ਨੂੰ ਇਗਨੋਰ ਕਰਕੇ ਪੰਜਾਬ ਦੇ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ ਆ ਔਰ ਉਹਦੇ 'ਚ ਪੰਜਾਬ ਦੇ ਮਸਲੇ ਠਾਏ ਨੇ। ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਬੜ ਦਾ ਗੁੱਡਾ ਕਰਾਰ ਦਿੰਦਿਆਂ ਕਿਹਾ ਗਾ ਕਿ ਪੰਜਾਬ ਦੇ ਵਿੱਚ ਬਹੁਤ ਭਾਰੀ ਨਿਘਾਰ ਕਾਨੂੰਨ ਵਿਵਸਥਾ ਦੇ ਵਿੱਚ ਆਇਆ। 1 ਮਹੀਨੇ 'ਚ 40 ਵਿਅਕਤੀਆਂ ਦੇ ਕਤਲ ਹੋ ਗਏ। ਔਰ ਸਿੱਧੂ ਦੇ ਨਾਲ ਸਾਬਕਾ MLA ਨਵਤੇਜ ਚੀਮਾ ਤੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਸੀਗੇ। ਔਰ ਉਹਨਾਂ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਨਾਲ ਮੁਲਾਕਾਤ ਆ ਜਿਹੜੀ ਕੀਤੀ ਹੈ। ਔਰ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਪੁਲਿਸ ਨੂੰ ਕਿਹੜੇ ਪਾਸੇ ਲਾਇਆ ਹੋਇਆ, ਇਹ ਦਿੱਲੀ ਭੇਜੀ ਫਿਰਦੇ ਨੇ, ਹੋਰ ਇਹ ਪੰਜਾਬ ਦੇ ਮਸਲੇ ਨੇ ਜਿਹੜੇ ਠਾਏ ਨੇ। ਸੋ ਰਾਜਪਾਲ ਨੂੰ ਮਿਲ ਸਕਦੇ ਨੇ ਨਵਜੋਤ ਸਿੰਘ ਸਿੱਧੂ, ਪੰਜਾਬ ਦੇ ਵਸਨੀਕ ਨੇ, ਪੰਜਾਬ ਦੇ ਗਵਰਨਰ ਨੂੰ ਮਿਲ ਸਕਦੇ ਨੇ, ਮਸਲੇ ਠਾ ਸਕਦੇ ਨੇ। ਪਰ ਕਾਂਗਰਸ ਪਾਰਟੀ ਦੇ ਵਿੱਚ ਰਹਿੰਦਿਆਂ ਜਿਸ ਤਰੀਕੇ ਦੇ ਨਾਲ ਉਹ ਹਰ ਜ਼ਿਲ੍ਹੇ 'ਚ ਜਾ ਰਹੇ ਨੇ, ਜਿਸ ਤਰੀਕੇ ਦੇ ਨਾਲ ਉਹ ਰਾਜੇ ਵੜਿੰਗ ਦੇ ਬਰੋਬਰ ਦੇ ਉੱਤੇ ਮਤਲਬ ਮਿਲਣੀਆਂ ਕਰ ਰਹੇ ਨੇ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪੰਜਾਬ ਦੇ ਮਸਲੇ ਠਾਏ, ਉਹ ਇੱਕ ਪ੍ਰਧਾਨ ਦੀ ਹੈਸੀਅਤ ਦੇ ਵਿੱਚ ਹੀ ਠਾਏ ਨੇ। ਹੁਣ ਉਹਦੇ 'ਚੋਂ 2-3 ਰਾਹ ਨਿਕਲਦੇ ਨੇ। ਇੱਕ ਰਾਹ ਤਾਂ ਖੇਤਰੀ ਪਾਰਟੀ ਵਾਲਾ ਨਿਕਲਦਾ, ਜਿਹੜੇ ਰੁੱਸੇ ਹੋਏ ਨੇ, ਬਾਗੀ ਹੋਏ ਨੇ, ਉਹਨਾਂ ਨੂੰ ਨਾਲ ਲੈ ਕੇ
ਕੁਛ ਡਾਕਟਰ ਗਾਂਧੀ ਵਰਗੇ ਬੈਠੇ ਨੇ, ਕੁਛ ਹੋਰ ਬੈਠੇ ਨੇ, ਉਹਨਾਂ ਨੂੰ ਲੈ ਕੇ ਇੱਕ ਖੇਤਰੀ ਪਾਰਟੀ ਬਣਾ ਕੇ ਆਪ ਦਾ ਬਦਲ ਦਿੱਤਾ ਜਾਵੇ, ਜਾਂ ਤਾਂ ਸਿੱਧੂ ਇਸ ਪਾਸੇ ਨੂੰ ਸੋਚ ਰਿਹਾ ਹੈ, ਜਾਂ ਫਿਰ ਗਿੱਲ ਸਾਹਿਬ ਤੁਹਾਡੇ ਵਾਲੀ ਗੱਲ ਹੈ ਕਿ ਘਰ ਵਾਪਸੀ ਵਾਲੀ ਗੱਲ ਹੋ ਸਕਦੀ ਆ, ਜਾਂ ਫਿਰ ਇਹ ਹੋ ਸਕਦਾ ਗਾ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਹਾਈਕਮਾਂਡ ਦੇ ਉੱਤੇ ਪ੍ਰੈਸ਼ਰ ਬਣਾ ਰਿਹਾ ਹੋਵੇ, ਕਿਉਂਕਿ ਉਧਰੋਂ ਕਾਂਗਰਸ ਪਾਰਟੀ ਦੇ ਵਿੱਚ ਹੁਣ ਪ੍ਰਸ਼ਾਂਤ ਕਿਸ਼ੋਰ ਦਾ ਆਉਣਾ ਲਗਭਗ ਤੈਅ ਹੈ। ਪ੍ਰਸ਼ਾਂਤ ਕਿਸ਼ੋਰ ਨੇ ਇੱਕ ਸਟ੍ਰੈਟਜੀ ਬਣਾਈ ਹੈ ਕਿ ਦੇਖੋ ਮੈਂ ਤੁਹਾਨੂੰ ਹਿਮਾਚਲ ਦੇ ਵਿੱਚ ਜ਼ੋਰ ਲਾਊਂ, ਗੁਜਰਾਤ 'ਚ ਜ਼ੋਰ ਲਾਊਂ, ਆਹ ਮੇਰਾ ਖਾਕਾ ਗਾ। ਉਹ ਮਤਲਬ ਕਾਂਗਰਸ ਸਾਰੀ ਦੇ ਵਿੱਚ ਉਹਨੂੰ ਪਤਾ ਹੈ ਪ੍ਰਸ਼ਾਂਤ ਕਿਸ਼ੋਰ ਨੂੰ, ਹੋਰ ਪਾਸੇ ਉਹਦੀ ਦਾਲ ਨਹੀਂ ਗਲੀ। ਉਹਨੇ ਨਿਤਿਸ਼ ਕੁਮਾਰ ਨਾਲ ਵੀ ਰਹਿ ਕੇ ਦੇਖ ਲਿਆ, ਉਹਨੇ ਨਰਿੰਦਰ ਮੋਦੀ ਲਈ ਕੰਪੇਨ ਕਰਕੇ ਦੇਖ ਲਈ, ਕੇਜਰੀਵਾਲ ਦੇ ਨਾਲ ਵੀ ਕੰਪੇਨ ਕਰਕੇ ਦੇਖ ਲਈ। ਉਹਨੂੰ ਲੱਗਿਆ ਗਾ ਪ੍ਰਸ਼ਾਂਤ ਕਿਸ਼ੋਰ ਨੂੰ ਕਿ ਕਾਂਗਰਸ ਪਾਰਟੀ ਦੇ ਵਿੱਚ ਜਾ ਕੇ ਇੱਕ ਤਾਂ ਬੀਜੇਪੀ ਦਾ ਬਦਲ ਦਿੱਤਾ ਜਾ ਸਕਦਾ, ਦੂਜਾ ਉਹਨੂੰ ਪਤਾ ਤੋਂ ਕੰਮ ਨਹੀਂ ਬਣਨਾ ਤੇ ਉਹਨੂੰ ਪਾਸੇ ਕਰਕੇ ਉਹ ਸਾਰੀ ਕਾਂਗਰਸ ਹੀ ਸਾਂਭ ਸਕਦਾ। ਜਾਂ ਸਿੱਧੂ ਇਹ ਹੋ ਸਕਦਾ ਕਿ ਪ੍ਰਸ਼ਾਂਤ ਕਿਸ਼ੋਰ ਦੇ ਨਾਲ ਦੀ ਟਾਈ ਪੈਂਦੀ ਹੋਵੇ, ਪ੍ਰੈਸ਼ਰ ਬਿਲਡ ਕਰਕੇ ਰਾਜੇ ਵੜਿੰਗ ਦੀ ਥਾਂ ਦੇ ਉੱਤੇ ਦੁਬਾਰੇ ਪ੍ਰਧਾਨ ਬਣਨ ਨੂੰ ਫਿਰਦਾ ਹੋਵੇ। ਤੋ ਕੀ ਆ ਨਵਜੋਤ ਸਿੰਘ ਸਿੱਧੂ ਦੇ ਦਿਮਾਗ ਦੇ ਵਿੱਚ ਇਹ ਦੇਖਣਾ ਹੋਊ, ਪਰ ਹਜੇ ਸਮਾਂ ਬਹੁਤ ਪਿਆ, 4.5 ਸਾਲ ਤੋਂ ਵੱਧ ਦਾ ਸਮਾਂ ਪਿਆ ਪੰਜਾਬ 'ਚ ਵੋਟਾਂ ਦਾ, ਤੇ ਸਿੱਧੂ ਸਾਹਿਬ ਨੇ ਅੱਜ ਤੱਕ ਕਿਤੇ ਟਿਕ ਕੇ ਇੰਨਾ ਚਿਰ ਕੰਮ ਨਹੀਂ ਕੀਤਾ। ਤੋ ਜੇ ਕਰ ਗਏ ਤਾਂ ਵੱਡੀ ਗੱਲ ਹੋਊ, ਵੱਡੀ ਪ੍ਰਾਪਤੀ ਹੋਊਗੀ ਜੀ। ਸੁਪਰੀਮ ਕੋਰਟ ਨੇ ਜਿਹੜੇ ਬਲਡੋਜ਼ਰਾਂ ਦੀ ਕਾਰਵਾਈ ਰੋਕੀ ਦਿੱਲੀ 'ਚ, ਉਹਦਾ ਕੀ ਆ ਜੀ, ਹੁਣ ਕੀ ਗੱਲਬਾਤ ਹੋ ਰਹੀ ਹੈ? ਦੇਖੋ ਗਿੱਲ ਸਾਹਿਬ, ਸੁਪਰੀਮ ਕੋਰਟ ਨੇ ਆਪਾਂ ਕੱਲ ਵੀ ਜ਼ਿਕਰ ਕੀਤਾ, ਮਸੀਂ ਰੁਕਦੀ ਨਹੀਂ ਸੀ ਕਾਰਵਾਈ। ਜਦੋਂ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਦਵਿੰਦਰ ਦਵੇ ਹੋਰੀ ਗਏ ਕਿ ਜੀ ਤੁਹਾਡੇ ਆਰਡਰ ਹੋਣ ਦੇ ਬਾਵਜੂਦ ਅਜੇ ਤੱਕ 2 ਘੰਟੇ ਹੋ ਗਏ ਬਲਡੋਜ਼ਰ ਚੱਲੀ ਜਾਂਦੇ ਨੇ, ਫਿਰ ਸੁਪਰੀਮ ਕੋਰਟ ਨੇ ਰਜਿਸਟਰਾਰ ਸਾਹਿਬ ਭੇਜੇ, ਫਿਰ ਕਾਰਵਾਈ ਰੁਕੀ। ਹੁਣ 15 ਦਿਨਾਂ ਲਈ ਕਾਰਵਾਈ ਰੁਕ ਗਈ। ਦੇਖੋ ਕਾਰਵਾਈ ਰੋਕਣ ਦਾ ਗਿੱਲ ਸਾਹਿਬ ਇਹੀ ਹੈਗਾ ਕਿ ਉੱਥੇ ਤਾਂ ਰੁਕ ਗਈ ਦਿੱਲੀ 'ਚ, ਪਰ ਅੱਜ ਉੱਤਰ ਪ੍ਰਦੇਸ਼ 'ਚ ਬਲਡੋਜ਼ਰ ਚੱਲੇ ਨੇ। ਉੱਤਰ ਪ੍ਰਦੇਸ਼ ਦੇ ਵਿੱਚ ਬਹੁਤ ਥਾਵਾਂ ਦੇ ਉੱਤੇ ਬਲਡੋਜ਼ਰ ਚੱਲੇ ਨੇ, ਮੱਧ ਪ੍ਰਦੇਸ਼ ਚੱਲੇ ਨੇ, ਗੁਜਰਾਤ ਦੇ ਵਿੱਚ ਵੀ ਬਲਡੋਜ਼ਰ ਚੱਲੇ ਨੇ। ਔਰ ਮਿਊਨਿਸਪਲ ਕਾਰਪੋਰੇਸ਼ਨਾਂ ਦੇ ਬਲਡੋਜ਼ਰਾਂ ਨੇ ਜਿਹੜਾ ਜਹਾਂਗੀਰਪੁਰੀ, ਜਿੱਥੇ ਹਨੂੰਮਾਨ ਜਯੰਤੀ ਦੇ ਮੌਕੇ ਦੇ ਉੱਤੇ ਫਿਰਕੂ ਹਿੰਸਾ ਹੋਈ ਸੀ, ਔਰ ਉੱਥੇ ਜਿਹੜੇ ਦੁਕਾਨਾਂ ਤੇ ਮਕਾਨ ਢਾਉਣੇ ਸ਼ੁਰੂ ਕੀਤੇ ਸੀ, ਉਹ ਮੋਸਟਲੀ ਨੇ ਜਿਹੜੇ ਉਹ ਧਾਰਮਿਕ ਘੱਟ ਗਿਣਤੀ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਨੇ। ਸਿਰਫ ਇੱਕ ਹਿੰਦੂ ਵਿਅਕਤੀ ਦਾ ਉੱਥੇ ਜਿਹੜੀ ਦੁਕਾਨ ਆ ਉਹ ਟੁੱਟਣ ਦੀ ਖਬਰ ਆ, ਬਾਕੀ ਸਾਰੀਆਂ ਨੇ ਜਿਹੜੀਆਂ ਉਹ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਨੇ। ਔਰ ਉਹਦੇ ਤੇ ਗਿੱਲ ਸਾਹਿਬ ਹੁਣ ਬੀਜੇਪੀ ਦੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਸਾਰਿਆਂ ਦੇ ਬਿਆਨ ਆ ਰਹੇ ਨੇ। ਕੋਈ ਤਾਂ ਕਹਿ ਰਿਹਾ ਕਿ 15 ਦਿਨ ਰੁਕੋ ਦੁਬਾਰੇ ਚੱਲੂ, ਕੋਈ ਕਹਿ ਰਿਹਾ ਕਿ ਇਸ ਤਰੀਕੇ ਦੇ ਨਾਲ ਹੋਊਗਾ। ਔਰ ਇਹ ਜਿਹੜੀਆਂ ਗੱਲਾਂ ਬਾਤਾਂ ਆ ਰਹੀਆਂ, ਦਿੱਲੀ ਦੇ ਭਾਜਪਾ ਦੇ ਆਗੂਆਂ ਦੇ ਜਿਹੜੇ ਬੋਲ ਨੇ ਉਹ ਇਸ ਤਰੀਕੇ ਦੇ ਨੇ ਕਿ ਉਹ ਜਿਹੜਾ ਸਿਆਸੀ ਤੌਰ ਦੇ ਉੱਤੇ ਮਾਹੌਲ ਤਣਾਅਪੂਰਨ ਬਣਾਉਣ ਵਾਲੇ ਨੇ। ਉਹ ਇਹ ਕਿਸੇ ਮਸਲੇ ਦਾ ਹੱਲ ਨਹੀਂ ਹੈ। ਔਰ ਜਿਸ ਤਰੀਕੇ ਦੇ ਨਾਲ ਦੇਸ਼ ਦੀ ਇੱਕ ਧਾਰਮਿਕ ਘੱਟ ਗਿਣਤੀ ਦੇ ਨਾਲ ਵਿਤਕਰੇ ਵਾਲੀਆਂ ਖਬਰਾਂ ਸਾਹਮਣੇ ਆ ਰਹੀਆਂ ਔਰ ਦੁਨੀਆ ਭਰ ਦੇ ਵਿੱਚ ਇਹ ਚਰਚਾ ਚੱਲ ਰਹੀ ਹੈ। ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਕੈਨੇਡਾ ਦੇ NDP ਦੇ ਸੀਨੀਅਰ ਲੀਡਰ ਜਗਮੀਤ ਸਿੰਘ ਹੋਰੀ ਬੋਲੇ ਸੀ ਇਸ ਵਿਸ਼ੇ ਦੇ ਉੱਤੇ, ਤੇ ਹੁਣ ਬਲਡੋਜ਼ਰ ਮੁਹਿੰਮ ਚੱਲੀ ਹੈ। ਤਾਂ ਆਸ ਉਮੀਦ ਇਹੀ ਕਰਾਂਗੇ ਕਿ ਸਾਰਿਆਂ ਦੇ ਨਾਲ ਬਰਾਬਰਤਾ ਵਾਲਾ ਬਿਹੇਵ ਹੈਗਾ ਜਿਹੜਾ ਇੱਥੇ ਹੋਊਗਾ ਜੀ। ਪੰਜਾਬ ਪੁਲਿਸ ਦੇ ਸਾਬਕਾ DGP ਤੇ DIG ਤੇ ਕੇਸ ਚੱਲੇ ਨੇ ਜੀ, ਕੌਣ ਨੇ ਇਹ? ਬਿਲਕੁਲ ਇਹ ਉਹ ਨੇ ਜਿਨ੍ਹਾਂ ਨੇ ਮਤਲਬ ਪਿਛਲੇ ਦਿਨਾਂ ਦੇ ਵਿੱਚ ਜੇਲ੍ਹ ਦੇ ਵਿੱਚ ਇਹਨਾਂ ਦੀ ਡਿਊਟੀ ਸੀ ਸਾਹਿਬ ਬਹਾਦਰ ਦੀ, ਔਰ ਕੈਦੀਆਂ ਤੋਂ ਬਹੁਤ ਨਸ਼ੀਲੇ ਪਦਾਰਥ ਮਿਲੇ, ਮੋਬਾਈਲ ਮਿਲੇ। ਇਹਨਾਂ ਨੇ ਤਾਂ ਅਫਸਰਾਂ ਨੂੰ ਦੱਸਿਆ ਹੀ ਨਹੀਂ। ਹੁਣ ਪਤਾ ਲੱਗਿਆ ਜਦੋਂ ਪੋਲ ਖੁੱਲੀ ਵੀ ਉਹ ਜਿਹੜੇ ਨਸ਼ੀਲੇ ਪਦਾਰਥ ਮਿਲੇ ਜੇਲ੍ਹ ਦੇ ਵਿੱਚੋਂ ਉਹ ਕਿੱਥੇ ਨੇ, ਉਹ ਜਿਹੜੇ ਮੋਬਾਈਲ ਮਿਲੇ ਉਹ ਕਿੱਥੇ ਨੇ। ਹੁਣ ਪਤਾ ਲੱਗਿਆ ਵੀ ਇਹ ਸਾਹਿਬ ਬਹਾਦਰ ਹੋਰਾਂ ਦੀ ਜਿਹੜੀ ਡਿਊਟੀ ਸੀਗੀ ਉਹ ਜੇਲ੍ਹ ਦੇ ਵਿੱਚ ਸੀਗੀ, ਔਰ ਉੱਥੇ ਸਾਰਾ ਕੁਝ ਹੁੰਦਾ ਸੀਗਾ। ਇਹ ਦੋਨੇ IPS ਅਫਸਰ ਰਹੇ ਨੇ, ਦੋਨੇ ਸਾਬਕਾ DIG ਰਹੇ ਨੇ। ਇੱਕ ਤਾਂ ਹੈਗੇ ਨੇ DIG ਜੇਲ੍ਹਾਂ ਰਹੇ ਨੇ ਲਖਵਿੰਦਰ ਸਿੰਘ ਜਾਖੜ। ਲਖਵਿੰਦਰ ਸਿੰਘ ਜਾਖੜ ਬਹੁਤ ਚਰਚਾ 'ਚ ਰਹੇ ਨੇ, ਤੇ ਦੂਜੇ DIG ਰਹੇ ਨੇ ਸੁਖਦੇਵ ਸਿੰਘ ਸੱਗੂ। ਹੁਣ ਇਹਨਾਂ ਦੋਨਾਂ ਦੇ ਉੱਤੇ ਜਿਹੜਾ NDPS ਐਕਟ ਔਰ ਭ੍ਰਿਸ਼ਟਾਚਾਰ ਰੋਕੂ ਐਕਟ ਆ ਜਿਹੜਾ ਕਰਪਸ਼ਨ ਵਾਲਾ, ਉਹਨਾਂ ਤਹਿਤ ਕੇਸ ਦਰਜ ਕਰਨ ਨੂੰ ਮਨਜ਼ੂਰੀ ਮਿਲ ਗਈ ਆ। ਔਰ ਇਹਨਾਂ ਦੇ ਉੱਤੇ ਦੋਸ਼ ਆ ਕਿ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਕੈਦੀਆਂ ਤੋਂ ਜਿੰਨੇ ਵੀ ਇਹਨਾਂ ਨੂੰ ਨਸ਼ੀਲੇ ਪਦਾਰਥ ਮਿਲੇ ਉਹ ਇਹਨਾਂ ਨੇ ਆਪਦੇ ਪੱਧਰ ਤੇ ਮਸਲੇ ਨਿਬੇੜਤੇ, ਔਰ ਉੱਚ ਅਧਿਕਾਰੀਆਂ ਨੂੰ, ਸੀਨੀਅਰ ਅਫਸਰਾਂ ਨੂੰ ਜਾਂ ਕੋਈ ਲਿਖਤੀ ਕਾਰਵਾਈ ਕੋਈ ਨਹੀਂ ਕੀਤੀ। ਫਿਰ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਦੀ ਜਾਂਚ ਹੋਈ, ਜਾਂਚ ਮਗਰੋਂ ਹੁਣ ਪਤਾ ਲੱਗਿਆ ਕਿ ਇਹਨਾਂ ਖਿਲਾਫ ਕੇਸ ਦਰਜ ਕਰਨ ਨੂੰ ਮਨਜ਼ੂਰੀ ਦਿੱਤੀ ਆ। ਔਰ ਜਾਂਚ ਰਿਪੋਰਟ ਤੋਂ ਪਤਾ ਲੱਗਿਆਗਾ ਕਿ ਉੱਥੇ ਕੈਦੀਆਂ ਤੋਂ 241 ਦੇ ਲਗਭਗ ਜਿਹੜੇ ਮਾਮਲੇ ਸਾਹਮਣੇ ਆਏ ਨਸ਼ੀਲੇ ਪਦਾਰਥ ਤੇ ਮੋਬਾਈਲ ਮਿਲਣ ਦੇ। ਪਰ ਜਾਖੜ ਤੇ ਸੱਗੂ ਨੇ ਜਿਹੜਾ
ਸਿਰਫ ਉੱਥੇ ਹੀ ਮਾਮਲੇ ਨਿਬੇੜਨ ਦੀ ਜਾਣਕਾਰੀ ਹੈ ਜਿਹੜੀ ਮਿਲੀ ਆ, ਗਾਂਹ ਭੇਜੇ ਹੀ ਨਹੀਂ। ਔਰ ਇਹ ਮਾਮਲੇ 2005 ਤੋਂ 2011 ਤੱਕ ਦੇ ਨੇ, ਜਦੋਂ ਫਿਰੋਜ਼ਪੁਰ ਜੇਲ੍ਹ 'ਚ ਸੁਪਰਡੈਂਟ ਵਜੋਂ ਤੈਨਾਤ ਸੀ। ਫਿਰੋਜ਼ਪੁਰ ਜੇਲ੍ਹ ਦੇ ਵਿੱਚ ਸੁਪਰਡੈਂਟ ਹੁੰਦਿਆਂ ਇਹ ਸਾਰਾ ਮਸਲਾ ਗਾ ਜਿਹੜਾ ਚੱਲਿਆ, ਕਈ ਸਾਲ ਇਹ ਕੇਸ ਆ ਜਿਹੜਾ ਉਹ ਲਮਕਦਾ ਰਿਹਾ, ਔਰ ਕਈ ਸਾਲਾਂ ਦੇ ਪਿੱਛੇ ਤੋਂ ਬਾਅਦ ਇਹ ਸਾਰਾ ਘਟਨਾਕ੍ਰਮ ਸਾਹਮਣੇ ਆਇਆ। ਹਾਲਾਂਕਿ ਦੂਜੇ ਪਾਸੇ ਜਿਹੜੇ ਜਾਖੜ ਹੁਰੀ ਨੇ ਸਾਬਕਾ DIG, ਉਹ ਕਹਿੰਦੇ ਨੇ ਕਿ ਜਿਹੜੇ ਕੈਦੀਆਂ ਤੋਂ ਫੜੇ ਗਏ ਪਦਾਰਥਾਂ ਦੀ ਮਿਕਦਾਰ ਥੋੜ੍ਹੀ ਸੀ, ਉਹ ਥੋੜ੍ਹੇ ਕੇਸ ਸੀ, ਉਹ ਐਡੇ ਨਹੀਂ ਸੀਗੇ ਵੀ ਉਹਨਾਂ ਦੇ ਕੇਸ ਦਰਜ ਕੀਤੇ ਜਾਂਦੇ ਜਾਂ ਅਫਸਰਾਂ ਨੂੰ ਦੱਸਿਆ ਜਾਂਦਾ। ਪਰ ਹੁਣ ਗਿੱਲ ਸਾਹਿਬ ਇਹ ਹੈ ਵੀ ਇੰਨੇ ਨਸ਼ੀਲੇ ਪਦਾਰਥ ਜਾਂਦੇ ਕਿੱਥੇ ਸੀ। ਦੂਜਾ ਇਹ ਵੀ ਪੁਲਿਸ ਵਾਲੇ ਐਂ ਥੋੜ੍ਹੀ ਆ ਵੀ ਉਹ ਤੋਂ ਕੋਈ ਨਸ਼ੀਲਾ ਪਦਾਰਥ ਮਿਲ ਗਿਆ ਉਹਨੂੰ ਛੱਡਤਾ ਤਾਂ ਪੈਸੇ ਵੀ ਲੈਂਦੇ ਹੋਣਗੇ। ਸੋ ਇਹ ਮਸਲੇ ਦੀ ਜੇ ਜਾਂਚ ਹੋਵੇ ਤਾਂ ਬਹੁਤ ਮਸਲੇ ਸਾਹਮਣੇ ਆ ਸਕਦੇ ਨੇ। ਬਾਕੀ ਇਹ ਤਾਂ ਇੱਕ ਜੇਲ੍ਹ ਦਾ ਮਸਲਾ ਹੈਗਾ ਨਾ, ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਦੇ ਵਿੱਚੋਂ ਜੇ ਇਹ ਘਟਨਾਕ੍ਰਮ ਖੁੱਲੇ, ਉੱਥੋਂ ਦੀਆਂ ਤੰਦਾਂ ਖੁੱਲਣ ਤਾਂ ਬੜਾ ਕੁਝ ਸਾਹਮਣੇ ਆਊਗਾ। ਕਿਉਂਕਿ ਜੇਲ੍ਹਾਂ ਦੇ ਵਿੱਚ ਅੱਜ ਵੀ ਮੋਬਾਈਲ ਵੀ ਵਰਤੇ ਜਾ ਰਹੇ ਨੇ, ਧਮਕੀਆਂ ਵੀ ਆ ਰਹੀਆਂ ਜੇਲ੍ਹਾਂ 'ਚੋਂ, ਜੇਲ੍ਹਾਂ ਦੇ ਵਿੱਚ ਨਸ਼ੇ ਦੇ ਪਦਾਰਥ ਵੀ ਵਰਤੇ ਜਾਂਦੇ ਨੇ, ਸਾਰਾ ਕੁਝ ਜੇਲ੍ਹਾਂ 'ਚ ਮਿਲਦਾ ਜਿਹੜਾ ਕੁਝ ਬਾਹਰ ਮਿਲਦਾ ਜੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਜਿਹੜਾ ਸ਼੍ਰੀ ਆਪਣੇ ਲਾਲ ਕਿਲ੍ਹੇ 'ਚ ਮਨਾਇਆ ਜਾ ਰਿਹਾ ਹੈ, ਲਾਲ ਕਿਲ੍ਹੇ ਦੇ ਸਮਾਗਮ ਤਾਂ ਵਧੀਆ ਨੇ, ਪਰ ਸ੍ਰਿਸ਼ਟ ਦੀ ਚਾਦਰ ਤੋਂ ਲੈ ਕੇ ਧਰਮ ਦੀ ਚਾਦਰ ਤੇ ਫਿਰ ਹਿੰਦ ਦੀ ਚਾਦਰ ਤੱਕ ਜਿਹੜੀ ਟ੍ਰਾਂਜੀਸ਼ਨ ਹੈ ਉਹਦੇ ਵੱਲ ਕੋਈ ਨਹੀਂ ਵੇਖ ਰਿਹਾ। ਇਹਨਾਂ ਸਮਾਗਮਾਂ ਬਾਰੇ ਕੀ ਦੱਸਣਾ ਚਾਹੁੰਦੇ ਹੋ ਜੀ? ਜੀ ਗਿੱਲ ਸਾਹਿਬ, ਵਾਕਈ ਇਹ 2 ਰੋਜ਼ਾ ਸਮਾਗਮ, ਕੱਲ 20 ਅਪ੍ਰੈਲ ਨੂੰ ਬਹੁਤ ਵੱਡਾ ਸਮਾਗਮ ਹੋਇਆ। ਕੱਲ ਉੱਥੇ ਅਮਿਤ ਸ਼ਾਹ ਪਹੁੰਚੇ, ਜਿਹੜੇ ਗ੍ਰਹਿ ਮੰਤਰੀ ਨੇ ਦੇਸ਼ ਦੇ, ਭਾਰਤ ਸਰਕਾਰ ਦੇ ਵੱਲੋਂ ਇਹ ਸਮਾਗਮ ਹੋ ਰਿਹਾ। ਅੱਜ ਹੁਣ ਜਦੋਂ ਆਪਾਂ ਗਿੱਲ ਸਾਹਿਬ ਪ੍ਰੋਗਰਾਮ ਕਰ ਰਹੇ ਹਾਂ ਤਾਂ ਨਰਿੰਦਰ ਮੋਦੀ ਹੋਰੀ ਉੱਥੇ ਪਹੁੰਚੇ ਹੋਏ ਨੇ। ਸਮਾਗਮ ਇਸ ਵਕਤ ਚੱਲ ਰਿਹਾ ਹੈਗਾ ਔਰ ਅੱਜ ਨਰਿੰਦਰ ਮੋਦੀ ਹੋਰੀ ਉੱਥੋਂ ਦੇਸ਼ ਨੂੰ ਸੰਬੋਧਨ ਕਰ ਰਹੇ ਨੇ। ਇਹ ਬਹੁਤ ਘੱਟ ਵਾਰ ਹੋਇਆਗਾ। ਆਮ ਤੌਰ ਦੇ ਉੱਤੇ ਲਾਲ ਕਿਲ੍ਹੇ ਤੋਂ 15 ਅਗਸਤ ਵਾਲੇ ਦਿਨ ਹੀ ਜਿਹੜਾ ਪ੍ਰਧਾਨ ਮੰਤਰੀ ਸੰਬੋਧਨ ਕਰਿਆ ਕਰਦੇ ਨੇ, ਪਰ ਇਸ ਵਾਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਿਹੜੇ ਸਿੱਖਾਂ ਦੇ 9ਵੇਂ ਗੁਰੂ ਹੋਏ ਨੇ, ਉਹਨਾਂ ਦੇ 400ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਉੱਥੇ ਸੰਬੋਧਨ ਕਰਨ ਦੇ ਲਈ ਪਹੁੰਚੇ ਹੋਏ ਨੇ। ਹੁਣ ਗਿੱਲ ਸਾਹਿਬ, ਇਹ ਹੁੰਦਾ ਗਾ ਕਿ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਕਿ ਆਖਰ ਇੱਕ ਪਾਸੇ ਤਾਂ ਬਲਡੋਜ਼ਰ ਚੱਲ ਰਹੇ ਨੇ ਦਿੱਲੀ ਦੇ ਵਿੱਚ, ਤਾਂ ਦੂਜੇ ਪਾਸੇ ਪ੍ਰਧਾਨ ਮੰਤਰੀ ਜੀ ਲਾਲ ਕਿਲ੍ਹੇ ਦੇ ਉੱਤੇ ਭਾਸ਼ਣ ਕਰ ਰਹੇ ਨੇ। ਸੋ ਅਸਲ ਦੇ ਵਿੱਚ ਇਹ ਪਹਿਲਾਂ ਵੀ ਬਹੁਤ ਵਾਰ ਹੋਇਆ ਗਾ। 1975 ਦੇ ਵਿੱਚ ਜਦੋਂ ਬਹੁਤ ਤਣਾਅਪੂਰਨ ਮਾਹੌਲ ਬਣੇ ਹੋਏ ਸੀ, ਉਧਰੋਂ ਉਸ ਵਕਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵੀ ਦਿੱਲੀ ਦੇ ਵਿੱਚ ਇੱਕ ਬਹੁਤ ਵੱਡਾ ਸਮਾਗਮ ਕਰਾਇਆ ਸੀਗਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਜੋੜ ਕੇ, ਔਰ ਉਸ ਵਕਤ ਉਸ ਸਮਾਗਮ ਦੇ ਵਿੱਚ ਤਤਕਾਲੀ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਕਰਤਾਰ ਸਿੰਘ ਸ਼ਾਮਲ ਹੋਏ ਸੀਗੇ। ਇਸ ਤੋਂ ਇਲਾਵਾ ਗੱਲਬਾਤ ਕਰਨੀ ਹੋਵੇ ਤਾਂ ਨਰਿੰਦਰ ਮੋਦੀ ਹੋਰਾਂ ਦੇ ਜਿਹੜਾ ਸਮਾਗਮ ਕਰਵਾਇਆ ਜਾ ਰਿਹਾ ਹੈਗਾ, ਇਸ ਤੋਂ ਪਹਿਲਾਂ ਸ਼ੀਲਾ ਦੀਕਸ਼ਿਤ ਜਦੋਂ ਦਿੱਲੀ ਦੀ ਚੀਫ ਮਿਨਿਸਟਰ ਹੁੰਦੀ ਸੀ ਤਾਂ ਉਹਨੇ ਵੀ ਸ਼੍ਰੀ ਗੁਰੂ ਤੇਗ ਬਹਾਦਰ ਹੋਰਾਂ ਦੀ ਯਾਦ ਦੇ ਵਿੱਚ ਇੱਕ ਸਮਾਰਕ ਬਣਾਇਆ ਸੀ। ਅਰਵਿੰਦ ਕੇਜਰੀਵਾਲ ਹੋਰਾਂ ਨੇ ਵੀ ਇਸ ਵਿਸ਼ੇ ਦੇ ਉੱਤੇ ਵਰਕਾ ਜਿਹੜਾ ਕੀਤਾ ਹੈਗਾ। ਤਾਂ ਅਸਲ ਦੇ ਵਿੱਚ ਗਿੱਲ ਸਾਹਿਬ ਹੁਣ ਇਹ ਹੈਗਾ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਆ, ਅਸਲ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਸਿੱਖਾਂ ਨੂੰ ਬੁੱਕਲ 'ਚ ਲੈਣਾ ਚਾਹੁੰਦੀ ਆ ਤੇ ਮੁਸਲਮਾਨਾਂ ਪ੍ਰਤੀ ਉਹਨਾਂ ਦਾ ਮਤਲਬ ਜਿਹੜਾ ਇਸ ਵਕਤ ਬਿਹੇਵ ਆ ਉਹ ਸਭ ਦੇ ਸਾਹਮਣੇ ਆ। ਉਹ ਇਹ ਦੱਸਣਾ ਚਾਹੁੰਦੀ ਆ ਸਿੱਖਾਂ ਨੂੰ ਬੁੱਕਲ ਦੇ ਵਿੱਚ ਲੈ ਕੇ ਕਿ ਅਸੀਂ ਧਾਰਮਿਕ ਘੱਟ ਗਿਣਤੀਆਂ ਦੇ ਵਿਰੋਧੀ ਨਹੀਂ ਆ। ਉਹ ਅਸਲ ਦੇ ਵਿੱਚ ਜਿਹੜਾ ਮਤਲਬ ਇਹ ਹੇਜ ਜਤਾਇਆ ਜਾ ਰਿਹਾ, ਇਹ ਸਿੱਧੇ ਤੌਰ ਦੇ ਉੱਤੇ ਸਿਆਸੀ ਮਾਇਨੇ ਨੇ ਜਿਹੜੇ ਇਹਦੇ ਦੇਖੇ ਜਾ ਸਕਦੇ ਨੇ। ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਆ ਕਿਸ ਤਰੀਕੇ ਦੀ ਗੱਲ ਹੁੰਦੀ ਆ। ਬਾਕੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਿਹੜੇ ਹਿੰਦ ਦੀ ਚਾਦਰ ਕਹੇ ਜਾਂਦੇ ਨੇ, ਉਹਨਾਂ ਨੇ ਜਿਸ ਤਰੀਕੇ ਨਾਲ ਕੁਰਬਾਨੀ ਦਿੱਤੀ ਉਹ ਲਾ ਮਿਸਾਲ ਹੈ ਔਰ ਸਿਜਦਾ ਹੁੰਦਾ ਉਹਨਾਂ ਦੀ ਕੁਰਬਾਨੀ। ਜੀ ਗਿੱਲ ਸਾਹਿਬ, ਇੱਕ ਮੈਨੂੰ ਦੱਸਿਓ, ਇਹਨੂੰ ਵਾਇਰਲ ਵੀ ਬਹੁਤ ਕੀਤਾ ਜਾਂਦਾ ਜਦੋਂ ਆਮ ਆਦਮੀ ਪਾਰਟੀ ਦੇ MLA ਜਾਂ ਮਿਨਿਸਟਰ ਜਾ ਕੇ ਕਿਸੇ ਸੰਬੰਧਿਤ SHO ਨੂੰ, ਤਹਿਸੀਲਦਾਰ ਨੂੰ, DC SSP ਦੀ ਤਾਂ ਘੱਟ ਗੱਲ ਹੈ, ਉੱਥੇ ਜਾ ਕੇ ਫਿਰ ਉਹ ਦਿਖਾਉਂਦੇ ਆ ਵੀ ਇਹ ਹੋ ਰਿਹਾ ਉਹ ਹੋ ਰਿਹਾ। ਉਸ ਸਮੇਂ ਜਿਹੜੀ ਉਹਨਾਂ ਦੀ ਗੱਲਬਾਤ ਢੰਗ ਹੈ ਉਹਦੇ ਵਿੱਚੋਂ ਸਤਿਕਾਰ ਗਾਇਬ ਹੁੰਦਾ, ਚਾਹੇ ਉਹ ਛੋਟਾ ਲੈਵਲ ਦਾ ਬੰਦਾ ਹੋਵੇ ਚਾਹੇ ਵੱਡਾ ਹੋਵੇ, ਜਿੱਥੇ ਵੀ ਉਹ ਬੋਲਦੇ ਨੇ। ਠੀਕ ਆ, ਜੇ ਕੋਈ ਕਰਪਟ ਹੈ ਉਸ ਨੂੰ ਜਿਹੜਾ ਉਹ ਤੁਸੀਂ ਸਜ਼ਾ ਦੇ ਸਕਦੇ ਹੋ, ਕੁਝ ਵੀ ਕਰ ਸਕਦੇ ਹੋ, ਪਰ ਸ਼ਬਦ ਜਿਹੜੇ ਨੇ ਉੱਥੇ ਉਹ ਬੜੇ ਅਲੱਗ ਹੁੰਦੇ ਨੇ। ਸੋ ਇਹ ਇੱਕ ਵਿਧਾਇਕ ਜਿੰਪਾ ਨੇ ਕਿੱਥੇ ਛਾਪਾ ਮਾਰਿਆ ਤੇ ਫਿਰ ਕਿਹੜੇ ਅਫਸਰਾਂ ਨਾਲ ਗੱਲਬਾਤ ਹੋਈ? ਜੀ ਗਿੱਲ ਸਾਹਿਬ, ਇਹ ਨਾ ਅਸਲ ਦੇ ਵਿੱਚ ਜਿਹੜੇ MLA ਨੇ ਬ੍ਰਹਮ ਸ਼ੰਕਰ ਜਿੰਪਾ, ਮਾਲ ਮੰਤਰੀ ਵੀ ਨੇ ਇਹ ਮੋਗੇ ਜਾ ਕੇ ਇਹਨਾਂ ਨੇ ਛਾਪਾ ਮਾਰਿਆ
ਉੱਥੇ ਸਾਰੇ ਤਹਿਸੀਲਦਾਰ ਇਹਨਾਂ ਨੇ ਇਕੱਠੇ ਕਰ ਲਏ। ਉੱਥੇ ਇਹਨਾਂ ਨੇ ਇੱਕ ਅਫਸਰ ਦੇ ਖਿਲਾਫ ਜਾਂਚ ਆਈ ਹੋਈ ਸੀਗੀ। ਜਿਹੜੇ ਬੰਦੇ ਇੱਕ ਤਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਜਾਂਚ ਦੇ ਉੱਤੇ ਕਾਰਵਾਈ ਹੋ ਰਹੀ ਆ, ਜਾਂਚ ਚੱਲ ਰਹੀ ਹੈ, ADC ਸਾਹਿਬ ਜਾਂਚ ਕਰ ਰਹੇ ਨੇ ਮਸਲੇ ਦੀ। ਅਗਲੀ ਗੱਲ, ਜਿਹੜੇ ਵਿਅਕਤੀ ਨੇ ਸ਼ਿਕਾਇਤ ਕੀਤੀ ਹੋਈ ਆ ਜਿੰਪਾ ਸਾਹਿਬ ਉਹਨੂੰ ਨਾਲ ਲਿਆਏ, ਨਾਲ ਲਿਆ ਕੇ ਤਹਿਸੀਲਦਾਰ ਨੂੰ ਝਾੜ ਪਾਉਣ ਲੱਗੇ, ਉੱਥੇ ਤਹਿਸੀਲਦਾਰ ਨੂੰ ਸਵਾਲ ਜਵਾਬ ਕਰਨ ਲੱਗੇ, ਉੱਥੇ ਲੋਕਾਂ ਦੇ ਕੈਮਰੇ ਆਉਣ ਨੇ ਔਰ ਦੂਜੀ ਧਿਰ ਕੋਲੇ ਖੜੀ ਆ, ਜਾਂਚ ਚੱਲ ਰਹੀ ਆ। ਤਾਂ ਹੁਣ ਤਹਿਸੀਲਦਾਰਾਂ ਨੇ ਇਕੱਠੇ ਹੋ ਕੇ ਚਿੱਠੀ ਲਿਖੀ ਆ DC ਸਾਹਿਬ ਨੂੰ, ਮੋਗੇ ਦੇ ਨੂੰ। ਉਹਨਾਂ ਨੇ DC ਸਾਹਿਬ ਨੂੰ ਇਹ ਲਿਖਿਆਗਾ ਕਿ ਇਹ ਹੋ ਕੀ ਰਿਹਾ, ਜਦੋਂ ਜਾਂਚ ਚੱਲ ਰਹੀ ਆ ਤਾਂ ਜਨਤਕ ਤੌਰ ਦੇ ਉੱਤੇ ਕਿਉਂ ਸਾਨੂੰ ਤੰਗ ਕੀਤਾ ਜਾ ਰਿਹਾ। ਦੂਸਰਾ ਉਹਨੇ ਕਿਹਾ ਕਿ ਮੰਤਰੀ ਸਾਹਿਬ ਨੇ ਬਹਿ ਕੇ ਗੱਲ ਕਰਨ ਜੇ ਕਰਨੀ ਸੀ, ਇਸ ਤਰੀਕੇ ਦੇ ਨਾਲ ਦੂਜੀ ਧਿਰ ਦੇ ਸਾਹਮਣੇ ਸਾਨੂੰ ਕਿਉਂ ਮਤਲਬ ਇਦਾਂ ਦੇ ਸਵਾਲ ਕੀਤੇ ਜਾ ਰਹੇ ਨੇ। ਔਰ ਉਹਨਾਂ ਨੇ ਇਹ ਵੀ ਲਿਖਿਆ ਕਿ ਜਾਂਚ ਦੇ ਉੱਤੇ ਕਿਤੇ ਦਬਾਅ ਤਾਂ ਨਹੀਂ ਬਣਾਇਆ ਜਾ ਰਿਹਾ। ਸੋ ਇਹ ਸਵਾਲ ਉਹਨਾਂ ਨੇ ਬੜੇ ਖੜੇ ਕੀਤੇ ਨੇ। ਸੋ ਵਾਕਈ ਗਿੱਲ ਸਾਹਿਬ ਅਸਲ ਦੇ ਵਿੱਚ ਨਾ ਹੁਣ ਇਹ ਜਿਹੜਾ ਸਿਸਟਮ ਆਇਆ ਥੋੜੀ ਵੀ ਰਾਤੇ ਰਾਤ ਲੋਟ ਹੋ ਜਾਊਗਾ। ਇਹ ਅਫਸਰਾਂ ਦੇ ਮੁਲਾਜ਼ਮਾਂ ਦੇ ਮਨ 'ਚ ਇੱਕ ਡਰ ਪੈਦਾ ਹੋ ਗਿਆ। ਡਰ ਦੇ ਨਾਲ ਸਿਸਟਮ ਨਹੀਂ ਚੱਲਦੇ ਹੁੰਦੇ। ਇਹ ਨਹੀਂ ਹੈ ਕਿ ਕਰਪਸ਼ਨ ਰੁਕ ਗਈ, ਅੱਜ ਵੀ ਕਰਪਸ਼ਨ ਚੱਲ ਰਹੀ ਆ। ਇਹ ਨਹੀਂ ਹੈ ਕਿ ਨਸ਼ੇ ਰੁਕ ਗਏ, ਅੱਜ ਵੀ ਨਸ਼ੇ ਚੱਲ ਰਹੇ ਨੇ। ਪਰ ਇੱਕ ਡਰ, ਇੱਕ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਮਾਹੌਲ ਡਰ ਦੇ ਥਾਂ ਦੇ ਉੱਤੇ ਮਾਹੌਲ ਆਪਣੇਪਣ ਦਾ ਪੈਦਾ ਹੋਣਾ ਚਾਹੀਦਾ। ਤਾਂ ਇਸ ਵਿਸ਼ੇ ਦੇ ਉੱਤੇ ਹੁਣ ਜਿਹੜੀ ਤਹਿਸੀਲਦਾਰਾਂ ਨੇ ਚਿੱਠੀ ਲਿਖੀ ਹੈ ਤਾਂ ਕਾਫੀ ਜ਼ਿਆਦਾ ਚਰਚਾ ਜਿਹੜੀ ਮਾਲ ਮਹਿਕਮੇ ਦੇ ਵਿੱਚ ਉਹ ਚੱਲ ਰਹੀ ਹੈ ਜੀ। ਧੰਨਵਾਦ ਜੀ। ਤੇ ਕੱਲ ਸਵੇਰੇ ਫੇਰ 9:15 ਵਜੇ ਤੁਹਾਡੇ ਨਾਲ ਸਾਂਝ ਪਵੇਗੀ। ਸ਼ੁਭ ਸ਼ਾਮ। ਸ਼ੁਕਰੀਆ ਗਿੱਲ ਸਾਹਿਬ ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ। ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ 2 ਦਿਨਾਂ ਦੇ ਭਾਰਤ ਜਾਂ / ਕਹਿ ਲਓ ਗੁਜਰਾਤ ਦੇ ਦੌਰੇ 'ਤੇ ਨੇ। ਗਾਂਧੀ ਨਗਰ ਦੇ ਵਿੱਚ ਮਹਾਤਮਾ ਗਾਂਧੀ ਦੇ ਆਸ਼ਰਮ ਦੇ ਵਿੱਚ ਜਾ ਕੇ ਉਹਨਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ, ਚਰਖਾ ਵੀ ਚਲਾਇਆ। ਤੇ ਕਰਨ ਕੀ ਪਹੁੰਚੇ ਨੇ ਉਹ, ਇਹ ਵੱਡਾ ਵਿਸ਼ਾ। ਉਹਨਾਂ ਦੀ ਲੀਡਰਸ਼ਿਪ ਪਰਖੀ ਜਾਣੀ ਹੈ। MPs ਨੇ ਇਸ 'ਤੇ ਨਿਰਣਾ ਕਰਨਾ ਕਿ ਉਹ ਲੀਡਰ ਰਹਿ ਸਕਦੇ ਆ ਜਾਂ ਨਹੀਂ, ਕਿਉਂਕਿ ਕੋਵਿਡ ਦੇ ਦੌਰਾਨ ਪਾਰਟੀਆਂ ਬਹੁਤ ਕੀਤੀਆਂ, ਬੜਾ ਇਸ ਦਾ ਰੌਲਾ ਪਿਆ ਹੈ। ਭਾਰਤ ਵੱਲੋਂ ਅਮਰੀਕਾ ਦਾ ਖੁੱਲ੍ਹ ਕੇ ਸਾਥ ਨਾ ਦੇਣਾ ਤੇ ਜਾਂ ਫਿਰ ਮਾਰਚ ਦੇ ਵਿੱਚ 30 ਲੱਖ ਬੈਰਲ ਕਰੂਡ ਤੇਲ ਜਿਹੜਾ ਹੈ, ਕੱਚਾ ਤੇਲ ਰੂਸ ਤੋਂ ਖਰੀਦਣਾ, ਇਸ ਦੀਆਂ ਗੱਲਾਂ ਜਿਹੜੀਆਂ ਹੋਣੀਆਂ ਨੇ। ਵਿਦੇਸ਼ ਮੰਤਰੀ ਮਿਸਟਰ ਜੈ ਸ਼ੰਕਰ ਨੇ ਜਦ ਉਹਨਾਂ ਨੂੰ ਕਿਹਾ ਕਿ ਇਹ ਨਾ ਕਰੋ, ਕਹਿੰਦਾ ਤੁਹਾਡਾ ਯੂਰਪ ਅੱਧੇ ਦਿਨ ਦੇ ਵਿੱਚ ਇੰਨਾ ਤੇਲ ਲੈਂਦਾ, ਉਸ ਤੋਂ ਅਸੀਂ ਕਿਉਂ ਨਹੀਂ ਲੈਣਾ। ਗੁੱਟਬੰਦੀ ਏਸ਼ੀਆ ਦੇ ਵਿੱਚ ਆਉਣ ਵਾਲੇ ਸਮੇਂ 'ਚ ਕਿਵੇਂ ਹੋਣੀ ਆ, ਕਿੱਧਰ ਨੂੰ ਗੱਲ ਜਾਣੀ ਆ, ਚੀਨ ਦੇ ਨਾਲ, ਰੂਸ ਦੇ ਨਾਲ, ਜਾਂ ਉਸ ਹਿੱਸੇ ਦੀ ਵੱਡੀ ਤਾਕਤ ਬਣ ਕੇ ਉੱਭਰ ਰਹੇ ਭਾਰਤ ਨੇ ਕਿਵੇਂ ਰਹਿਣਾ, ਉਹ ਆਪਣੇ ਤੌਰ 'ਤੇ ਸੋਚਣਾ। ਮੇਰੇ ਖਿਆਲ ਸਵਾਰਥ ਦੇ ਤੌਰ ਤੇ ਉਸ ਨੂੰ ਸੋਚਣਾ ਉਸ ਦਾ ਆਪਣਾ ਹੱਕ ਹੈ। ਉਹ ਧਿਰ ਕਿਹਦੀ ਬਣਨਾ ਚਾਹੁੰਦਾ। ਵੱਡੀ ਜਿਹੜੀ ਗੱਲ ਇਹ ਆ ਵੀ ਹਥਿਆਰ ਜਿਹੜੇ ਨੇ ਉਹ ਰੂਸ ਤੋਂ ਭਾਰਤ ਲੈ ਰਿਹਾ ਪਹਿਲਾਂ ਤੋਂ ਹੀ, ਜਦ ਦੇ ਮਿਗ ਸ਼ੁਰੂ ਹੋਏ ਨੇ ਤੇ ਜਦ ਦੀਆਂ ਗੱਲਾਂ। ਤੇ ਹੁਣ ਵੀ ਇਸ ਸੁਨੇਹੇ ਦੇ ਵਿੱਚ ਜਿਹੜਾ ਪਿਛਲੇ ਦਿਨੀ ਨਿਕਲਿਆ ਅਮਰੀਕਾ ਵੱਲੋਂ ਵੀ ਕਿਹੜੀ ਧਿਰ 'ਤੇ ਖੜਨਾ, ਉਸ ਧਿਰ ਨਾ ਬਣਨਾ। ਤੇ ਬੋਰਿਸ ਜੌਨਸਨ ਇਹਦੇ ਵਿੱਚੋਂ ਕੀ ਕੱਢਣਾ ਚਾਹੁੰਦੇ ਨੇ। ਉਹਨਾਂ ਦੀ ਪਾਰਲੀਮੈਂਟ ਦੇ ਵਿੱਚ ਪ੍ਰੀਤੀ ਪਟੇਲ ਦਾ ਬਹੁਤ ਵੱਡਾ ਹੁਣ ਯੋਗਦਾਨ ਹੈ। ਪ੍ਰੀਤੀ ਪਟੇਲ ਜਿਵੇਂ ਇੱਥੇ ਸਾਡੇ ਰਾਜਨੀਤਿਕ ਬੰਦੇ ਤਰੱਕੀਆਂ ਕਰਦੇ ਨੇ, ਉਸ ਤਰ੍ਹਾਂ ਹੀ ਉੱਥੇ ਵੀ ਤਰਮਨਦੀਪ ਸਿੰਘ ਹੋਣੀ ਢੇਸੀ ਨੇ, ਪ੍ਰੀਤੀ ਪਟੇਲ ਵੀ ਨੇ ਜਿਹੜੇ ਤਰੱਕੀ ਕਰ ਰਹੇ ਨੇ। ਉਹਨਾਂ ਨੂੰ ਸੱਜੇ ਪੱਖੀ ਕਈ ਵਾਰ ਉਹਨਾਂ ਦੀ ਆਪੋਜੀਸ਼ਨ ਵਾਲੇ ਕਹਿੰਦੇ ਆ, ਪਰ ਕਈ ਇਹ ਜਿਹੜਾ ਸਾਡਾ ਸੋਚਣਾ ਜਾਂ ਇੱਥੇ ਦੇ ਜੰਮਪਲ ਲੋਕਲ ਜਿਹੜੇ ਕੈਨੇਡੀਅਨ, ਅਮਰੀਕਨ ਜਾਂ ਬ੍ਰਿਟਨ ਦੇ ਵਿੱਚ ਦੂਜੀ ਪੀੜ੍ਹੀ ਆ, ਉਹ ਅਲੱਗ ਤਰੀਕੇ ਨਾਲ ਸੋਚਦੀ ਹੈ। ਉਹ ਹੁਣ ਇਸ ਦੇ ਵਿੱਚ
ਇਸ ਗੇੜੇ ਦੇ ਵਿੱਚ ਕੀ ਬੋਰਿਸ ਜੌਨਸਨ ਉਹਨੇ ਕੱਢਣਾ ਚਾਹੁੰਦੇ ਆ, ਕੀ ਕਰਨਾ ਚਾਹੁੰਦੇ ਆ। ਉਹਨਾਂ ਭਾਰਤ ਦੇ ਆਪਣੇ ਇਸ਼ੂਜ਼ ਨੇ ਜਿਹੜੇ, ਇਹ ਵੀ ਗੱਲ ਚੱਲ ਸਕਦੀ ਆ ਵੀ ਮਿਨੋਰਿਟੀਜ਼ ਨਾਲ ਕੀ ਹੋ ਰਿਹਾ, ਅਤੇ ਇਹਦੇ 'ਤੇ ਪਹਿਲਾਂ ਹੀ ਜਿਹੜੇ ਥਿੰਕ ਟੈਂਕ ਨੇ ਇੱਕ ਦੋ, ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਨਹੀਂ ਇਹ ਸਾਡਾ ਆਪਣਾ ਘਰ ਦਾ ਮਾਮਲਾ, ਬਾਹਰਲੇ ਬੰਦੇ 'ਚ ਦਖਲਅੰਦਾਜ਼ੀ ਨਹੀਂ ਕਰ ਸਕਦੇ ਹੋਏ। ਇਸ 'ਤੇ ਪਹਿਲਾਂ ਹੀ ਜਿਹੜੀ ਸੁਨੇਹਾ ਜਿਹੜਾ ਉਹ ਬਾਹਰ ਹੈ ਕਿ ਇਹ ਨਹੀਂ ਹੋ ਸਕਦਾ ਇਸ ਤਰ੍ਹਾਂ। ਸਾਡੇ ਆਪਣੇ ਵਿਵੇਕ ਮਿਸ਼ਰਾ ਹੋਣੀ ਜਿਹੜੇ ਅਬਜ਼ਰਵਰ ਨੇ ਰਿਸਰਚ ਫਾਊਂਡੇਸ਼ਨ ਥਿੰਕ ਟੈਂਕ ਦੇ ORF ਦੇ, ਉਹਨਾਂ ਨੇ ਕਿਹਾ ਨਹੀਂ ਜੌਨਸਨ ਦੇ ਸਾਡਿਆਂ ਕੰਮਾਂ 'ਚ ਦਖਲਅੰਦਾਜ਼ੀ ਨਹੀਂ ਉਹ ਕਰ ਸਕਦਾ। ਇਹੀ ਗੱਲ ਸਾਰੇ ਦੇਸ਼ ਆਪਣੀ ਸੋਵਰਨਿਟੀ ਦੀ ਗੱਲ ਕਰਦੇ ਆ, ਬਾਹਰਲਾ ਕੋਈ ਬੰਦਾ ਆ ਕੇ ਜਾ ਉਹਨਾਂ ਨੂੰ ਕਹੇ ਤਾਂ ਉਹ ਕਹਿੰਦੇ ਨਹੀਂ ਮੰਨਦੇ ਅਸੀਂ, ਸਾਡੀ ਨਹੀਂ। ਗੁਆਂਢੀ ਦੇਸ਼ ਨੇ ਜਿਹੜੇ, ਉਹਨਾਂ ਦੀ ਕਹਾਣੀ ਜਿਹੜੀ ਹੈ, ਈਸਟਰ ਲੌਂਗ ਵੀਕਐਂਡ ਦਾ ਲੰਘ ਕੇ ਗਿਆ, ਈਸਟਰ ਦੇ ਦਿਨ 3 ਸਾਲ ਹੋ ਗਏ ਬੰਬਿੰਗ ਹੋਈ ਨੂੰ ਸ਼੍ਰੀਲੰਕਾ 'ਚ। ਸ਼੍ਰੀਲੰਕਾ ਜਿਹੜਾ ਉਹ ਇਹ ਇੱਕ ਪਰਿਵਾਰ ਦੇ ਗਲਬੇ ਤੋਂ ਮੁਕਤ ਹੋਣ ਲਈ ਲੋਕ ਟੈਂਟ ਦੇ ਵਿੱਚ ਰਹਿ ਰਹੇ ਨੇ। ਮੈਨੂੰ ਲੱਗਦਾ ਹੈ ਸੂਨਰ ਔਰ ਲੇਟਰ ਇੱਕ ਦਿਨ ਰਾਜਪਕਸੇ ਉਹਨਾਂ ਨੂੰ ਜਾਣਾ ਪੈਣਾ ਉੱਥੋਂ। ਇਲਹਾਨ ਉਮਰ US ਦੀ MP ਜਿਹੜੀ ਕਾਂਗਰਸ ਵੂਮਨ ਹੈ, ਉਹ ਪਾਕਿਸਤਾਨ ਗਈ ਹੋਈ ਹੈ, ਪਾਕਿਸਤਾਨ ਦੇ ਲੀਡਰਾਂ ਨੂੰ ਮਿਲ ਰਹੀ ਹੈ। ਅਤੇ ਨਾਲ ਜਿਹੜੀ ਯਮਨ ਦੇ ਵਿੱਚ, ਯਮਨ ਦਾ ਭਵਿੱਖ ਹੁਣ ਕਿਵੇਂ ਸੈੱਟ ਹੋਣਾ, ਇਸ ਦੀ ਗੱਲ ਬੜੀ ਚੱਲ ਰਹੀ ਹੈ। ਯਮਨ ਦੇ ਜਿਹੜੇ ਵੱਡੇ ਪਲੇਅਰ ਸੀ ਦੁਬਈ ਅਤੇ ਸਾਊਦੀ ਅਰਬ, ਉਹ ਪਿੱਛੇ ਹਟ ਰਹੇ ਨੇ। ਈਰਾਨ ਦੀ ਹੂਦੀ ਜਿਹੜੇ ਵਿਦਰੋਹੀ ਨੇ, ਉਹਨਾਂ ਦੇ ਨਾਲ ਉਹਨਾਂ ਦੀ ਮਦਦ, ਅਤੇ ਅਮਰੀਕਾ ਦਾ ਜਿਹੜਾ ਗੱਭੇ ਜੇ ਰਹਿ ਕੇ ਆਪਣਾ ਕੰਮ ਕਰਨਾ, ਸਾਊਦੀ ਅਰਬ ਦੀ ਜਿੱਤ ਨਾ ਹੋਣੀ, ਕਈ ਚੀਜ਼ਾਂ ਨੇ ਉੱਥੇ। ਹਾਦੀ ਜਿਹੜਾ ਰਾਸ਼ਟਰਪਤੀ ਸੀ, ਜਿਸ ਨੂੰ ਲਈ ਬੈਠੇ ਸੀ ਸਾਊਦੀ ਅਰਬ ਵਾਲੇ, ਅਤੇ ਉਸ ਤੋਂ ਵੀ ਸਾਊਦੀ ਅਰਬ ਪਰਾਂ ਹੋ ਰਿਹਾ। ਹੁਣ ਇਹ ਲੱਗਦਾ ਹੁੰਦਾ ਕਿਸੇ ਵਿਰੋਧੀਆਂ ਨੂੰ ਕੋਈ ਦੇਸ਼ ਸਾਂਭੇ, ਪਰ ਜਦ ਲੱਗੇ ਕਿ ਇਹ ਕੰਮ ਦੇ ਨਹੀਂ ਹੈ, ਕੋਈ ਨਹੀਂ ਵਜ਼ਨ ਰੱਖਣਾ ਚਾਹੁੰਦਾ। ਇੰਟਰਨੈਸ਼ਨਲ ਕਮਿਊਨਿਟੀ ਇੱਕ ਤੌਰ 'ਤੇ, ਅੰਤਰਰਾਸ਼ਟਰੀ ਪਰਿਵਾਰ ਇੱਕ ਤੌਰ 'ਤੇ ਵਿਚਰਦਾ। ਅਤੇ ਯੂਕਰੇਨ ਦੀ ਜੰਗ ਅਤੇ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਦਾ ਜਿਹੜਾ ਪ੍ਰੀਖਣ ਹੈ, ਇਹ ਸਾਊਥ ਕੋਰੀਆ ਲਾ ਲਓ, ਨਾਰਥ ਕੋਰੀਆ ਲਾ ਲਓ, ਚੀਨ ਲਾ ਲਓ, ਇਹ ਕਰਦੇ ਆ। ਅਮਰੀਕਾ ਦੇ ਕੋਲ ਵੀ ਸਾਰਾ ਕੁਛ ਹੈ, ਪਰ ਇਹ ਪ੍ਰਦਰਸ਼ਨ ਨਹੀਂ ਇਸ ਤਰ੍ਹਾਂ ਕਰਦੇ। ਰੂਸ ਨੇ, ਵਲਾਦੀਮੀਰ ਪੁਤਨ ਨੇ ਕਿਹਾ ਕਿ ਵਿਰੋਧੀਆਂ ਨੂੰ ਜਿਹੜੇ ਸਾਡੇ ਖਿਲਾਫ ਬੋਲਦੇ ਨੇ, ਉਹਨਾਂ ਲਈ ਇਹ ਵਧੀਆ ਖਾਣਾ। ਇਹ ਚਲੋ ਪਹਿਲਾਂ ਵੀ ਉਹਨਾਂ ਕੋਲ ਇੱਕ ਮਹਾਦੀਪ ਤੋਂ ਦੂਜੇ ਮਹਾਦੀਪ 'ਚ ਜਾਣ ਦਾ ਜਿਹੜਾ ਪਹਿਲਾਂ ਵੀ ਉਹਨਾਂ ਕੋਲ ਮਿਜ਼ਾਈਲਾਂ ਹੈਗੀਆਂ ਨੇ, ਕੋਈ ਨਵੀਂ ਚੀਜ਼ ਨਹੀਂ ਹੈ। ਫਰਾਂਸ ਦੇ ਵਿੱਚ ਲੋਕ ਇਸ ਵੀਕਐਂਡ 'ਤੇ ਦੂਜੇ ਗੇੜ ਦੀਆਂ ਵੋਟਾਂ ਰਾਸ਼ਟਰਪਤੀ ਲਈ ਪਾ ਰਹੇ ਆ। ਮੈਕਰੋਨ ਅਤੇ ਲਿਪੈਨ, ਉਹਨਾਂ ਦੀ ਕੱਲ੍ਹ ਇੱਕ ਡਿਬੇਟ ਹੋਈ, ਸਿੱਧੀ ਗੱਲ ਫਸੀ। ਲਿਪੈਨ ਜੇ ਜਿੱਤਦੀ ਆ, ਸੱਜੇ ਪੱਖੀ ਜਿਸ 'ਤੇ ਦੋਸ਼ ਨੇ ਮਿਨੋਰਿਟੀ ਦੇ ਖਿਲਾਫ, ਖਾਸ ਤੌਰ 'ਤੇ ਮੁਸਲਮਾਨ ਲੋਕਾਂ ਦੇ, ਉਹ ਕਹਿੰਦੀ ਹਿਜ਼ਾਬ ਨਹੀਂ ਮੈਂ ਪਾਉਣ ਦੇਣਾ ਜੇ ਮੈਂ ਜਿੱਤ ਗਈ ਸਾਫ਼। ਜਿਵੇਂ ਕੁਬੈਕ ਦੇ ਵਿੱਚ, ਕੁਬੈਕ 'ਚ ਤੁਸੀਂ ਵੇਖਿਆ ਸੋ ਕਾਲਡ ਇਹ ਸਰਕਾਰਾਂ ਜਸਟਨ ਟਰੂਡੋ ਵਰਗੇ ਜਾ ਕੇ ਯੂਕਰੇਨ ਦੇ ਵਿੱਚ ਯੂਨਾਈਟਿਡ ਨੇਸ਼ਨ 'ਚ ਮੱਤਾਂ ਦਿੰਦੇ ਆ ਆਪਣੇ ਘਰ ਦੇ ਵਿੱਚ, ਅਤੇ ਉਸ ਬਿੱਲ ਦੇ ਖਿਲਾਫ ਨਹੀਂ ਬੋਲਦੇ ਜਿਹਦੇ ਵਿੱਚ ਕੋਈ ਵੀ ਧਾਰਮਿਕ ਬੰਦਾ ਆਪਣੇ ਸਿਰ 'ਤੇ ਜਾਂ ਗਲ ਦੇ ਵਿੱਚ ਇਹੋ ਜਿਹਾ ਚਿੰਨ੍ਹ ਪਹਿਨ ਕੇ ਸਰਕਾਰੀ ਨੌਕਰੀ ਨਹੀਂ ਕਰ ਸਕਦਾ ਜਿਹਦੇ 'ਤੇ ਉਸਦੇ ਧਰਮ ਦਾ ਪਤਾ ਲੱਗੇ। ਸੈਕੂਲਰ ਬਿੱਲ ਦੇ ਥੱਲੇ ਉਹਨਾਂ ਨੇ ਮਿਨੋਰਿਟੀਜ਼ ਦਾ ਗਲਾ ਘੁੱਟਿਆ। ਫਰਾਂਸ ਦੇ ਵਿੱਚ ਇਸੇ ਤਰ੍ਹਾਂ ਹੀ ਲਿਪੈਨ ਜਿਹੜੀ ਰਾਈਟ ਵਿੰਗ ਆਈਡੀਓਲੋਜੀ ਨੂੰ, ਉਹ ਕਹਿੰਦੀ ਮੈਂ ਹਿਜ਼ਾਬ ਵਗੈਰਾ ਮੈਂ ਨਹੀਂ ਪਾਉਣ ਦਿੰਦੀ ਪਬਲਿਕ ਪਲੇਸਿਸ 'ਤੇ, ਅਤੇ ਬਹੁਤ ਚੈਲੰਜ ਹੈ। ਪਰ ਮੈਕਰੋਨ ਜਿਹੜਾ ਹੁਣ ਦਾ ਰਾਸ਼ਟਰਪਤੀ ਆ, ਉਹਦੇ ਜਿੱਤਣ ਦੇ ਚਾਂਸ ਨੇ, ਪਰ ਡਿਬੇਟ ਬੜੀ ਸਖਤ ਹੋਈ। ਅੰਗਰੇਜ਼ੀ ਦੇ ਵਿੱਚ ਤਰਜਮਾ ਸੀ ਉਸਦਾ, ਨਾਲ ਸਿੱਧੀਆਂ ਹੋਈਆਂ ਗੱਲਾਂ, ਆਰਥਿਕਤਾ ਦੀ ਗੱਲ ਹੋਈ, ਅਤੇ ਖਾਸ ਤੌਰ 'ਤੇ ਬਹੁਤ ਤਿਆਰ ਸੀ ਮੈਕਰੋਨ। ਜਦ ਤੁਸੀਂ ਗੱਦੀ 'ਤੇ ਬੈਠੇ ਹੁੰਦੇ ਹੋ, ਬਹੁਤ ਚੀਜ਼ਾਂ ਜਿਹੜੀਆਂ ਤੁਹਾਡੇ ਹੱਥ 'ਚ ਹੁੰਦੀਆਂ ਨੇ। ਵੱਡੀ ਗੱਲ ਜਿਹੜੀ ਉਹਨੇ
ਇਸਲਾਮ ਨੂੰ ਪ੍ਰੋਟੈਕਟ ਕਰਨ ਦੀ ਗੱਲ ਕੀਤੀ, ਉਸ 'ਤੇ ਘੱਟ ਗਿਣਤੀ ਦੀਆਂ ਵੋਟਾਂ ਉੱਧਰ ਨੂੰ ਜਾਣਗੀਆਂ। ਚੀਨ ਵੱਲੋਂ ਸੋਲੋਮਨ ਆਈਲੈਂਡ ਦੇ ਨਾਲ ਕੀਤਾ ਸਮਝੌਤਾ ਜਿਹੜਾ ਹੈ ਉਹ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੂੰ ਬਹੁਤ ਤੰਗ ਕਰ ਰਿਹਾ। ਆਸਟ੍ਰੇਲੀਆ ਨੇ ਬਹੁਤ ਮਦਦ ਕੀਤੀ ਸੀ ਇਸ 100 ਦੇ ਕਰੀਬ ਟਾਪੂਆਂ ਵਾਲੇ ਦੇਸ਼ 'ਚ, ਅਤੇ ਹੁਣ ਉਹ ਚੀਨ ਦੇ ਨਾਲ ਉਸਨੇ ਲੌਂਗ ਟਰਮ ਜਿਹੜਾ ਸਮਝੌਤਾ ਕੀਤਾ, ਉਸ ਸਮਝੌਤੇ ਦੇ ਤਹਿਤ ਬਸ ਫਿਰ ਉਹ ਅੱਗੇ ਨੂੰ ਹੁਣ ਚੀਨ ਦੀ ਫੌਜ, ਚੀਨ ਇੱਕ ਬੰਦਰਗਾਹ ਬਣਾਉਣ ਦੀ ਗੱਲ ਚੱਲ ਰਹੀ ਹੈ, ਰਨਵੇ ਦੀ ਗੱਲ ਚੱਲ ਰਹੀ ਹੈ। ਇਹ ਇਸ 'ਤੇ ਸਿਕਿਉਰਿਟੀ ਪੈਕਟ ਜਿਹੜਾ ਇਹ ਹੋਇਆ ਚੀਨ ਅਤੇ ਸੋਲੋਮਨ ਆਈਲੈਂਡ ਦਾ, ਇਸ 'ਤੇ ਬੜੇ ਜਿਹੜੇ ਨੇ ਖਫਾ ਨੇ ਦੋਨੇ ਦੇਸ਼, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ। ਈਵਨ ਫਾਈਵ ਆਈਜ਼ ਆਪਾਂ ਵੀ ਉਹਦੇ ਵਿੱਚ ਹਾਂ, ਬ੍ਰਿਟਨ ਅਤੇ ਨਾਲ ਅਮਰੀਕਾ, ਉਹ ਵੀ ਦੁਖੀ ਨੇ। ਅਤੇ ਇਸ ਦੇ ਵਿੱਚ ਚੀਨ ਨੇ ਆਸਟ੍ਰੇਲੀਆ ਤੋਂ ਹਟ ਕੇ ਇਸ ਨੂੰ ਕਿਵੇਂ ਕੀਤਾ ਹੈ ਇਹ ਪਤਾ ਨਹੀਂ ਲੱਗਣ ਦਿੱਤਾ ਉਹਨਾਂ ਨੇ, ਪਰ ਜਿਹੜੇ ਨੇ ਦਸਤਖਤ ਹੋ ਚੁੱਕੇ ਨੇ। ਚਾਈਨਾ ਸਾਊਥ ਚਾਈਨਾ ਸੀ ਦੇ ਵਿੱਚ ਪਹਿਲਾਂ ਹੀ ਐਕਸਪੈਂਡ ਕਰ ਰਿਹਾ। ਮੈਂ ਤੁਹਾਨੂੰ ਅੱਗੇ ਵੀ ਇੱਕ ਦਿਨ ਦੱਸਿਆ, ਜਿਹੜੀ ਸਾਊਥ ਚਾਈਨਾ ਸੀ ਦੇ ਵਿੱਚ ਲੜਾਈ ਜਿਹੜੀ ਹੈ ਉਹ ਉੱਥੇ ਤਰੱਕੀ ਵਾਲੇ ਪਾਸੇ ਨੂੰ, ਦ ਬੈਟਲ ਆਫ ਪੈਸੀਫਿਕ ਜਿਹੜੀ ਉਹ ਹੋ ਸਕਦੀ ਹੈ, ਉੱਥੇ ਸਾਰੇ ਜ਼ੋਰ ਕਰ ਰਹੇ ਨੇ। ਮੱਛੀਆਂ, ਤੇਲ, ਗੈਸ, ਬਹੁਤ ਵੱਡੀ ਫਿਸ਼ਿੰਗ ਇੰਡਸਟਰੀ ਹੈ ਉਹਦੇ 'ਚ। 155 ਮਿਲੀਅਨ 15,500 ਕਰੋੜ ਸਕੁਅਰ ਕਿਲੋਮੀਟਰ ਦਾ ਏਰੀਆ ਜਿਹੜਾ ਏਸ਼ੀਅਨ ਪੈਸੀਫਿਕ ਰਿਮ ਇੱਥੋਂ ਕੰਟਰੋਲ ਹੋਊਗਾ ਪਾਣੀਆਂ ਦੇ ਵਿੱਚੋਂ, ਕਿਉਂਕਿ ਦੁਨੀਆ ਦੇ ਵਿੱਚ ਉੱਥੋਂ ਠਿੱਲਣਾ, ਖਾਸ ਤੌਰ 'ਤੇ ਚੀਨ ਨੂੰ ਇਸ ਹਿੱਸੇ ਦੇ ਵਿੱਚ ਕੰਟਰੋਲ। 17,000 ਉਹਦੀਆਂ ਮਛੇਰਿਆਂ ਦੀਆਂ ਉਹਦੇ ਕੋਲ ਕਿਸ਼ਤੀਆਂ ਨੇ ਜਿਹੜੀਆਂ 17,000 ਨੇ, ਅਤੇ ਜਾਪਾਨ ਅਤੇ ਸਾਊਥ ਕੋਰੀਆ ਦੋਨਾਂ ਕੋਲ 2500 ਨੇ। ਚੀਨ ਬਹੁਤ ਹਿੱਸਾ ਵੱਡਾ ਸਾਊਥ ਚਾਈਨਾ ਸੀ 'ਚੋਂ ਲੈ ਰਿਹਾ। ਉਹਨੇ ਆਪਣੀਆਂ ਉਹਦੇ 'ਚ ਬੰਦਰਗਾਹਾਂ ਅਤੇ ਮਿੱਟੀ ਭਰ ਕੇ ਆਪਣੇ ਟਾਪੂ, ਬਹੁਤ ਕੁਝ ਉਹਨੇ ਬਣਾਇਆ। ਹੁਣ ਉਸ 'ਤੇ ਸਾਊਥ ਕੋਰੀਆ, ਤਾਇਵਾਨ, ਜਾਪਾਨ ਆਪਣੇ ਆਪ ਨੂੰ ਆਰਮ ਕਰ ਰਿਹਾ, ਵੀਅਤਨਾਮ। ਅਤੇ ਜਾਪਾਨ ਨੇ ਦਾ ਹੈਲੀਕਾਪਟਰ ਕੈਰੀਅਰ ਉਹਨੇ ਲਾਈਟ ਏਅਰਕ੍ਰਾਫਟ ਕੈਰੀਅਰ ਦੇ ਵਿੱਚ ਕਨਵਰਟ ਕੀਤਾ, ਜਿਹੜਾ ਲੇਟੈਸਟ F-35 ਸਟੈਲਥ ਫਾਈਟਰ ਜੈਟਸ ਉਹਦੇ 'ਤੇ ਹੋਣਗੇ ਅਮਰੀਕਾ ਦੇ। ਅਤੇ ਅਮਰੀਕਾ ਨੂੰ ਉਹਨੇ ਕਿਹਾ ਵੀ ਉਹ ਵੀ ਮਿਜ਼ਾਈਲਾਂ ਬੀੜ ਦੇ ਮੇਰੇ ਲਿਆ ਕੇ, ਜੇ ਬੀੜਨੀਆਂ ਨੇ। ਆਸਟ੍ਰੇਲੀਅਨ ਜਿਹੜੀਆਂ ਨਿਊਕਲੀਅਰ ਸਬਜ਼ ਨੇ, ਪਣਡੁੱਬੀਆਂ ਨਿਊਕਲੀਅਰ ਪਾਵਰਡ ਨੇ, ਉਹ ਜਿਹੜੀਆਂ ਨੇ ਉਹ ਇਸ ਏਰੀਏ 'ਚ ਗਸ਼ਤ ਕਰਨਗੀਆਂ। ਖਾਸਾ ਕੁਛ ਜਿਹੜਾ ਹੋ ਰਿਹਾ ਇਹਦੇ 'ਤੇ ਇੱਕ ਪੂਰਾ ਇੱਕ ਮੈਂ ਸ਼ੋਅ ਕਰਨਾ ਚਾਹੁੰਦਾ, ਜਿਹੜੀ ਬੈਟਲ ਆਫ ਪੈਸੀਫਿਕ ਹੈ ਇਹ ਕਿੱਧਰ ਨੂੰ ਜਾਏਗੀ। ਜਿਹੜੀ ਮੈਂ ਗੱਲ ਤੁਹਾਡੇ ਨਾਲ ਅਗਲੀ ਕਰਨੀ ਆ ਉਹ ਇਹ ਹੈ ਬਈ, ਲਿਬਰਲ ਤੇ ਜਗਮੀਤ ਸਿੰਘ ਦੀ ਜਿਹੜੀ ਡੀਲ ਹੋਈ ਹੈ ਵੀ 2025 ਤੱਕ ਸਰਕਾਰ ਨਹੀਂ ਤੋੜਾਂਗੇ, ਲੋਕਾਂ 'ਤੇ ਵਜ਼ਨ ਨਹੀਂ ਪਾਵਾਂਗੇ, ਪਰ ਸ਼ਰਤਾਂ ਨੇ ਕੁਛ। ਇਸ ਦੇ ਵਿੱਚ ਜਗਮੀਤ ਸਿੰਘ ਹੋਣੀ ਕੀ ਕਰਾਉਣਾ ਚਾਹੁੰਦੇ? ਸਭ ਤੋਂ ਪਹਿਲੀ ਗੱਲ, ਡੈਂਟਲ ਕੇਅਰ ਪ੍ਰੋਗਰਾਮ ਦੇ ਵਿੱਚ ਉਹ ਕਹਿੰਦੇ ਆ ਵੀ ਆਹ ਸਾਲ 12 ਸਾਲ ਉਸ ਤੋਂ ਛੋਟੇ ਬੱਚਿਆਂ ਦਾ ਡੈਂਟਲ ਫ੍ਰੀ, ਅਗਲੇ ਸਾਲ 18 ਸਾਲ ਤੋਂ ਛੋਟੇ ਸੀਨੀਅਰਸ ਅਤੇ ਜਿਨ੍ਹਾਂ ਨੂੰ ਡਿਸੇਬਿਲਟੀ ਹੈ, ਅਤੇ ਉਹ ਪਰਿਵਾਰ ਜਿਹੜੇ $90,000 ਜਾਂ ਉਸ ਤੋਂ ਘੱਟ ਕਮਾਉਂਦੇ ਆ ਉਹਨਾਂ ਲਈ ਇਹ ਰਿਆਇਤਾਂ, ਅਤੇ ਜਿਹੜਾ ਇਕੱਲਾ ਕੋਈ ਕਮਾਉਂਦਾ 70,000 ਉਦੋਂ ਥੱਲੇ। ਯੂਨੀਵਰਸਲ ਨੈਸ਼ਨਲ ਫਾਰਮਾ ਕੇਅਰ ਪ੍ਰੋਗਰਾਮ, ਅਤੇ ਅਗਲੇ ਸਾਲ ਫਾਰਮਾ ਕੇਅਰ ਲੈਜਿਸਲੇਸ਼ਨ ਪਾਸ ਕਰੋ, ਅਤੇ ਨਾਲ ਇਹਦੇ ਨੈਸ਼ਨਲ ਡਰੱਗ ਏਜੰਸੀ ਜਿਹੜੀ ਬਲਕ ਦੇ ਵਿੱਚ ਦਵਾਈਆਂ ਖਰੀਦੇਗੀ, ਮਤਲਬ ਦਵਾਈਆਂ ਫਰੀ ਦੀ ਕਹਾਣੀ ਹੈ। ਪ੍ਰੋਵਿੰਸ਼ੀਅਲ ਹੈਲਥ ਕੇਅਰ ਸਿਸਟਮ
ਦੇ ਵਿੱਚ ਡਾਕਟਰ, ਨਰਸਿਸ ਤੇ ਮੈਂਟਲ ਹੈਲਥ ਸਪੋਰਟਸ ਦੇ ਲਈ ਹੋਰ ਫੰਡਿੰਗ। ਲੌਂਗ ਟਰਮ ਕੇਅਰ ਐਕਟ ਜਿਹ 'ਚ ਹੋਰ ਫੰਡਿੰਗ ਹੋਏਗੀ, ਜਿਵੇਂ ਕੋਵਿਡ-19 ਦੇ ਵਿੱਚ ਲੌਂਗ ਟਰਮ ਕੇਅਰ ਦੇ ਵਿੱਚ ਬਜ਼ੁਰਗਾਂ ਦਾ ਮਾੜਾ ਹਾਲ ਕੈਨੇਡਾ ਦੀ ਮਿਲਟਰੀ ਨੇ ਜਾ ਕੇ ਵੇਖਿਆ। ਅਫੋਰਡੇਬਿਲਿਟੀ ਦੀ ਗੱਲ, ਅਰਲੀ ਲਰਨਿੰਗ ਤੇ ਚਾਈਲਡ ਕੇਅਰ ਐਕਟ ਇਸੇ ਸਾਲ ਪਾਸ ਹੋਣਾ ਹੈ। ਫੈਡਰਲ ਤੇ ਪ੍ਰੋਵਿੰਸ਼ਲ ਸਰਕਾਰਾਂ ਦੇ ਵਿੱਚ ਐਗਰੀਮੈਂਟ ਸਾਈਨ ਹੋਣਗੇ ਤੇ ਲੌਂਗ ਟਰਮ ਫੈਡਰਲ ਫੰਡਿੰਗ ਜਿਹੜੀ ਹੋਏਗੀ ਉਹ ਇਹਨਾਂ ਦੇ ਵਿੱਚ ਨਾਨ ਪ੍ਰੋਫਿਟ ਸਪੇਸਿਸ 'ਤੇ। ਕਲਾਈਮੇਟ ਚੇਂਜ ਦੀ ਗੱਲ ਹੋਏਗੀ, ਲੇਬਰ ਦੀ ਗੱਲ ਕਿ ਵਰਕਰ ਨੂੰ 10 ਦਿਨ ਪੇਡ ਸਿਕ ਲੀਵ ਹਰ ਸਾਲ ਮਿਲੇਗੀ, ਅਤੇ ਨਾਲ ਨਾਨ ਯੂਨੀਅਨਾਈਜ਼ ਜਿਹੜੀਆਂ ਕੰਪਨੀਆਂ ਨੇ ਉਹਨਾਂ ਲਈ ਇਲੀਗਲ ਹੋਏਗਾ ਕਿ ਉਹ ਇੱਕ ਵਰਕਰ ਦੀ ਜਗ੍ਹਾ ਉਸੇ ਕੰਮ ਤੇ ਦੂਜਾ ਵਰਕਰ ਰੱਖਣ, ਵੀ ਕੱਢ ਨਾ ਸਕਣ। ਮੁੜ ਵਸੇਬੇ ਲਈ ਰੀਕਨਸੀਲੀਏਸ਼ਨ ਦੀ ਗੱਲ ਜਿਹੜੀ ਮੂਲ ਵਾਸੀਆਂ ਲਈ, ਉਹਦੇ ਵਿੱਚ ਇਹ ਗੱਲ ਹੈ ਟੈਕਸ ਦਾ ਸਿਸਟਮ ਜਿਹੜਾ ਹੈ ਉਹ ਪ੍ਰੋਫਿਟਸ ਤੇ ਟੈਕਸ ਹੋਰ, ਓਨਰਸ਼ਿਪ ਦੀ ਰਜਿਸਟਰੀ 2023 ਦੇ ਵਿੱਚ ਜਿਹੜਾ ਹਰ ਇੱਕ ਨੂੰ ਐਕਸੈਸ ਹੋਵੇ, ਤੇ ਨਾਲ ਇਲੈਕਸ਼ਨ ਕੈਨੇਡਾ ਦੇ ਨਾਲ ਕਮਿਟਮੈਂਟ 3 ਦਿਨ ਦਾ ਵੋਟਿੰਗ ਦਾ ਟਾਈਮ ਹੋਵੇ, ਤੇ ਜਿਹਦੇ 'ਚ ਹਰ ਇੱਕ ਬੰਦਾ ਵੋਟ ਪਾਵੇ। ਫਾਈਨ ਦੀ ਵੀ ਗੱਲ ਇਹਦੇ 'ਚ ਹੋਏਗੀ, ਤੇ ਇਲੈਕਸ਼ਨ ਰੂਲਸ ਜਿਹੜੇ ਨੇ ਚੋਣਾਂ ਦੇ ਕਿਸੇ ਵੀ ਪੋਲਿੰਗ ਪਲੇਸ 'ਤੇ ਉਹਨਾਂ ਦੇ ਆਪਣੇ ਡਿਸਟ੍ਰਿਕਟ ਦੇ ਵਿੱਚ, ਇਲੈਕਟੋਰਲ ਡਿਸਟ੍ਰਿਕਟ ਦੇ ਵਿੱਚ ਕਿਤੇ ਵੀ ਵੋਟ ਪਾਵੇ। ਮੇਲ ਇਨ ਬੈਲਟ ਜਿਹੜੇ ਨੇ ਉਹਨਾਂ ਲਈ ਹੋਰ ਸੌਖਾ ਕੀਤਾ ਜਾਵੇ। ਵਿਨ ਵਿਨ ਕਹਾਣੀ ਹੈ ਇਹਦੇ ਵਿੱਚ, ਜਿੱਥੇ ਛੇਤੀ ਕੀਤੇ ਬਈ ਵੋਟਾਂ ਨਾ ਪੈਣ, ਘੱਟ ਗਿਣਤੀ ਦੀ ਸਰਕਾਰ 2 ਸਾਲਾਂ 'ਚ ਟੁੱਟੇ ਨਾ, 19 ਵਾਲੀਆਂ 21 'ਚ ਪੈ ਗਈਆਂ, 19 ਦੀਆਂ 23 'ਚ ਪੈਣੀਆਂ ਸੀ, 23 ਦੇ ਵਿੱਚ ਦੁਬਾਰਾ ਇਲੈਕਸ਼ਨ ਨਾ ਆ ਜਾਵੇ, ਇਹਦੇ ਲਈ ਜਗਮੀਤ ਸਿੰਘ ਨੇ ਇਹ ਸੈੱਟ ਕੀਤਾ ਹੈ। ਡੇ ਟੂ ਡੇ ਹੈ, ਕੋਈ ਪੱਕੀ ਸਪੋਰਟ ਨਹੀਂ ਗੱਲ ਹੋਊਗੀ ਤਾਂ ਉਹ ਬੇਭਰੋਸਗੀ ਦਾ ਮਤਾ ਲਿਆ ਸਕਦੇ ਆ। ਅਪੋਜੀਸ਼ਨ ਦੇ ਵਿੱਚ ਕੰਜ਼ਰਵੇਟਿਵ ਦੇ ਕੈਂਡੀਡੇਟਸ ਨੇ ਇਹਦੇ 'ਤੇ ਤਿੱਖਾ ਪ੍ਰਤੀਕਰਮ ਕੀਤੇ। ਹਾਲਾਂਕਿ ਇਸ ਮਹੀਨਾ ਪੁਰਾਣੀ ਖਬਰ ਹੈ, ਪੀਅਰ ਪੋਲੀਐਵ ਨੇ ਇਹਦੇ 'ਤੇ ਕਿਹਾ ਵੀ ਨੋ, ਇਹਦੇ ਨਾਲ ਲੋਕਤੰਤਰ ਦੀਆਂ ਜੜ੍ਹਾਂ ਹਿਲਦੀਆਂ ਨੇ। ਜਾਂ ਸ਼ਰੇ ਨੇ ਵੀ ਇਹੀ ਗੱਲ ਕੀਤੀ ਵੀ ਇਹ ਕੀ ਕਹਾਣੀ, ਮਿਨੋਰਿਟੀ ਮੀਨਸ ਮਿਨੋਰਿਟੀ, ਲੋਕਾਂ ਨੇ ਵੋਟਾਂ ਪਾਈਆਂ, ਘੱਟ ਗਿਣਤੀ ਦੀ ਸਰਕਾਰ ਨੂੰ ਉਹਨਾਂ ਨੂੰ ਸਜ਼ਾ ਦਿੱਤੀ ਹੈ ਨਾ ਕੰਮ ਕਰਨ ਦੀ। ਇਹਦੇ 'ਚ ਥੰਮੀਆਂ ਦੇ ਕੇ ਪੱਕਾ ਉਹਨਾਂ ਨੂੰ ਕਰਨ ਦੇ ਨਾਲ ਇਹ ਕੀ ਮਤਲਬ ਹੈ? ਹੁਣ ਇਹਦੇ 'ਚ ਜੇ ਦੇਖੀਏ ਤਾਂ ਇਹ ਜਿਹੜੀ ਡੀਲ ਹੈ, ਡੀਲ ਦੇ ਵਿੱਚ ਜਿੱਥੇ ਜਗਮੀਤ ਸਿੰਘ ਇਹ ਨਾਮਣਾ ਖੱਟਣ ਦੀ ਕੋਸ਼ਿਸ਼ ਕਰਨਗੇ ਕਿ ਦੇਖੋ ਮੈਂ ਕਰਾ ਕੇ ਦਿੱਤਾ ਲੋਕਾਂ ਨੂੰ, ਉਹਨਾਂ ਦਾ ਪੱਖ ਸੁਧਰੇਗਾ, ਅਕਸ ਸੁਧਰੇਗਾ। ਉੱਧਰ ਟਰੂਡੋ ਹੋਣੀ ਵੀ ਕਹਿਣਗੇ ਵੀ ਦੇਖੋ ਮੈਂ ਕੈਨੇਡੀਅਨਸ ਲਈ ਆਹ ਕੁਛ ਕਰਕੇ ਦਿੱਤਾ। ਪਰ ਜਿਹੜੀਆਂ ਪਾਰਟੀ ਦੇ ਵਿੱਚ ਵਿਦਨ ਪਾਰਟੀ ਕੈਂਡੀਡੇਟ ਜਿਹੜੀ NDP ਦੇ ਵਿੱਚ ਬਾਕੀ ਕੌਕਸ, ਬਾਕੀ ਵਰਕਰ ਕਿਸ ਤਰ੍ਹਾਂ ਸੋਚਦੇ ਵੀ ਜਗਮੀਤ ਸਿੰਘ ਹੋਣੀ ਇਹ ਕਰਨਾ ਚਾਹੀਦਾ ਜਾਂ ਨਹੀਂ, ਇਹ ਵੀ ਗੱਲ ਇੱਕ ਸੋਚਣ ਵਾਲੀ ਹੈ। ਸੋ ਇਹ 7 ਜਿਹੜੀਆਂ ਮੇਨ ਪਾਲਿਸੀਜ਼ ਦੇ ਏਰੀਏ ਸੀ ਜਿਹਦੇ ਵਿੱਚ ਇਹ ਸੁਲ੍ਹਾ ਹੋਈ ਹੈ। ਹੁਣ ਕਿੰਨਾ ਚਿਰ ਚੱਲਦੀ ਹੈ ਸੁਲ੍ਹਾ, ਇਹ ਸਮਾਂ ਦੱਸੇਗਾ। ਘੱਟ ਗਿਣਤੀ ਦੀਆਂ ਸਰਕਾਰਾਂ ਚੱਲ ਜਾਂਦੀਆਂ ਨੇ, ਜਿਵੇਂ BC ਤੇ ਗ੍ਰੀਨ ਚੱਲੀਆਂ ਸੀ, ਇੱਕ ਦੂਜੇ ਨਾਲ ਉਹਨਾਂ ਨੇ ਸੁਲ੍ਹਾ ਕਰ ਲਈ। ਇਹ ਤਾਂ ਨੇੜੇ ਜਾ ਕੇ ਜਦ ਦੇਖਿਆ ਚਲੋ ਵੋਟਾਂ ਦਾ ਵਰ੍ਹਾ ਹੀ ਆ ਗਿਆ, 21 ਆ ਗਿਆ, ਤਾਂ ਉਹਨਾਂ ਨੇ ਕੁਝ ਮਹੀਨੇ ਪਹਿਲਾਂ 20 ਦੇ ਵਿੱਚ ਕਰਾਤੀਆਂ ਇਲੈਕਸ਼ਨ। ਨਾਲੇ ਰਾਜਨੀਤਿਕ ਬੰਦੇ ਜਦ ਇਹਨਾਂ ਨੇ ਦੇਖਿਆ ਵੀ ਹੁਣ ਜਿਹੜਾ ਬੀਜ ਸਿੱਟਣ ਵਾਲਾ ਸਮਾਂ ਹੈ, ਇਹ ਨਹੀਂ ਕਹਾਣੀ ਹੈ ਬਈ ਸਰਕਾਰ ਤੋੜਿਆਂ ਹੀ ਟੁੱਟੂਗੀ।
ਲਿਬਰਲਸ ਨੂੰ ਲੱਗਿਆ ਕਿ ਅਸੀਂ ਸੂਤ ਆ, ਉਹ ਖੁਦ ਵੀ ਇਲੈਕਸ਼ਨ ਕਾਲ ਕਰ ਦਿੰਦੇ ਆ। ਪਿਛਲੀ ਵਾਰ ਇਸ ਤਰ੍ਹਾਂ ਹੀ ਹੋਇਆ। ਸਰੀ ਦੇ ਵਿੱਚ ਫੈਡਰਲ ਜਿਹੜੇ ਹੋਰ 1 ਜਾਂ 2 ਸੀਟਾਂ ਆ ਸਕਦੀਆਂ ਨੇ, 2 ਸੀਟਾਂ ਹੀ ਪ੍ਰੋਵਿੰਸ਼ਲ ਆ ਸਕਦੀਆਂ ਨੇ। ਨਵੀਆਂ ਸ਼ਹਿਰ ਵੱਡਾ ਹੋ ਰਿਹਾ, ਸੀਟਾਂ ਤਾਂ ਆ ਰਹੀਆਂ ਨੇ, MLA ਤੇ MP ਦੀਆਂ ਨਵੀਆਂ ਸੀਟਾਂ ਆ ਜਾਣਗੀਆਂ, ਪਰ ਸ਼ਹਿਰ ਦਾ ਐਕਸੈਸ, ਸ਼ਹਿਰ ਦੇ ਵਿੱਚ ਸਹੂਲਤਾਂ, ਇਹਦੇ 'ਤੇ ਨਿਗਾਹ ਰੱਖਣ ਦੀ ਲੋੜ ਹੈ। ਮਿਊਨਿਸਪੈਲਿਟੀ ਦਾ ਇੱਕ ਅਧਿਕਾਰ ਖੇਤਰ ਆ, ਪਰ ਫੰਡਿੰਗ ਜਿਹੜੀ ਹੈ ਫੈਡਰਲ ਤੇ ਪ੍ਰੋਵਿੰਸ਼ਲ, ਉਹ ਜਿਹੜੀ ਆਉਣੀ ਹੈ ਉਹਦੇ 'ਤੇ ਜਵਾਬਦੇਹੀ MPਆਂ ਤੇ MLAਆਂ ਦੀ ਆ। ਇਹਨਾਂ ਰੁਤਬਿਆਂ 'ਤੇ ਰਹਿੰਦੇ ਹੋਏ ਸ਼ਹਿਰ ਦਾ ਕੀ ਸਵਾਰਿਆ, ਇਹ ਵੀ ਸਾਰਿਆਂ ਨੂੰ ਰਿਪੋਰਟ ਕਾਰਡ 'ਤੇ ਪੁੱਛਣਾ ਚਾਹੀਦਾ। ਜਦ ਵੀ, ਕਿਉਂਕਿ ਭਾਈਚਾਰਾ ਸੁਣਦਾ, ਭਾਈਚਾਰੇ ਨੂੰ ਗੱਲਾਂ ਕਰ ਸਕਦੇ। ਅਸੀਂ ਵੋਟਾਂ ਪਾਉਣ ਦਾ ਢੰਗ ਤਰੀਕਾ ਅਲੱਗ ਵਰਤ ਲਿਆ। ਉਹ ਇਹ ਆ ਵੀ ਮੇਰੀ ਠੀਕ ਵਾ ਅਤੇ ਮੈਨੂੰ ਕੰਮਾਂ ਕੁੰਮਾਂ ਦੀ ਕਹਾਣੀ ਨਹੀਂ ਹੈ, ਮੇਰੇ ਕੰਮ ਹੁੰਦੇ ਆ ਅਤੇ ਮੈਨੂੰ ਨਹੀਂ। ਪਰ ਉਸ ਚੁਗਿਰਦੇ ਦੇ ਵਿੱਚ ਜਿੱਥੇ ਬਾਕੀ 70% ਲੋਕਾਂ ਦਾ ਮਾੜਾ ਹਾਲ ਹੋ ਜਾਵੇ, ਬਿਜ਼ਨਸ ਦਾ, ਲੋਕਾਂ ਦੇ ਰਹਿਣ ਸਹਿਣ ਦਾ, ਉੱਥੇ ਫਿਰ ਉਹ 30% ਨਹੀਂ ਬਚਦੇ ਹੁੰਦੇ। ਇਹ ਕਦੇ ਵੀ ਨਹੀਂ ਦੁਨੀਆ 'ਚ ਹੋਇਆ, ਦੁਨੀਆ ਦੀ ਸੱਭਿਅਤਾ ਦੇ ਵਿੱਚ ਵੀ ਇੱਕ ਘਰ ਦੇ ਵਿੱਚੋਂ ਦੇਸੀ ਘਿਓ ਦੇ ਪਰੌਠਿਆਂ ਦੀ ਸੁਗੰਧ ਆਵੇ, ਦੂਜੇ ਬੰਨੇ ਕੋਧਰੇ ਦੀ ਰੋਟੀ ਵੀ ਨਾ ਹੋਵੇ। ਕੰਧਾਂ ਟੱਪ ਜਾਂਦੇ ਲੋਕ, ਵਿਦਰੋਹ ਇਹਨਾਂ 'ਚੋਂ ਨਿਕਲਦਾ। ਬਹੁਤ ਵਧੀਆ ਦੇਸ਼ 'ਚ ਅਸੀਂ ਰਹਿੰਦੇ ਹਾਂ, ਪਰ ਇਹ ਦੇਸ਼ ਵਧੀਆ ਤਾਂ ਹੀ ਹੈ ਕਿ ਸਾਡੇ ਸੋਚਣ ਦਾ ਢੰਗ ਬਦਲੇ। ਈਰਖਾ ਦੇ ਵਿੱਚੋਂ ਗਸੈਲ ਹੋ ਕੇ ਦੁਸ਼ਮਣੀ ਦੇ ਵਿੱਚੋਂ ਵੋਟਾਂ ਨਾ ਪਾਈਏ। ਵੋਟਾਂ ਪਾਈਏ ਕਿ ਡਿਜ਼ਰਵਿੰਗ ਕੌਣ ਹੈ, ਕਰ ਕੌਣ ਸਕਦਾ। ਅਤੇ ਜੇ ਕੋਈ ਚਿਰਾਂ ਦਾ ਲੜ ਰਿਹਾ ਤਾਂ ਉਹਨੂੰ ਪੁੱਛਿਆ ਜਾਵੇ, ਭਾਈ 10 5-4 ਵਾਰ ਤੂੰ MLA ਬਣ ਗਿਆ, MP ਬਣ ਗਿਆ, ਦੱਸ ਕੀ ਕੱਢਿਆ ਪਾਇਆ ਇਹਦੇ 'ਚੋਂ, ਕੀ ਹੈ, ਕੀ ਕਿ ਤੇਰੇ ਕੋਲ ਦੱਸਣ ਲਈ, ਸਾਡੇ ਲਈ। ਉਸ ਸਮੇਂ ਗੌਰਮੈਂਟ ਦੇ ਗੁਣ ਸੁਣਾਉਣ ਦੀ ਨਹੀਂ ਗੱਲ ਹੁੰਦੀ। ਅਕਸਰ ਗੌਰਮੈਂਟ ਦੇ ਕੀਤੇ ਕੰਮਾਂ ਦੇ ਪਿੱਛੇ ਇਹ ਰਾਜਨੀਤਿਕ ਲੋਕ ਲੁਕ ਜਾਂਦੇ ਆ। ਉਹਨਾਂ ਦੀ ਗਵਰਨਮੈਂਟ ਕੀ ਕਰ ਰਹੀ ਹੈ ਉਹਦੇ ਪਿੱਛੇ ਲੁਕ ਜਾਂਦਾ। ਦੇਖੋ ਸਾਡੀ ਗਵਰਨਮੈਂਟ ਨੇ ਆਹ ਕੀਤਾ, ਸਾਡੀ ਗਵਰਨਮੈਂਟ ਨੇ ਆਹ ਕੀਤਾ, ਤੁਸੀਂ ਕੀ ਕੀਤਾ, ਕਿੰਨੇ ਬਿੱਲ, ਕਿੰਨੇ 'ਤੇ ਬੋਲੇ, ਕਿੰਨੀ ਹਾਜ਼ਰੀ ਹੋਈ, ਕਿੰਨਾ ਪ੍ਰਾਈਵੇਟ ਮੈਂਬਰ ਬਿੱਲ ਲਿਆਂਦਾ, ਕਿੱਥੇ ਕਮਿਊਨਿਟੀ ਲਈ ਕਿਹੜਿਆਂ ਔਖਿਆਂ ਸਮਾਂ 'ਚ ਖੜ੍ਹੇ ਹੋ, ਇਹਦਾ ਹਿਸਾਬ ਕਿਤਾਬ ਹੋਣਾ ਚਾਹੀਦਾ। ਇਹ ਹੁੰਦਾ ਨਹੀਂ। ਪਿਛਲੇ 20 ਵਰ੍ਹਿਆਂ ਤੋਂ ਜਦ ਦੇ ਇੱਥੇ ਆਏ ਆ, ਸਿਟੀਜ਼ਨ ਹੋਏ ਆ, ਜਦ ਦੀ ਰਾਜਨੀਤੀ ਨੂੰ ਨੇੜਿਓਂ ਵੇਖਦੇ ਆ, ਸਾਡਾ ਵੋਟ ਪਾਉਣ ਦਾ ਢੰਗ ਹੋਰ ਹੈ। ਹੁਣ ਵੇਖਿਓ ਜਿਹੜੀਆਂ ਸ਼ਹਿਰ ਦੀਆਂ ਚੋਣਾਂ ਹੋਣੀਆਂ ਨੇ ਅਕਤੂਬਰ ਦੇ ਵਿੱਚ, ਦੇਖਿਓ ਇਸ ਵਾਰ ਕੁੱਕੜ ਖੇਕ ਕਿੰਨੀ ਉੱਡਣੀ ਹੈ। ਉੱਡ ਰਹੀ ਆ ਹੁਣੇ, ਹਲੇ ਹੋਰ ਉੱਡੂਗੀ। ਇਹ ਚੀਜ਼ਾਂ ਨਿਕਲ ਕੇ ਆਉਂਦੀਆਂ ਜਦ ਹਾਬੜਾ ਟੁੱਟ ਜਾਂਦਾ, ਜਦ ਤੁਹਾਡੇ 'ਚ ਹਾਜ਼ਮਾ ਖਤਮ ਹੋ ਜਾਵੇ, ਲਲਕ ਮੈਂ ਤੇ ਆ ਜਾਵੇ, ਫਿਰ ਇਹਨਾਂ 'ਚੋਂ ਮੁਸ਼ਕਿਲਾਂ ਆਉਂਦੀਆਂ ਨੇ। ਹਰ ਇੱਕ ਚੀਜ਼ ਦਾ ਬੈਲੈਂਸ ਹੈ। ਕਿਸੇ ਦੇ ਖੋਪੜੀ ਦੇ ਵਿੱਚ 20 ਦਿਮਾਗ ਨਹੀਂ ਲੱਗੇ ਹੋਏ, ਇੱਕੋ ਹੀ ਦਿਮਾਗ ਆ ਜਿਹੜਾ ਥੋੜ੍ਹਾ ਬਹੁਤਾ ਹੀ ਫਰਕ ਹੁੰਦਾ ਇੱਕ ਆਰਡੀਨਰੀ 'ਚ ਅਤੇ ਇੱਕ ਆਪਣੇ ਆਪ ਨੂੰ ਰਾਜਨੀਤਿਕ ਕਹਾਉਣ ਵਾਲਿਆਂ ਦੇ ਵਿੱਚ। ਅਤੇ ਲਲਕ ਬਹੁਤ ਵੱਡੀ ਹੈ ਕੁਰਸੀ ਦੀ, ਇਹ ਤਾਂ ਤੁਸੀਂ ਛੱਡ ਦਿਓ ਗੱਲ। ਉੱਥੇ ਵਾਲਿਆਂ ਨੂੰ ਅਸੀਂ ਸਹੀ ਕਰਦੇ ਹਾਂ, ਜਿਹੜੀ ਉਰੇ ਲਲਕ ਹੈ ਇਹਦਾ ਕੋਈ ਮੁੱਲ ਹੈ ਨਹੀਂ। ਸੋ ਇਹ ਜਿਹੜੀ ਇਹਨਾਂ ਪਾਰਟੀਆਂ ਦਾ ਉੱਪਰ ਸੁਨੇਹਾ ਜਿਹੜਾ ਜਾਣਾ, ਇਹਨਾਂ ਦਾ ਵੋਟਾਂ ਤੋਂ ਬਾਅਦ ਰਾਜਨੀਤਿਕ ਬੰਦਿਆਂ ਦਾ ਆਪਣੀ ਹਲਕੇ ਦੇ ਵਿੱਚ ਆ ਕੇ ਆਮ ਲੋਕਾਂ 'ਚ ਬਹਿਣਾ, ਨਾ ਟਾਊਨ ਹਾਲ ਮੀਟਿੰਗਸ ਨਾ ਕਰਨੀਆਂ, ਰਾਊਂਡ ਟੇਬਲ ਮੀਟਿੰਗਸ ਨਾ ਕਰਨੀਆਂ, ਇਹ ਇੱਕ ਸੁਨੇਹਾ ਹੈ ਜਿਹੜਾ ਕਿ ਉਹਨਾਂ ਨੂੰ ਪਹੁੰਚਿਆ ਹੋਇਆ। ਕਹਿੰਦੇ ਲੋੜ ਨਹੀਂ ਹੈ, ਆ ਕੇ 2 ਮਹੀਨੇ ਪਹਿਲਾਂ ਗੱਲ ਕਰਾਂਗੇ, ਇਹਨਾਂ ਨੂੰ ਸਿਖਾਵਾਂਗੇ ਕਿ ਕਿਵੇਂ ਵੋਟਾਂ ਪਾਉਣੀਆਂ, ਦੱਸਾਂਗੇ ਇਹਨਾਂ ਨੂੰ। ਵਪਾਰਕ ਸੰਦੇਸ਼ਾਂ ਤੋਂ ਬਾਅਦ CCTV ਕੈਮਰਿਆਂ ਦੀ ਗੱਲ ਤੁਹਾਡੇ ਨਾਲ ਮੈਂ ਕਰਨੀ ਹੈ। ਸਿਟੀ ਆਫ ਵੈਨਕੂਵਰ ਦੇ ਇੱਕ ਕੌਂਸਲਰ ਨੇ ਕਿਹਾ ਬਈ CCTV ਕੈਮਰੇ ਸ਼ਹਿਰ 'ਚ ਲੱਗਣੇ ਚਾਹੀਦੇ ਨੇ, ਜਿਵੇਂ ਚੀਨ ਦੇ ਵਿੱਚ ਨੇ, ਇੰਗਲੈਂਡ ਦੇ ਵਿੱਚ ਨੇ, ਜਿਵੇਂ ਨਿਊਯਾਰਕ ਦੇ ਵਿੱਚ ਨੇ, ਇਸ ਤਰ੍ਹਾਂ। ਪਰ ਸਾਡੇ ਜਦੇ ਹੀ ਕੈਨੇਡੀਅਨ ਸਿਵਲ ਲਿਬਰਟੀਜ਼ ਵਾਲੇ ਆ ਜਾਂਦੇ ਨੇ, ਉਹ ਕਹਿੰਦੇ ਨੋ, ਇਹਦੇ ਨਾਲ ਤਾਂ ਲੋਕਾਂ ਦੀ ਆਜ਼ਾਦੀ 'ਤੇ ਡੱਕ ਹੈ। ਹੁਣ ਜੇ ਹੁਣ ਦੇ ਸਿਸਟਮ 'ਚ ਵੇਖਿਆ ਜਾਵੇ, ਹੁਣ ਕਿੱਥੇ ਆਜ਼ਾਦੀ ਹੈ। ਕੈਮਰੇ ਜਿਹੜੇ ਨੇ ਉਹ ਧਾ ਕੇ ਲੋਕਾਂ ਦੇ ਮੂੰਹ ਵੱਲ ਨੂੰ ਲੱਗਣੇ ਹੈ, ਅਤੇ ਹੁਣ ਜਿਹੜੇ ਕੈਮਰੇ ਲੱਗੇ ਹੋਏ ਨੇ ਉਹਨਾਂ 'ਚ ਹੁਣ ਵੀ ਆਜ਼ਾਦ ਨਹੀਂ ਹੈ ਤੁਸੀਂ। ਹਾਂ, ਇਹ ਕੈਮਰਿਆਂ ਦੇ ਵਿੱਚ ਇਹ ਸਹੂਲਤਾਂ ਦੀ ਗੱਲ ਕੀਤੀ ਜਾਂਦੀ ਹੈ ਵੀ ਚਿਹਰਾ ਪੜ੍ਹਨ ਵਾਲੇ ਹੋਣ। ਚਿਹਰਾ ਵੇਖ ਕੇ
ਉਹ ਪਛਾਣ ਲੈਣ ਵੀ ਫਲਾਣਾ ਲੰਘਿਆ। ਕੈਮਰਿਆਂ ਦੀ ਗੱਲ, ਜਿਹੜੇ ਕੈਮਰੇ ਬਣ ਕੇ ਆਪਣੇ ਘਰਾਂ ਦੇ ਵਿੱਚ ਜਾਂ ਵੱਡੇ ਸਰਵੇਲੈਂਸ ਕੈਮਰੇ ਨੇ ਉਹ ਬਣਦੇ ਚੀਨ 'ਚ ਨੇ। ਹਿਕਵਿਜ਼ਨ ਵਗੈਰਾ ਅਤੇ ਵੱਡੀਆਂ ਕੰਪਨੀਆਂ ਜਿਹੜੀਆਂ ਨੇ ਉੱਥੋਂ, ਹੁਣ ਪਤਾ ਨਹੀਂ ਕਿ ਉਹਨਾਂ ਦੇ ਵਿੱਚ ਕੀ ਸਿਸਟਮ ਹੋਏਗਾ। ਕੈਮਰੇ 20 ਵਰ੍ਹੇ ਪਹਿਲਾਂ ਸਰੀ ਦੇ ਵਿੱਚ ਕਿਸੇ ਘਰ ਦੇ ਵਿੱਚ ਨਹੀਂ ਸੀ ਹੁੰਦੇ, ਤੇ ਜੇ ਕਿਤੇ ਹੁੰਦੇ ਲੋਕ ਅੱਖਾਂ ਕੱਢ ਕੇ ਵੇਖਦੇ ਉਸ ਆਲੇ ਦੁਆਲੇ ਘਰਾਂ 'ਚੋਂ, ਕਹਿੰਦੇ ਇਹਨਾਂ ਦੇ ਕੈਮਰੇ ਲੱਗੇ ਸੁੱਖ ਹੈ, ਲੱਗਦਾ ਗਲਤ ਕੰਮ ਕਰਦੇ ਆ। ਹੁਣ ਉਹ ਘਰੇ ਕੋਈ ਨਹੀਂ ਜਿੱਥੇ ਕੈਮਰੇ ਨਾ ਹੋਣ। ਕਿੱਧਰ ਨੂੰ ਅਸੀਂ ਤੁਰੇ ਹੋਏ ਹਾਂ। ਔਰ ਇਹ ਗੱਲ ਵੀ ਨਹੀਂ ਸਮਝ ਆਉਂਦੀ ਵੀ ਇਹਨਾਂ ਕੈਮਰਿਆਂ ਨੇ ਘਰ ਕੋਈ ਬਚਾਇਆ ਹੋਏਗਾ। 80% 90% ਜਿਹੜੇ ਤਾਂ ਨਾਨ ਮੋਨੀਟਰਡ ਨੇ ਉਹ ਤਾਂ ਕਿਤੇ ਜਾਂਦੇ ਹੀ ਨਹੀਂ। ਜਿਹੜੇ ਮੋਨੀਟਰਿੰਗ ਵਾਲੇ ਨੇ, ਉਹ ਜੇ ਫੋਨ ਕੰਪਨੀ ਵੀ ਆਉਂਦੀ ਆ, ਕੰਪਨੀ ਨੇ ਕੀ ਕਰਨਾ ਹੈ, 911 ਕਰਕੇ ਪੁਲਿਸ ਨੂੰ ਦੱਸ ਦੂਗੀ, ਫੋਟੋਆਂ ਖਿੱਚ ਲੂਗੀ। ਫੋਟੋਆਂ ਖਿੱਚੀਆਂ ਤੇ ਪਿਕਚਰਾਂ ਖਿੱਚੀਆਂ ਤੇ ਜਾਂ ਵੀਡੀਓ ਬਣਾਏ ਤੇ ਕੱਖ ਨਹੀਂ ਹੁੰਦਾ। ਹਾਂ, ਪੁਲਿਸ ਵਾਲੇ ਜ਼ਰੂਰ ਆ ਜਾਂਦੇ ਨੇ, ਏਰੀਆ 'ਚ ਕ੍ਰਾਈਮ ਹੋਵੇ, ਉਹ ਕਹਿੰਦੇ ਵੀ ਤੁਹਾਡਾ ਕੈਮਰਾ ਫੋਲਣਾ ਸੀ। ਚੀਨ ਦੇ ਬਣੇ ਹੋਏ ਇਹ ਕੈਮਰੇ ਜਿਹੜੇ ਅਸੀਂ ਘਰਾਂ 'ਚ ਲਾਏ ਆ, ਕਿਤੇ ਇਹਨਾਂ ਰਾਹੀਂ ਕੀ ਚੋਰੀ ਹੁੰਦਾ ਹੈ। ਲੋਕਤੰਤਰ ਕਿੱਥੇ ਖੜਦਾ ਜਾ ਕੇ ਇਹਨਾਂ ਕੈਮਰਿਆਂ ਕਰਕੇ। ਚੀਨ ਦੇ ਵਿੱਚ ਉਹ ਫੇਸ, ਤੁਹਾਡਾ ਚਿਹਰਾ ਪੜ੍ਹਨ ਵਾਲੇ ਕੈਮਰੇ ਨੇ, ਜਿਹੜੇ ਇੱਕ ਜਦ ਤੁਸੀਂ ਉਹਦੇ ਵਿੱਚ ਆਉਣਾ ਤਾਂ ਸਾਰਾ ਕੁਝ ਉਹ ਉਹਨਾਂ ਦੇ ਸਿਸਟਮ 'ਚ ਜਾਂਦਾ। ਨਿਊਯਾਰਕ 'ਚ ਵੀ ਇਹੀ ਨੇ, ਇੰਗਲੈਂਡ 'ਚ ਵੀ ਇਹੀ ਨੇ। ਵੈਨਕੂਵਰ ਦੀ ਸਿਟੀ ਦੇ ਵਿੱਚ ਕੌਂਸਲ ਨੇ ਇਹ ਗੱਲ ਕੀਤੀ ਆ ਵੀ ਕੈਮਰੇ ਹੋਰ ਲੱਗਣੇ ਚਾਹੀਦੇ ਆ। ਮਲੀਸਾ ਡੀ ਜਨੇਵਾ ਨੇ ਇਹ ਗੱਲ ਕਹੀ ਹੈ। ਤੁਸੀਂ ਕੀ ਸੋਚਦੇ ਹੋ, ਇਹ ਜਿਹੜਾ ਕਨਸੈਪਟ ਹੈ ਇਹ ਕੀ ਕਰਦਾ? ਸਰਦਾਰ ਜਸਵੀਰ ਸਿੰਘ। ਧੰਨਵਾਦ ਸਰਦਾਰ ਜੀ। ਮੈਂ ਪਹਿਲੇ ਤੇ ਸ਼ੋਰ ਜੀ ਬੋਲ ਸਕਦਾ? ਜੀ 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 ਹਾਂਜੀ ਹਾਂ। ਅਤੇ ਤੁਸੀਂ ਪੋਲਿਟਿਕਸ ਦੀ ਗੱਲ ਕਰਦੇ ਸੀ, ਉਹਦੇ ਵਿੱਚ ਇੱਕ ਤਾਂ ਮੈਂ ਦੱਸ ਦਿੰਦਾ ਵੀ ਕੋਈ ਵੀ ਜਿਹੜੀ ਤਬਦੀਲੀ ਆ ਮਨੁੱਖੀ ਵਿਵਹਾਰ ਦੀ, ਉਸ ਨੂੰ ਲਗਾਤਾਰ ਚੰਗੇ ਮਾੜੇ ਦੇ ਨਿਰਣੇ ਦਾ ਪ੍ਰਚਾਰ ਤੇ ਪ੍ਰਸਾਰ ਜਿਹੜਾ ਹੈ ਉਹ ਮਨੁੱਖੀ ਸੁਭਾਅ ਵਿੱਚ ਤਬਦੀਲੀ ਲਿਆਉਣ ਦੀ ਜਿਹੜੀ ਹੈ ਜ਼ਰੂਰਤ ਹੈ ਉਹਨੂੰ ਪੂਰਾ ਕਰਦਾ। ਉਹਦੇ ਲਈ ਮੈਂ ਤੁਹਾਨੂੰ ਦੱਸ ਦਿੰਦਾ, ਔਰ ਇਹ ਕਰਦੇ ਰਹਿਣਾ ਚਾਹੀਦਾ। ਹੁਣ ਮਸਲਾ ਆ ਗਿਆ ਵੀ ਹੁੰਦਾ ਕਿਉਂ ਨਹੀਂ ਹੁੰਦਾ। ਇਸ ਕਰਕੇ ਨਹੀਂ ਹੈ ਕਿ ਮਨੁੱਖ ਦੇ ਕਿਸੇ ਸ਼ਹਿਰ ਨੂੰ ਬਦਲਣ ਨਾਲ ਉਹਦਾ ਸੁਭਾਅ ਨਹੀਂ ਬਦਲਦਾ, ਉਹ ਮਾਨਸਿਕਤਾ ਨੇ ਬਦਲਣਾ ਹੁੰਦਾ। ਤੇ ਮਾਨਸਿਕਤਾ ਸਾਡੀ ਇੱਥੋਂ ਤੱਕ ਹੈ ਕਿ ਅਸੀਂ ਚਾਹੇ ਤੇ 20-25 ਸਾਲ ਦੇ ਵੀ ਹੋ ਗਏ ਆ, ਪੰਜਾਬ ਦੇ ਵਿੱਚ 95 ਸਾਲ ਤੱਕ ਬਜ਼ੁਰਗ ਹੋਣ ਦੇ ਬਾਵਜੂਦ ਵੀ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਨੂੰ ਪੈਰੀ ਹੱਥ ਲਾਉਣਾ, ਉਹਨਾਂ ਦੀ ਪੂਜਾ ਕਰੀ ਜਾਣੀ, ਉਹਨਾਂ ਨੂੰ ਕਹੀ ਜਾਣਾ, ਹਾਲਾਂਕਿ ਉਹ ਸੱਭਿਅਤਾ ਦੇ ਕਾਤਲ ਬਣ ਗਏ, ਉਹ ਗੁਰੂ ਗ੍ਰੰਥ ਸਾਹਿਬ ਦੇ ਕਾਤਲ ਬਣ ਗਏ, ਉਹ ਮਨੁੱਖਤਾ ਦੀ ਦੁਰਦਸ਼ਾ ਦੇ ਕਾਤਲ ਬਣ ਗਏ, ਔਰ ਇੱਥੋਂ ਤੱਕ ਤੇ ਸਿਹਤ ਵਿਗਾੜ ਦੀ ਵੀ ਉਹਨਾਂ ਨੇ ਸਿਰੇ ਕਰਤੀ। ਹੁਣ ਉਹ ਲੋਕ ਅਸੀਂ ਜਦੋਂ ਇੱਥੇ ਆ ਗਏ ਆ, ਸਾਡੀ ਮਾਨਸਿਕਤਾ ਦੇ ਵਿੱਚ ਉਹ ਹਾਲਾਤ ਮੌਜੂਦ ਨੇ। ਮਾਨਸਿਕਤਾ ਬਦਲਦੀ ਹੈ ਪ੍ਰਭਾਵ ਗਿਆਨ ਦਾ ਹਾਸਲ ਕਰਨ ਦੇ ਨਾਲ। ਤੋ ਇੱਕ ਗੱਲ ਤਾਂ ਮੈਂ ਮਹਿਸੂਸ ਕਰਦਾ ਬਈ ਜੇ ਅਸੀਂ 100 ਬੰਦੇ ਪੰਜਾਬ ਤੋਂ 20 ਸਾਲ ਦੇ 25 ਸਾਲ ਦੀ ਉਮਰ ਤੋਂ ਬਾਅਦ ਇੱਥੇ ਆਏ ਆ, ਉਹਨਾਂ ਦੇ ਵਿੱਚ ਕੋਈ 5 ਜਾਂ 10 ਵਿਅਕਤੀਆਂ ਦੇ ਬਦਲਣ ਦੀ ਉਮੀਦ ਹੈਗੀ ਜਿਹੜੇ ਬਿਲਕੁਲ ਬਦਲਣਗੇ, ਬਾਕੀਆਂ ਨੇ ਨਹੀਂ ਬਦਲਣਾ। ਹਾਂ, ਜਿਹੜੀ ਇੱਥੋਂ ਦੀ ਜਨਰੇਸ਼ਨ ਹੈ ਹੌਲੀ ਹੌਲੀ ਇਹਨਾਂ ਨੇ ਇਸ ਸਿਸਟਮ ਨੂੰ ਅਡਾਪਟ ਕਰਨਾ, ਕਿਉਂਕਿ ਇਹ ਮਾਹੌਲ ਵਿੱਚ ਪੈਦਾ ਹੋ ਰਹੇ ਨੇ। ਪਰ ਇਹਦਾ ਮਤਲਬ ਇਹ ਵੀ ਹੈ ਨਹੀਂ ਕਿ ਜਿਹੜੀ ਬੁਰਾਈ ਅਸੀਂ ਕਰ ਰਹੇ ਹਾਂ ਉਹਦੇ ਉੱਤੇ ਗੱਲਬਾਤ ਨਾ ਕੀਤੀ ਜਾਵੇ। ਗੱਲਬਾਤ ਨੂੰ ਸੁਣ ਕੇ ਮਨੁੱਖ ਦੀ ਆਤਮਾ ਜਿਹੜੀ ਆ ਉਹ ਉਹਨੂੰ ਤਰਕਾਰ ਕਰਦੀ ਆ। ਬਹੁਤ ਲੋਕ ਬਦਲ ਜਾਂਦੇ ਨੇ, ਉਹਦੇ ਲਈ ਧੰਨਵਾਦ। ਦੂਜੀ ਗੱਲ ਤੁਸੀਂ ਕੈਮਰਿਆਂ ਦੀ ਕਰਦੇ ਹੋ ਜੀ। ਤੁਸੀਂ ਕੈਮਰਿਆਂ ਦੀ ਜਿਹੜੀ ਹੁਣ ਅਸੀਂ ਘਰਾਂ ਤੇ ਲਾਉਣੇ ਉਹਨਾਂ ਦੀ ਕਰਦੇ ਆ। ਬੇਸਿਕਲੀ ਇਹ ਤਾਂ ਹੁਣ ਬਾਹਰੀ ਤੌਰ ਦੇ ਉੱਤੇ ਸਾਡੇ ਸਾਹਮਣੇ ਆ ਗਿਆ। ਸਾਡੇ ਜਿਹੜੇ ਆ ਸਮਾਰਟਫੋਨ ਨੇ, ਸਾਡੇ ਜਿਹੜੇ ਕੰਪਿਊਟਰਸ ਨੇ, ਲੈਪਟਾਪ ਨੇ, ਸਾਡੀਆਂ ਜਿਹੜੀਆਂ ਨਵੀਆਂ ਟੈਲੀਵਿਜ਼ਨ ਸੈੱਟ ਨੇ, ਇਹ ਸਾਰੇ ਹੀ ਸਾਡੀ ਜਿਹੜੀ ਆ ਸੀਕ੍ਰੇਸੀ ਆ ਜਾਂ ਸਾਡੇ ਜਿਹੜੇ ਘਰ ਦੇ ਕੰਮਕਾਰ ਨੇ ਉਹਨਾਂ ਦੀ ਜਿਹੜੀ ਆ ਇਹ ਮਤਲਬ ਦੇਖਭਾਲ ਉਹ ਆਲਰੇਡੀ ਕਰ ਰਹੇ ਨੇ। ਹੁਣ ਅਸੀਂ ਟੈਲੀਫੋਨ ਵਰਤਦੇ ਆ, ਇਹਦੇ ਵਿੱਚ ਕੋਈ ਚੀਜ਼ ਅਸੀਂ ਦੇਖਦੇ ਆ, ਉਹ ਸਾਨੂੰ ਦੇਖਦੇ ਵੀ ਨੇ ਤੇ ਸਾਡੇ ਸੁਭਾਅ ਨੂੰ ਜੱਜ ਕਰਕੇ ਉਹਦੇ ਮੁਤਾਬਕ ਸਾਨੂੰ ਉਦਾਂ ਦੇ ਸੁਨੇਹੇ ਭੇਜਣ ਲੱਗ ਜਾਂਦੇ ਨੇ, ਔਰ ਅਸੀਂ ਕਿਸੇ ਨਾ ਕਿਸੇ ਸੁਨੇਹੇ ਵਿੱਚ ਫਸ ਜਾਂਦੇ ਹਾਂ। ਇਹ ਜਿਹੜੇ ਕੈਮਰੇ ਨੇ ਇਹਦਾ ਇੱਕ ਫਾਇਦਾ ਹੈਗਾ, ਉਹ ਇਹ ਹੈ ਕਿ ਜਿਹੜਾ ਬੰਦਾ ਇਹ ਤੌਖਲੇ ਦੇ ਵਿੱਚ ਰਹਿੰਦਾ ਕਿ ਮੇਰੇ ਘਰ ਦੇ ਵਿੱਚ ਯਾਰ ਮੇਰੇ ਤੋਂ ਬਾਅਦ ਦੇ ਵਿੱਚ ਕੋਈ ਬੰਦਾ ਨੁਕਸਾਨ ਕਰਦਾ, ਪਤਾ ਨਹੀਂ ਲੱਗਦਾ। ਜਾਂ ਜਿਹੜਾ ਵਿਅਕਤੀ
ਆਪਣੀ ਚਲਾਕੀ ਨਾਲ ਕਿਸੇ ਦਾ ਨੁਕਸਾਨ ਕਰਨ ਦੀ ਤਾਕ ਵਿੱਚ ਬੈਠਾ ਰਹਿੰਦਾ ਹੈ, ਉਸ ਦੇ ਮਨ ਦੇ ਉੱਤੇ ਇੱਕ ਪ੍ਰਭਾਵ ਇਹ ਕੈਮਰੇ ਪਾਉਂਦੇ ਨੇ ਕਿ ਤੈਨੂੰ ਕੋਈ ਨਾ ਕੋਈ ਵੇਖਦਾ, ਧਿਆਨ ਨਾ ਕਰੀ ਤੂੰ ਫੜਿਆ ਜਾਣਾ। ਸੋ ਉਹ ਜਿਹੜੀ ਮਨੁੱਖ ਦੀ ਚਤੁਰਾਈ ਨੂੰ ਕਿਸੇ ਦੇ ਨੁਕਸਾਨ ਫਾਇਦੇ ਵਿੱਚ ਵਰਤਣ ਦੀ ਜਿਹੜੀ ਮਨੁੱਖ ਸੁਭਾਅ, ਉਹ ਤਾਂ ਕੰਟਰੋਲ ਕਿਸੇ ਹੱਦ ਤੱਕ ਹੋ ਸਕਦਾ। ਬਾਕੀ ਗੌਰਮੈਂਟ ਕੀ ਕਰਦੀ ਹੈ, ਕੰਪਨੀਆਂ ਦੇ ਵਿੱਚੋਂ ਕੀ ਕਰਦੀਆਂ, ਉਹ ਬੰਦੇ ਦੇ ਹੱਥ ਨਹੀਂ ਹੈ ਔਰ ਨਾ ਉਹਦੀ ਵਿਅਕਤੀ ਨੂੰ ਨੌਲੇਜ ਹੈ। ਜਿੰਨੀ ਦੇਰ ਤੱਕ ਮਨੁੱਖ ਕਿਸੇ ਵੀ ਸਾਇੰਟੀਫਿਕ ਕਾਜ਼ ਦੇ ਉੱਤੇ ਜਾਣਕਾਰੀ ਨੂੰ ਹਾਸਲ ਕਰਕੇ ਜਿਉਣ ਦੀ ਕੋਸ਼ਿਸ਼ ਨਹੀਂ ਕਰਦਾ, ਉਨੀ ਦੇਰ ਤੱਕ ਉਹ ਚੇਤ ਅਨਚੇਤ ਵਿੱਚ ਉਹਦੇ ਨਾਲ ਆਪਣੇ ਫਾਇਦੇ ਨੁਕਸਾਨ ਉਠਾਊਗਾ ਹੀ, ਇਹਨੂੰ ਰੋਕਿਆ ਨਹੀਂ ਜਾ ਸਕਦਾ। ਧੰਨਵਾਦ। ਧੰਨਵਾਦ ਸਰਾਜ ਜੀ। ਕਰਨ ਬਸਰਾਂ ਜੀ, ਲਾਈਨ ਨੰਬਰ 3। ਗਿੱਲ ਸਾਹਿਬ ਵੈਰੀ ਬਰੀਫ ਮੈਂ ਗੱਲ ਖਤਮ ਜੀ ਕਰਾਂਗਾ ਜੀ। G7 ਕੰਟਰੀਜ਼ ਦੇ ਵਿੱਚ ਕੈਨੇਡਾ ਦਾ ਨਾਂ ਆ। ਮੈਨੂੰ ਸਮਝ ਨਹੀਂ ਆਉਂਦੀ ਕਿ ਕੈਨੇਡਾ ਦਾ ਪ੍ਰਧਾਨ ਮੰਤਰੀ ਦੀਆਂ ਅੱਖਾਂ ਮੀਟੀਆਂ ਆ, ਜਾਂ ਜਿਹੜੇ ਆਪਾਂ ਹੁਣ ਸਾਰੇ ਪੋਲੀਟੀਸ਼ੀਅਨ ਦੀ ਗੱਲ ਕਰਕੇ ਹਟੇ ਆ, ਪ੍ਰੋਵਿੰਸ਼ੀਅਲ ਲੈਵਲ ਤੇ, ਫੈਡਰਲ ਲੈਵਲ ਤੇ ਲੋਕਲ ਲੈਵਲ ਤੇ ਸਿਵਕ ਇਲੈਕਸ਼ਨ ਜਿਹੜੀ ਤੁਸੀਂ ਆ ਰਹੀ ਆ, ਕੇਸਰ ਪੈਂਦਾ ਸਿਰ ਦੇ ਵਿੱਚ ਰੋਜ਼ ਹੀ ਸਾਰਿਆਂ ਦੇ ਹੀ। ਸੜਕਾਂ ਜਿਹੜੀਆਂ ਵੈਨਕੂਵਰ ਦੀ ਕਿਸੇ ਕਾਉਂਸਲਰ ਨੇ ਬਿਆਨ ਦੇ ਦਿੱਤਾ ਇੱਥੇ ਕੈਮਰੇ ਲੱਗਣੇ ਚਾਹੀਦੇ ਆ। ਸਰੀ ਦੀਆਂ ਸੜਕਾਂ ਦਾ ਆਪਾਂ ਕਹਿੰਦੇ ਆ, ਮਤਲਬ ਕਿ ਵੈਨਕੂਵਰ ਦੇ ਵਿੱਚ ਆ ਕੈਨੇਡੀਅਨ ਸਟੈਂਡਰਡ ਕੋਈ ਹੈਗਾ ਇੱਥੇ? ਮੈਨੂੰ ਤੁਸੀਂ ਦੱਸੋ ਪਹਿਲਾਂ ਤਾਂ। ਹਾਈਵੇ 1 ਆ ਜਿਹੜਾ ਕੈਨੇਡਾ ਨੂੰ ਈਸਟ ਔਰ ਵੈਸਟ ਨੂੰ ਜੋੜਦਾ ਆ, ਉਹਦੇ ਉੱਤੇ 500 ਲਾਈਟ ਆ ਜਾਂਦੀ ਹੈਗੀ ਆ, ਮਤਲਬ ਕਿ ਚੌਂਕ ਪਾਰ ਕਰਕੇ ਜਾਣਾ ਪੈਂਦਾ। ਉਹਦਾ ਨਾਂ ਰੱਖਿਆ ਹੈ ਹਾਈਵੇ 1। ਉੱਦਾਂ ਉਹ ਹਾਈਵੇ ਨੰਬਰ 1 ਉਹਦਾ ਨਾਂ ਆ, ਨਾ ਕਿ ਉਹ ਹਾਈਵੇ ਨੰਬਰ 1 ਆ। ਮੇਰੇ ਖਿਆਲ ਹੈ ਇੱਥੇ ਅਮਰੀਕਾ ਦੀ ਕਿਸੇ ਕੈਲੀਫੋਰਨੀਆ ਦੇ ਨਾ ਜਿਹੜੀ ਪੁਰਾਣੀ ਤੋਂ ਪੁਰਾਣਾ ਸ਼ਹਿਰ ਵੀ ਆ, ਕੋਈ ਪੇਂਡੂ ਇਲਾਕਾ ਵੀ ਆ, ਉੱਥੇ ਵੀ ਸੜਕਾਂ ਇੰਨੀਆਂ ਮਾੜੀਆਂ ਨੇ ਜਿੰਨੀਆਂ ਵੈਨਕੂਵਰ ਸਿਟੀ ਦੇ ਵਿੱਚ ਔਰ ਸਰੀ ਦੇ ਵਿੱਚ ਟੋਏ ਪਏ ਹੋ ਐਡੇ ਐਡੇ। ਔਰ ਸਾਡੇ ਪੋਲੀਟੀਸ਼ੀਅਨ ਹੈ ਪਤਾ ਨਹੀਂ ਕਾਹਦੇ ਉੱਤੇ ਖਰਚੇ ਕਰਦੇ ਆ, G7 ਕਰੀ ਜਾਂਦੇ ਆ। ਔਰ ਇੱਥੇ ਜੋ ਵੀ ਹੋ ਰਿਹਾ ਹੈਗਾ, ਆਪਣੇ ਜਸਵੀਰ ਸਿੰਘ ਹੁਣੀ ਬਹੁਤ ਕੁਝ ਦੱਸ ਕੇ ਗਏ ਆ। ਔਰ ਮੈਂ ਕੈਮਰਿਆਂ ਦੀ ਗੱਲ ਤੇ ਆ ਜਾਂਦਾ ਆ, ਜਦੋਂ ਨਾ ਸੈਟੇਲਾਈਟ ਨਾਲ ਲੋਕਾਂ ਨੇ ਬਾਤ ਕਰਨ ਲੱਗ ਪੈਣਾ, ਚਾਈਨਾ ਵਗੈਰਾ ਨੇ, ਇੰਗਲੈਂਡ ਵਗੈਰਾ ਨੇ, ਫਿਰ ਇੱਥੇ ਆ ਕੇ ਕੈਮਰੇ ਲੱਗਣੇ ਆ। 50 ਸਾਲ ਪਿੱਛੇ ਆ ਇਹ, ਯੂਰਪ ਨਾਲੋਂ ਵੀ, ਯੂਰਪੀਅਨ ਮਾੜੀ ਤੋਂ ਮਾੜੀ ਕੰਟਰੀ ਵੀ ਆ ਜਿਹੜੀ, ਉਹਦੇ ਨਾਲੋਂ ਵੀ। ਸੋ ਕੈਨੇਡਾ ਦਾ ਹਾਲ ਤਾਂ ਇਹ ਹੈਗਾ। ਦੂਸਰੀ ਗੱਲ ਇਹ ਹੈਗੀ ਆ, ਕੈਮਰੇ ਲਾ ਕੇ ਕੀ ਕਰੋਗੇ ਤੁਸੀਂ? ਕ੍ਰਾਈਮ ਕਿੱਦਾਂ ਰੁਕ ਜਾਊਗਾ ਜਿਸ ਵੇਲੇ ਤੁਹਾਡੇ ਲਾਅ ਇੰਨੇ ਸੌਫਟ ਆ? ਸ਼ਰੇਆਮ ਬੰਦਾ ਗੋਲੀ ਮਾਰਦਾ ਕਿਸੇ ਦੇ ਔਰ ਉਹਨੂੰ ਪੁਲਿਸ ਫੜ ਲੈਂਦੀ ਆ, ਉਹ ਦੂਏ ਦਿਨ ਘਰ ਹੁੰਦਾ ਬੈਠਾ। ਉਹ ਰੈੱਡ ਹੈਂਡਡ ਤੁਸੀਂ ਕਿਸੇ ਦੀ ਤਲਾਸ਼ੀ ਕਰਦੇ ਆ, ਤੁਸੀਂ ਗਨ ਫੜ ਲਈ ਉਹਦੇ ਕੋਲੋਂ, ਉਹ ਵਕੀਲ ਕੋਰਟ ਜਾ ਕੇ ਝੂਠਾ ਕਰ ਦਿੰਦਾ ਆ। ਇਹ ਰਿਫਾਰਮਾਂ ਦੀ ਜ਼ਰੂਰਤ ਹੈ, ਲਾਅ ਵੀ ਉੱਦਾਂ ਦੇ ਬਣਾਉਣੇ ਚਾਹੀਦੇ ਆ। ਨਿਊਯਾਰਕ ਸਿਟੀ ਅਮਰੀਕਾ ਦੇ ਵਿੱਚ ਦੇਖੋ, ਉੱਥੇ FBI ਆ, ਉਹ ਜਿਹੜਾ ਕ੍ਰਾਈਮ ਕੋਈ ਹੁੰਦਾ ਨਾ, ਸੰਗਠਨ ਕ੍ਰਾਈਮ ਹੁੰਦਾ, ਉਹਨੂੰ FBI ਹੈਂਡਲ ਕਰਦੀ ਆ। ਇੱਥੇ ਇੱਕ RCMP ਆ, ਮਤਲਬ ਕਿ ਉਹ ਵਿਚਾਰੀ ਕਿੱਥੋਂ ਨੂੰ ਜਾਵੇ, ਉਹਨਾਂ ਕੋਲ ਵਸੀਲੇ ਹੈ ਨਹੀਂ। ਆ ਮਨੀ ਲਾਂਡਰਿੰਗ ਦੇ ਕੇਸ ਦੇ ਵਿੱਚ ਆਪਾਂ ਸੁਣਿਆ ਨਹੀਂ ਕਿ ਉਹ ਕਹਿੰਦੇ ਜੀ ਮੈਨੂੰ ਤਾਂ ਫੰਡਿੰਗ ਹੀ ਨਹੀਂ ਮਿਲੀ ਹੈਗੀ, ਮੈਂ ਕਿੱਥੋਂ ਕਰ ਲਵਾਂ? ਕਿਸੇ ਨੂੰ ਤੁਸੀਂ ਕੁਐਸਚਨ ਹੀ ਨਹੀਂ ਕਰ ਸਕਦੇ ਹੈਗੇ। ਚੋਰ ਤੁਹਾਡੇ ਘਰ ਵੜਿਆ, ਤੁਸੀਂ ਉਹਨੂੰ 2 ਥੱਪੜ ਲਾ ਕੇ ਬਿਠਾ ਲਿਆ, ਪੁਲਿਸ ਵਾਲਿਆਂ ਨੇ ਕਹਿਣਾ ਕੋਈ ਨਹੀਂ ਇਹਨੂੰ ਹਸਪੀਟਲ ਭੇਜੋ, ਪਹਿਲਾਂ ਤੂੰ ਚੱਲ ਸਾਡੇ ਨਾਲ ਲੌਕ ਅਪ ਤੈਨੂੰ ਛੱਡੀਏ, ਤੂੰ ਇਹਦੇ ਹਿਊਮਨ ਰਾਈਟਸ ਵਾਇਓਲੇਟ ਕਰ ਦਿੱਤੇ। ਸੋ ਰਿਫਾਰਮ ਬਹੁਤ ਵੱਡੀ ਜ਼ਰੂਰਤ ਹੈਗੀ ਆ। ਇਹ ਜਿਹੜੇ ਵੀ ਸਾਡੇ ਲਾਅ ਮੇਕਰ ਹੈਗੇ ਇਹਨਾਂ ਨੂੰ ਸੋਚਣਾ ਚਾਹੀਦਾ ਹੈਗਾ ਆ। ਬਾਕੀ ਤਾਂ ਹੁਣ ਤੁਸੀਂ ਦੱਸੇ ਹਟਿਆ ਕਿ ਘੱਟ ਗਿਣਤੀ ਦੀ ਸਰਕਾਰ ਆ, ਉਹ ਸਾਮ ਦਾਮ ਡੰਡ ਭੇਦ ਜੋ ਕੁਛ ਪਿੱਛੇ ਇੰਡੀਆ ਵਿੱਚ ਮੋਦੀ ਐਂਡ ਜੋਗੀ ਐਂਡ ਜਿੰਨੇ ਵੀ ਹੈਗੇ ਆ ਇਹ ਸ਼ਾਹ ਜੀ, ਤੇ ਜੋ ਪਹਿਲਾਂ ਵੀ ਇਹ ਕੰਮ ਕਾਂਗਰਸ ਤੋਂ ਵੀ ਸ਼ੁਰੂ ਹੋਇਆ ਵਾ, ਤੁਹਾਨੂੰ ਪਤਾ ਹੀ ਆ। ਸੋ ਉਹੀ ਕੁਛ ਇੱਥੇ ਸ਼ੁਰੂ ਹੋ ਗਿਆ ਹੈਗਾ ਆ। ਸੋ ਕਿੱਥੋਂ ਆਪਾਂ ਭਾਲਦੇ ਹੈਗੇ ਆ ਕਿ ਇੱਥੇ ਵਧੀਆ ਹੋ ਜਾਊਗਾ ਸਿਸਟਮ ਸਾਰਾ ਹੀ, ਕੋਈ ਕਿਸੇ ਨੂੰ ਪੁੱਛਦਾ ਨਹੀਂ। ਜਿਹਨੇ ਕਿਸੇ ਨੇ ਬੈਂਕ ਕਰਪਸੀ ਕਰ ਲਈ, ਝੂਠੇ ਕੰਮ ਕਰ ਲਏ, ਕੁਛ ਕਰ ਲਿਆ, ਉਹਦੇ ਤੇ ਕੋਈ ਲਾਅ ਨਹੀਂ। ਦੇਖੋ ਸਿਤਮ ਦੀ ਗੱਲ ਆ, 1 ਬਿਲੀਅਨ ਦੇ ਮੌਰਟਗੇਜਾਂ ਕਰਵਾਈਆਂ ਆ ਬੰਦੇ ਨੇ, ਉਸ ਬੰਦੇ ਨੂੰ ਜੀ ਪੁੱਛਗਿੱਛ ਕਰ ਰਹੇ ਆ, ਹਾਲੇ ਉਹਨੂੰ ਅਸੀਂ ਦੇਖਾਂਗੇ। ਘੱਟੋ ਘੱਟ ਤੁਸੀਂ ਫਾਈਂਡ ਆਊਟ ਤਾਂ ਕਰੋ ਨਾ, ਬੰਦਿਆਂ ਨੂੰ ਮਾੜਾ ਮੋਟਾ ਸੇਕ ਤਾਂ ਲੱਗੇ ਨਾ, ਉਹਨਾਂ ਨੂੰ 10-20 ਹਜ਼ਾਰ ਡਾਲਰ ਜੁਰਮਾਨਾ ਲਾਵੋ, ਜਿਹੜਾ ਖਜ਼ਾਨੇ ਵਿੱਚ ਪੈਸਾ ਆਵੇ ਜਿਹੜੇ ਗਲਤ ਕੰਮ ਕਰਦੇ ਆ। ਕਿਉਂਕਿ ਉਹਨੇ ਕਿਹੜਾ ਫ੍ਰੀ 'ਚ ਮੌਰਗੇਜਾਂ ਬਣਾ ਦਿੱਤੀਆਂ ਉਹਨਾਂ ਦੀਆਂ, ਜਿਹੜੇ ਉਹਨੂੰ 10,000 ਦੇ ਸਕਦੇ ਆ ਕੈਸ਼, ਉਹ ਗੌਰਮੈਂਟ ਕੋਲ ਵੀ ਦੰਡ ਭਰ ਸਕਦੇ ਆ। ਸਿਟੀ ਆਫ ਸਰੀ ਦੇ ਵਿੱਚ ਖੁੱਡੇ ਬਣੀ ਜਾ ਰਹੇ, ਘਰਾਂ ਦੇ ਪਿੱਛੇ ਕੰਸਟਰਕਸ਼ਨ ਚੱਲ ਰਹੀ ਹੈ, ਸਾਰਾ ਕੁਝ ਹੋ ਰਿਹਾ ਹੈਗਾ। ਉਹ ਸਟੈਂਡਰਡ ਕੋਈ ਬਚਿਆ ਹੈਗਾ ਆਪਾਂ ਨੂੰ? ਮਤਲਬ ਕਿ ਕਿਹੜੀ ਗੱਲ ਦੇ ਉੱਤੇ ਕੀ ਕਹਿੰਦੇ ਹੁੰਦੇ ਆ, ਕਿਹੜੇ ਹੌਸਲੇ ਕਿੱਦੇ ਦੇ ਵਿੱਚ ਜਾਵਾਂ ਕਿ ਯਾਰ ਬਿਮਾਰ ਪਿਆ, ਚਲੋ ਮੈਂ ਥੋੜੇ ਤੜਕਾ ਏਦਾਂ ਵੀ ਲਾ ਦਿੰਦਾ। ਸੋ ਗੱਲ ਤਾਂ ਇਹ ਹੈਗੀ ਆ, ਹੁਣ ਇਲੈਕਸ਼ਨ ਆ ਜਾਣੀਆਂ, ਸਾਡਾ ਤਾਂ ਮਨ ਇੰਨਾ ਇਕੱਠਾ ਹੋ ਗਿਆ, ਆਪਸ ਵਿੱਚ ਹੀ ਇੱਕ ਦੂਜੇ ਦੇ ਕੱਪੜੇ ਲਾਉਣੇ ਤੋਂ ਹੋਏ ਆ। ਕੋਈ ਗੱਲ ਨਹੀਂ ਹੈਗੀ, ਮੁੜ ਕੇ ਨਹੀਂ ਫਿਰ ਸਾਰਿਆਂ ਨੇ ਇਕੱਠੇ ਹੋ ਜਾਣਾ। ਗਿੱਲ ਸਾਹਿਬ, ਇਹ ਬਸ਼ਰਮਾਂ ਦਾ ਟੋਲਾ ਆ ਜਿਹੜਾ ਪੋਲੀਟਿਕਸ ਵਿੱਚ ਆਊਗਾ ਇੱਥੇ, ਖਾਸ ਤੌਰ ਤੇ ਆਪਣੇ ਭਾਈਚਾਰੇ ਦੇ। ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪ੍ਰੋਗਰਾਮ ਤੁਹਾਡੇ ਤੱਕ ਲੈ ਕੇ ਆਏ ਨੇ ਜੀ ਟਾਇਲ ਮਾਰਟ, 4 ਲੋਕੇਸ਼ਨਾਂ, ਲੈਂਗਲੀ, ਸਰੀ, ਐਬਸਪੋਰਟ ਤੇ ਐਡਮਿੰਟਨ। 6245 202 ਸਟਰੀਟ ਲੈਂਗਲੀ, 129 90 80 ਐਵਨਿਊ, यूनिट नंबर 5 सरी, यूनिट 3 34 252 मास्टर रोड एबसफोर्ड, यूनिट 100 39 399 स्ट्रीट नॉर्थ वेस्ट एडमिंटन। काउंटर टॉप हार्डवुड टाइल्स वाइनल
604 427 8453। ਗਗਨ ਸਿੰਘ, ਪੰਜਾਬ ਫੋਰੈਕਸ, ਪੰਜਾਬ ਨੂੰ ਡਾਲਰਾਂ ਦਾ ਰੇਟ, ਰੁਪਈਆਂ ਦੇ ਡਾਲਰ, ਦਾਅਵਾ ਤੇ ਵਾਅਦਾ ਪੱਕਾ, ਐਕਸਚੇਂਜ ਵੀ ਵਧੀਆ ਹੋਏਗੀ, ਸਮੇਂ ਤੇ ਰਕਮ ਵੀ ਆਏਗੀ। 604 349 1313। ਟਾਂਡੀ ਜੀ, ਤੁਸੀਂ ਏਅਰ ਤੇ ਹੋ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ। ਦੇਖੋ ਜੀ, ਜਿਹੜਾ ਨਾ ਸਰੀ ਜਿਹੜਾ ਸ਼ਹਿਰ ਇਹ ਜਿੱਦਾਂ ਡਾਊਨ ਟਾਊਨ ਨਹੀਂ ਉੱਥੇ ਹੇਸਟੰਗ ਆ, ਉਦਾਂ ਦਾ ਸ਼ਹਿਰ ਇਹ ਬਣ ਜਾ ਰਿਹਾ ਵੀ ਜਿੱਦਾਂ ਹੁਣ 120 ਦੇ ਉੱਤੇ ਵੀ ਰਸ਼ ਆ ਪੂਰਾ, ਉਹ 64 ਤੱਕਰ, ਉਹ 10 ਹਾਈਵੇ ਤੱਕਰ, ਫਿਰ 128 ਤੇ ਵੀ ਪੂਰਾ ਰਸ਼ ਪੈ ਚੁੱਕਾ। ਆਉਂਦੇ 5 ਸਾਲਾਂ ਨੂੰ ਜਾਂ 10 ਸਾਲਾਂ ਨੂੰ ਨਾ ਸਰੀ ਦੇ ਵਿੱਚ ਜੇ ਨਹੀਂ ਕੁਛ ਨਾ ਕੀਤਾ ਨਾ, ਸਰੀ ਦੇ ਵਿੱਚ ਇੰਨਾ ਰਸ਼ ਪੈ ਜਾਊਗਾ ਕਹਿਣ ਦੀ ਹੱਦ ਨਹੀਂ। ਇਹਦੇ ਪਿੱਛੇ ਕਾਰਨ ਹੈਗਾ ਇਮੀਗ੍ਰੇਸ਼ਨ। ਕੱਲ ਪਰਸੋਂ ਦੀ ਸੱਚਾਈ ਹੈ ਇਹ ਗੱਲ ਚ ਮੇਰੀ ਚ। ਮੈਂ ਕੋਈ ਮੀਡੀਆ ਨਹੀਂ ਗੱਲ ਚੱਕਦਾ, ਕੋਈ ਮਤਲਬ MP MLA ਨਹੀਂ ਬੋਲਦਾ। ਇਮੀਗ੍ਰੇਸ਼ਨ ਜਿੱਥੋਂ ਮਿਲਦੀ ਹੈ ਨਾ ਕੈਨੇਡਾ ਇੰਸ਼ੋਰੈਂਸ ਵਾਲਿਆਂ ਦੇ, ਉੱਥੇ ਤੁਸੀਂ ਜਾ ਕੇ, ਮੈਂ ਕਿਸੇ ਨਾਲ ਗਿਆ ਸੀ ਤੇ ਸਾਡੀ ਵਾਰੀ ਨਹੀਂ ਆਈ 25 ਘੰਟੇ ਉੱਥੇ ਵਾਰੀ ਆਈ। ਫਿਰ ਦੂਜੇ ਦਿਨ ਉਹ ਕਹਿੰਦੇ ਰਾਤ ਨੂੰ 2 ਵਜੇ ਆਣ ਕੇ ਖੜੇ ਹੋਵੋ। ਅਸੀਂ ਫਿਰ 2 ਵਜੇ ਗਏ ਕਾਰ ਦੇ ਵਿੱਚ। ਆਪ ਉੱਥੇ ਜਾ ਕੇ ਦੇਖੋ ਨਾ, ਗਿੱਲ ਸਾਹਿਬ ਤੁਸੀਂ ਜਾਇਓ ਆਪ ਉੱਥੇ। ਨਹੀਂ, ਇਹ ਕਿਹੜੇ ਇਹ ਕਿੱਥੇ ਕਹਿੰਦੇ ਹੋ ਵੇਟ ਹੈ? ਇਹ 104 ਤੇ ਆਪਣੇ ਕਿੰਗਸਵੇ ਤੇ ਆ 104 ਨੂੰ ਮੁੜ ਕੇ ਨਾ ਥੋੜਾ ਜਿਹਾ ਆ ਉੱਥੇ ਗਾਂ। ਨਹੀਂ, ਕਾਹਦੇ ਲਈ ਗਏ ਸੀ? ਸਿਟੀਜ਼ਨ ਲੈਣ ਕੀ ਕਰਨ? ਨੋ ਉਹਦੀ ਪੈਨਸ਼ਨ ਦੀ ਪ੍ਰੋਬਲਮ। ਅੱਛਾ, ਠੀਕ ਹੈ। ਹੁਣ ਸਿਟੀਜ਼ਨ ਦਾ ਕੀ ਕਸੂਰ ਹੈ ਇਹਦੇ ਵਿੱਚ? ਕਸੂਰ ਤਾਂ ਸਾਰਾ ਟੂਡੋ ਦਾ ਆ। ਉਹਨਾਂ ਨੂੰ ਸੈੱਲ ਨੰਬਰ ਸਟੂਡੈਂਟਾਂ ਨੂੰ ਦਿੰਦੇ ਆ, ਤੇ ਜੇ ਮੈਨੂੰ ਕੋਈ ਕੰਮ ਆ ਜਾਂ ਕਿਸੇ 1-2-4 ਬੰਦੇ EI ਵਾਲੇ ਵੀ ਸੀਗੇ, ਹੋਰ ਵੀ ਸੀਗੇ ਜਿਹੜੇ ਪੁਰਾਣੇ ਬੰਦੇ ਆਏ ਹੋ, ਉਹਨਾਂ ਦਾ ਤਾਂ ਕੋਈ ਕਸੂਰ ਨਹੀਂ। ਉਹਨਾਂ ਨੂੰ ਸੁਚ ਆਊਟ ਕਰਾਉਣਾ ਪੈਂਦਾ ਜਾਂ ਕੰਪਿਊਟਰ ਤੇ ਜਾ ਕੇ, ਕਹਿੰਦੇ ਜੇ ਫੋਨ ਕਰਦੇ ਤਾਂ ਕਹਿੰਦੇ ਕੰਪਿਊਟਰ ਤੇ ਜਾ ਕੇ ਉੱਥੇ ਜਾਓ, ਹਨਾ। ਸਾਰਿਆਂ ਦੇ ਇਹ ਨਹੀਂ ਵੀ 100 ਤੇ 104 ਤੇ ਆ, ਜਿੱਥੇ ਮਰਜੀ ਤੁਸੀਂ ਚੱਲ ਜਾਓ, ਲੋਕੇਸ਼ਨਾਂ ਫੋਨਾਂ ਤੇ ਲੱਭ ਲੈਂਦੇ ਆ। ਉੱਥੇ ਹੀ ਮਤਲਬ ਸੈੱਲ ਨੰਬਰ ਵਾਲੇ ਉੱਥੇ ਸਟੂਡੈਂਟ ਹੁੰਦੇ ਆ। ਉਹ ਤਾਂ ਉਹਨਾਂ ਨੂੰ ਤਾਂ ਸਮਝ ਹੀ ਨਹੀਂ ਆਉਂਦੀ ਵੀ ਕੀ ਕਰਦੇ ਕੀ ਨਹੀਂ। ਉਹ ਮਤਲਬ ਕਹਿਣ ਦਾ ਉਹ ਬਾਹਰ ਲਾਈਨਾਂ ਲੱਗੀਆਂ 24 ਆਵਰ ਕਿਉਂ ਨਹੀਂ ਕਰਦੇ? ਉਹ ਮਤਲਬ 24 ਆਵਰ ਹਰ ਇੱਕ ਚੀਜ਼ ਕਰ ਦੋ। ਜੇ ਤੁਸੀਂ ਰੋਜ਼ ਹੀ ਜਹਾਜ਼ ਭਰ ਕੇ ਇੱਥੇ ਦਿੱਤਣੇ ਆ, ਰੋਜ਼ ਹੀ ਮਤਲਬ ਉਹ ਕਹਿੰਦਾ 200 ਬੰਦਾ ਇੱਥੇ ਅਸੀਂ ਕਲੀਅਰ ਕਰਦੇ ਆ, ਬਾਕੀਆਂ ਨੂੰ ਮੋੜ ਦੇਈਦਾ। ਮਤਲਬ ਕਹਿਣ ਦਾ ਕਿ ਰੋਜ਼ ਦਾ ਤੇ 200 ਦਾ ਵੀ ਹਿਸਾਬ ਲਾਵੋ ਤਾਂ ਫਿਰ ਮਹੀਨੇ 'ਚ ਕਿੰਨੇ ਆਉਂਦੇ ਆ ਇੰਡੀਆ ਤੋਂ? ਉਹਦਾ ਕੋਈ ਪ੍ਰਬੰਧ ਨਹੀਂ। ਇਮੀਗ੍ਰੇਸ਼ਨ ਮੇਰੇ ਹਿਸਾਬ ਦੇ ਨਾਲ ਤਾਂ ਰੋਕ ਦੇਣੀ ਚਾਹੀਦੀ ਆ। ਇਹਨਾਂ ਨੂੰ ਸੈੱਟ ਨਹੀਂ ਕਰਦੇ ਨਾ ਕੁਛ ਨਹੀਂ। ਤਾਂ ਇਹ ਕਹਿੰਦੇ ਅਸੀਂ ਪੜ੍ਹਨ ਵਾਸਤੇ ਆਉਂਦੇ ਆ ਤੇ ਆਪਾਂ ਮੁੜ ਕੇ ਉਹ ਚੱਲ ਜਾਣਾ ਉੱਥੇ ਨੂੰ। ਮਤਲਬ ਇੱਥੇ ਜਾਣਾ ਕਹਿੰਦੇ ਆ, ਕਿਸੇ ਦੇ ਵੀ ਨਹੀਂ ਜਾਣਾ। ਇਹ MP MLA ਦੇ ਧਿਆਨ ਦੇ ਵਿੱਚ ਮੈਂ ਗੱਲ ਲਿਆਉਣਾ ਚਾਹੁੰਦਾ, ਮੀਡੀਆ ਦੇ ਵਿੱਚ ਵੀ, ਬਈ ਉੱਥੇ ਜਾ ਕੇ ਤੁਸੀਂ ਰਿਪੋਰਟ ਦਿਓ ਬਈ ਆਹ ਕੀ ਆ ਬਣ ਡਿਆ ਸਰੀ ਦਾ। ਬਈ ਜਿੱਦਾਂ ਕਹਿ ਲਓ ਬਈ ਬੰਦਾ ਅਕਸਰ ਠੰਡ ਆ, ਬਜ਼ੁਰਗ ਬੰਦੇ 80 ਸਾਲ ਦੇ ਉੱਥੇ ਲਾਈਨ 'ਚ ਲੱਗੇ ਆ, ਉਹਨਾਂ ਦਾ ਕੋਈ ਸਾਡਾ ਕਾਹਦਾ ਕਸੂਰ ਹੈ ਇਹਦੇ ਵਿੱਚ? ਕਸੂਰ ਤਾਂ ਫਿਰ ਉਹਦਾ ਆਪਣਾ। ਬਹੁਤ ਵੱਡੀ ਗੱਲ ਹੈ, ਸੇਵਾਵਾਂ ਖਰਾਬ ਹੋ ਰਹੀਆਂ ਨੇ। ਬਿਲਕੁਲ ਠੀਕ ਹੈ ਗੱਲ ਤੁਹਾਡੀ। ਸਾਰਾ ਮਤਲਬ ਕੁਛ ਸਿਸਟਮ 10 ਸਾਲਾਂ ਨੂੰ ਨਾ ਇਹ ਵੀ ਇੰਡੀਆ ਬਣ ਲਿਆ। ਮਜ਼ਾਰੇ ਹੋਣੇ ਆ ਇੱਥੇ ਵੀ ਇੰਡੀਆ B ਬਣਾਓ। ਮਤਲਬ ਕਹਿਣ ਦਾ ਕਿ ਗੋਰਿਆਂ ਨੂੰ ਅਸੀਂ ਕੱਢ ਦੇਣਾ। ਆਪਾਂ ਹਮੇਸ਼ਾ ਹੀ ਮਾਦਾ ਕਹਿੰਦੇ ਗੋਰਿਆਂ ਨੂੰ। ਅਜੇ ਤਾਂ ਹਸਪੀਟਲਾਂ ਦਾ ਸਿਸਟਮ ਚੰਗਾ ਆ। ਜੇ ਕਿਸੇ ਦੇ ਬੱਚਾ ਹੁੰਦਾ ਤਾਂ ਤੁਹਾਡਾ ਕੋਈ ਪੈਸਾ ਨਹੀਂ ਲੱਗਦਾ। 10 ਸਾਲਾਂ ਨੂੰ ਇੰਡੀਆ ਵਾਲਾ ਹਾਲ ਹੋਊਗਾ। ਇੱਕ ਕਮਰੇ ਦੇ ਵਿੱਚ ਬੱਚਾ ਜਿੰਨੇ ਪੈਦਾ ਕਰਨਾ ਨਾ, 4 ਜਨਾਨੀਆਂ ਹੋਣਗੀਆਂ। ਮੈਂ ਹੁਣੇ ਬਿਆਨ ਦੇਣਾ। ਇਹ ਕੰਮ ਰਿਹਾ ਜੇ ਇਹ ਪਾਰਟੀ ਰਹੀ, ਲੇਬਰ ਪਾਰਟੀ ਰਹੀ, ਜੇ ਟੂਡੋ ਰਿਹਾ ਜਾਂ ਪਾਰਟੀ ਇਹ ਰਹੀ, ਜੇ ਪਾਲਿਸੀਆਂ ਇਹ ਰਹੀਆਂ ਤਾਂ ਕੈਨੇਡਾ ਦਾ ਬਹੁਤ ਬੁਰਾ ਹਾਲ ਆ। ਹੋਰ ਕਿਤੇ ਚਲ ਜਾਓ ਗਿੱਲ ਸਾਹਿਬ, ਤੁਸੀਂ ਵੀ ਕੰਟਰੀ ਹੋਰ ਕੋਈ ਟੋਲੋ, ਜਾਂ ਮਤਲਬ ਬੰਦੇ ਜਿਹੜੇ ਪੁਰਾਣੇ ਆਏ ਸੈੱਟ ਆ, ਤੁਸੀਂ ਕੰਟਰੀ ਹੋਰ ਕੋਈ ਟੋਲੋਗੇ ਤਾਂ ਬਚੋਗੇ। ਇੱਥੇ ਭੁੱਖ ਬੜੀ ਹੋਊਗੀ, ਇਹ ਡਾਕੇ ਪੈਣਗੇ ਘਰਾਂ ਦੇ ਵਿੱਚ, ਸਾਰਾ ਕੁਝ ਹੀ ਹੋ ਜਾਣਾ। 5-7 ਸਾਲਾਂ ਦੇਖੋ ਕੀ ਹੋਣਾ। ਇਹ ਜੋਬਾਂ ਨਹੀਂ ਦੇ ਹੋਣੀਆਂ ਇਹਨਾਂ ਤੋਂ, ਇੰਨੇ ਰੋਜ਼ ਆਉਂਦੇ ਆ। ਇਹ ਬੰਦ ਹੋਣੀ ਚਾਹੀਦੀ ਇਮੀਗ੍ਰੇਸ਼ਨ ਦੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਉਹ ਕਹਿੰਦੇ ਕੈਮਰੇ ਕੀ ਕਰਨਗੇ ਇੱਥੇ? ਗੱਲ ਇਹ ਠੀਕ ਆ ਵੀ ਸਰਵਿਸ ਕੈਨੇਡਾ ਦੇ ਦਫ਼ਤਰ 'ਚ ਜਾਓ ਤੁਸੀਂ, ਉਹ ਕਹਿੰਦੇ ਨੇ ਕੱਲ੍ਹ ਨੂੰ ਆਇਓ, ਅੱਜ ਤਾਂ ਬਸ ਹੋ ਗਿਆ 200 ਬੰਦਾ ਅੰਦਰ ਚਲੇ ਗਿਆ। ਕਿਹੜੇ ਦੇਸ਼ 'ਚ ਰਹਿੰਦੇ ਹੋ ਯਾਰ ਤੁਸੀਂ? ਕਿਹੜੇ ਲੈਵਲ 'ਤੇ ਇਸ ਦੇਸ਼ ਦੇ ਵਿੱਚ ਇਹ ਇੱਕ ਬਿਜ਼ਨਸ ਇਮੀਗ੍ਰੇਸ਼ਨ ਦਾ ਚਲਾਇਆ? ਇਹ ਸਮਝ ਨਹੀਂ। ਇਹ ਇੱਕ ਹੋਰ ਵਿਸ਼ਾ ਹੈ। ਪਰ ਪਬਲਿਕ ਪ੍ਰੋਟੈਕਸ਼ਨ ਦੇ ਵਿੱਚ 20 ਵਰ੍ਹੇ ਪਹਿਲਾਂ ਜਿਹੜਾ ਕੋਈ ਕੈਮਰੇ ਦਾ ਨਾਂ ਨਹੀਂ ਸੀ ਸਰੀ ਦੇ ਵਿੱਚ, ਕੋਈ ਦੇਖਦਾ ਨਹੀਂ ਸੀ। ਜੇ ਕਿਤੇ ਲੱਗੇ ਹੁੰਦੇ ਸ਼ਰਮ ਮੰਨਦਾ। ਤੇ ਅੱਜ ਕਿੱਥੇ ਖੜੇ ਹਾਂ ਅਸੀਂ? ਸਰ ਪਰਮਿੰਦਰ ਸਿੰਘ ਢਿੱਲੋਂ ਜੀ, ਲਾਈਨ ਨੰਬਰ 1। ਸਤਿ ਸ੍ਰੀ ਅਕਾਲ ਜੀ ਗਿੱਲ ਸਾਹਿਬ। ਜੀ ਸਤਿ ਸ੍ਰੀ ਅਕਾਲ ਵੀਰ ਜੀ। ਇਹ ਜੀ ਸਰ ਟਰੂਡੋ ਨੂੰ ਤਾਂ ਅਸੀਂ ਉਦਾਂ ਹੀ ਭੰਡੀ ਜਾਂਦੇ ਆ। ਸਭ ਕੁਛ ਤਾਂ ਹਜੇ ਵੀ ਇੰਗਲੈਂਡ ਤੋਂ ਹੀ ਚੱਲਦਾ।
ਇਹ ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀ ਨਾ ਵੀ ਕੀਨੀਆ ਛੱਡਤੇ, ਕਦੇ ਯੁਗਾਂਡਾ ਛੱਡਤੇ, ਇਹ ਹਜੇ ਵੀ ਉਹੀ ਸਲੋਬਰੀ ਹੋਈ ਆ ਭੋਲਿਆਂ ਨੂੰ, ਸਾਨੂੰ ਹਜੇ ਤੱਕ ਇਹ ਨਹੀਂ ਪਤਾ ਲੱਗ ਰਿਹਾ। ਹੁਣ ਦੇਖੋ ਤੁਸੀਂ, ਹੁਣ ਜੋ ਆਪਾਂ ਕਹਿੰਦੇ ਆ ਸਾਡੇ ਪੋਲੀਟੀਸ਼ੀਅਨ ਆ, ਸਾਡੇ ਨੁਮਾਇੰਦੇ ਆ, ਉਹਨਾਂ ਦੀ ਕਿੰਨੀ ਕੁ ਚੱਲਦੀ ਆ ਆਪਾਂ ਨੂੰ ਪਤਾ, ਠੀਕ ਹੈ ਨਾ ਜੀ। ਇਹਨਾਂ ਨੇ ਸਾਡਾ ਲੇਬਲ, ਇਹ ਥਿੰਕ ਟੈਂਕ ਹੈ ਜੀ, ਤੁਹਾਨੂੰ ਵੀ, ਤੁਸੀਂ ਵੀ ਪਤਾ, ਪੜ੍ਹੇ ਲਿਖੇ ਆ। ਨਾਰਮਲ ਜਨਤਾ ਦਾ ਲੇਬਲ ਰੋਟੀ ਪਾਣੀ ਤੋਂ ਉੱਤੇ ਅਗਰ ਚੜ ਗਿਆ ਤਾਂ ਉਹ ਸੋਚਣਗੇ, ਮੰਗਣਗੇ, ਕੁਝ ਕਰਨਗੇ, ਰਾਈਟ। ਹਰੇਕ ਚੀਜ਼ ਦੇ ਵਿੱਚ ਪਹਿਲੀ ਜਨਰੇਸ਼ਨ ਤੇ ਚਲੋ ਅਸੀਂ ਮੰਨਦੇ ਹੀ ਆ, ਮੇਰੀ ਵੀ ਪਹਿਲੀ, ਰਾਈਟ। ਸਾਨੂੰ ਤਾਂ ਇਹਨਾਂ ਨੇ ਫਸਾ ਕੇ ਰੱਖਣਾ, ਸਾਨੂੰ ਤਾਂ ਇਹਨਾਂ ਨੇ ਰੋਟੀ ਜੋਗਾ ਰੱਖਣਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਾਉਣਾ ਜਿੱਦਾਂ ਮਾਡਰਨ ਸਲੋਬਰੀ, ਰਾਈਟ। ਅੱਗੇ ਵਾਲੇ ਬੱਚਿਆਂ ਦਾ ਕੁਝ ਨਹੀਂ ਪਤਾ। ਬਾਕੀ ਇਹ ਸੁਧਾਰ ਇੰਨੀ ਛੇਤੀ ਨਹੀਂ ਹੋਣਾ। ਜਿਹੜੇ ਲੋਕ ਨਾਰਮਲ ਜਨਤਾ ਜਿਹੜੀ ਹੁਣ ਸੋਚਦੀ ਹੈ ਨਾ, ਕਹਿਣ ਦਾ ਮਤਲਬ ਜਿਹੜੀ 20 ਸਾਲ ਬਾਅਦ ਸੋਚਦੀ ਆ, ਉਹ ਇਹ ਹੁਣੀ ਸੋਚੀ ਫਿਰਦੇ ਆ। ਚਲੋ ਇਹ ਆ ਵੀ ਹੋ ਸਕੇ ਤਾਂ ਟਾਈਮ ਚੇਂਜ ਹੋ ਸਕਦਾ, ਪਰ ਆਈ ਡੋਂਟ ਥਿੰਕ ਸਾਡੀ ਜਨਰੇਸ਼ਨ ਤਾਂ ਹੋ ਨਹੀਂ ਸਕਦਾ। ਥੈਂਕ ਯੂ ਵੀਰ ਜੀ। ਕਿਹੋ ਜਿਹਾ ਸਮਾਂ ਜਿੱਥੇ ਸਿਟੀ ਕੌਂਸਲਰਸ ਤੇ ਆਮ ਲੋਕ ਘਰਾਂ ਦੇ ਵਿੱਚ ਇਹ ਸਰਵੇਲੈਂਸ ਕੈਮਰੇ ਲਾ ਰਹੇ ਨੇ, ਇਹ ਬਦਲਾਅ ਜਿਹੜਾ ਹੈ ਇਹਦਾ ਕਾਰਨ ਕੀ ਹੈ? ਅਸੁਰੱਖਿਅਤ ਕਿਉਂ ਮਹਿਸੂਸ ਕਰ ਰਹੇ ਨੇ? ਕੈਨੇਡਾ ਕਿੱਧਰ ਨੂੰ ਚੱਲਿਆ? ਸਰ ਕਸ਼ਮੀਰ ਸਿੰਘ, ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਆਪਣੇ ਕੈਮਰਿਆਂ ਦੀ ਗੱਲ ਕਰਦੇ ਜੀ। ਕੈਮਰੇ ਲਾ ਲਓ, ਜੋ ਮਰਜ਼ੀ ਲਾ ਲਓ, ਜਿਹੜੇ ਬੰਦੇ ਜੋ ਵਾਰਦਾਤਾਂ ਜੋ ਵੀ ਹੁੰਦਾ ਆ, ਉਹ ਕੈਮਰੇ 'ਚ ਵੀ ਕੁਛ ਨਹੀਂ ਹੁੰਦਾ, ਕਿਉਂਕਿ ਜਿਹੜੇ ਉਹ ਪੁਲਿਸ ਨੇ ਫੜਦੇ ਆ, ਉਹ ਜਿਹੜੇ ਬੰਦੇ ਨੇ ਮੂੰਹ ਸਿਰ ਲਪੇਟੇ, ਕੋਈ ਬੰਦਾ ਦੀਦਾ ਨਹੀਂ ਤਾਂ ਉਹ ਕੈਮਰੇ ਉੱਤੇ ਕੀ ਕਰਨਗੇ। ਮੈਂ ਇੱਕ ਦੋ ਵਾਰੀ ਦੇਖਿਆ ਜਗ੍ਹਾ, ਉਹ ਕਈ ਵਾਰੀ ਗੱਲ ਕੀਤੀ, ਉਹ ਕਹਿੰਦੇ ਯਾਰ ਸਾਡੇ ਕੋਲ ਚੀਜ਼ ਦੀ ਸਾਹਮਣੇ ਸਬੂਤ ਹੀ ਨਹੀਂ ਕਰੀਏ ਕੀ। ਇਹਦੇ ਕਰਕੇ ਕੈਮਰੇ ਕੂਮਰੇ ਕੁਛ ਨਹੀਂ ਕਰ, ਜੋ ਮਰਜ਼ੀ ਕਰ। ਇੱਕ ਨਾ ਜੀ ਇਮੀਗ੍ਰੇਸ਼ਨ ਜਿਹੜੀ ਗੱਲ ਚੱਲਦੀ ਸੀਗੀ, ਜਿਹੜੀ ਇਮੀਗ੍ਰੇਸ਼ਨ ਦਾ ਹਾਲ ਇੰਨਾ ਕੁ ਮਾੜਾ, ਜੋ ਵੀ ਜਿੱਥੇ ਵੀ ਤੁਸੀਂ ਚੱਲ ਜਾਓ। ਹੁਣ ਤੁਸੀਂ ਦੇਖੋ ਜਿਹੜੇ ਨਿਆਣੇ ਇੰਡੀਆ ਤੋਂ ਆਉਂਦੇ ਆ, ਗਿੱਲ ਸਾਹਿਬ, ਕਈ ਵਾਰੀ ਆਪਾਂ ਯੰਗ ਨਿਆਣੇ ਆ, ਤੁਸੀਂ ਵੀ ਦੇਖੋ ਕੁੜੀ, ਆਪਾਂ ਵੀ ਉਸ ਉਮਰ ਚੋਂ ਆਏ ਹੋ ਜਦੋਂ ਅਸੀਂ 15, 16, 17 ਸਾਲ ਦਾ ਹੁੰਦਾ ਨਾ ਜੀ, ਉਹਨੂੰ ਪਤਾ ਨਹੀਂ ਕੁਛ ਵੀ ਹੁੰਦਾ। ਉਹਨੂੰ ਲਿਆ ਕੇ ਇੱਦਾਂ ਸਿੱਟਦੇ, ਇੱਥੇ ਲਿਆ ਕੇ 15, 16 ਸਾਲ ਦੇ ਨੂੰ, 17 ਸਾਲ ਦੇ ਨੂੰ, ਉਹ ਵਿਚਾਰੇ ਨਿਆਣੇ, ਕਈ ਤਾਂ ਕੁੜੀਆਂ ਦੇਖੋ ਉਹ ਮਰ ਹੀ ਗਈਆਂ ਡਿਪਰੈਸ਼ਨ ਜਾ ਕੇ, ਤਾਂ ਮੁੰਡੇ ਵੀ ਵਿੱਚ ਇੱਦਾਂ ਦੇ ਹੈਗੇ। ਹੁਣ ਤੁਹਾਨੂੰ ਮੈਂ ਬੇਸਮੈਂਟ ਦੀ ਗੱਲ ਦੱਸਦਾ, ਕੁੜੀ ਨੇ ਮੁੰਡਾ ਸੱਦਿਆ ਤੇ ਉਹ 30 ਲੱਖ ਰੁਪਇਆ ਲਾਇਆ ਸੀ ਕੁੜੀ ਦੇ ਉੱਤੇ ਮੁੰਡੇ ਨੇ। ਹੁਣ ਉਹ ਮੁੰਡਾ ਆ ਗਿਆ ਇੱਥੇ, ਉਹ ਰੋਜ਼ ਝਗੜਾ ਹੁੰਦਾ ਉਹਨਾਂ ਦਾ। ਉਹ ਕਹਿੰਦਾ ਮੈਂ 30 ਲੱਖ ਲਾ ਕੇ ਆਇਆ, ਉਹ ਕਹਿੰਦੀ ਤੈਨੂੰ ਲੋੜ ਸੀ, ਤੂੰ ਤਾਂ ਲਾ ਕੇ ਆਇਆ ਹੈ। ਉਹਦੇ ਕਰਕੇ ਉਹਨਾਂ ਦਾ ਫਸਾਦ ਇਹ ਨਹੀਂ ਰੋਜ਼ ਮੁੱਕਦਾ। ਜੇ ਰੋਟੀ ਪਾਣੀ ਕੋਈ ਪ੍ਰੋਬਲਮ ਪੈਂਦੀ, ਬੇਸਮੈਂਟ 'ਚ ਇਹ ਰੱਬੜ ਪਈ ਜਾਂਦਾ। ਇਹਦੇ ਕਰਕੇ ਜਿਹੜੀ ਇਮੀਗ੍ਰੇਸ਼ਨ ਜੇ ਆਪਾਂ ਸੱਦਣੀ ਵੀ ਹੈ ਨਾ, ਚਲੋ ਆਪਾਂ ਨੂੰ ਪਹਿਲਾਂ ਸਿਸਟਮ ਸਹੀ ਕਰਨਾ ਚਾਹੀਦਾ। ਜੋ ਆਪਣਾ ਅੱਜ ਤੋਂ 20 ਸਾਲ ਜਾਂ 25 ਸਾਲ ਪਹਿਲਾਂ ਸੀਗਾ, ਬਈ ਲੋਕਾਂ ਦੀ ਸੁਣਵਾਈ, ਲੋਕਾਂ ਦੇ ਕੰਮ, ਜਿਹੜੀ ਜਿੱਥੇ ਤੁਸੀਂ ਜਿਹੜੇ ਮਰਜ਼ੀ, ਫਿਰ ਤੁਸੀਂ ਰੈਸਟੋਰੈਂਟ ਜਾ ਕੇ ਦੇਖੋ, ਤੁਸੀਂ ਜਿਹੜੇ ਬਿਲਕੁਲ ਜੀ ਬਾਈ ਜੀ, ਸੌਰੀ ਮੇਰੇ ਕੋਲ ਥੋੜਾ ਜਿਹਾ ਸਮਾਂ ਘੱਟ ਹੈ। ਇਮੀਗ੍ਰੇਸ਼ਨ ਤੇ ਮੈਂ ਕਿਸੇ ਦਿਨ ਗੱਲ ਫੇਰ ਕਰਾਂਗਾ ਜ਼ਰੂਰ, ਬਈ ਅਗਲੀਆਂ ਜਿਹੜੀਆਂ ਫੈਡਰਲ ਚੋਣਾਂ ਨੇ, ਹੋ ਸਕਦਾ ਇਮੀਗ੍ਰੇਸ਼ਨ ਇਹ ਬਹੁਤ ਵੱਡਾ ਇਹ ਤੇ ਮੁੱਦਾ ਹੋਵੇ। ਅਮਰਜੀਤ ਸਿੰਘ ਸੰਧੂ ਜੀ, ਲਾਈਨ ਨੰਬਰ 4। ਅਮਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸ਼ਾਰਟਕੱਟ ਮੈਂ ਕੈਮਰਿਆਂ ਦੀ ਇਕੱਲੀ ਗੱਲ ਕਰਾਂਗਾ ਵੀ ਦੇਖੋ, ਕੈਮਰੇ ਤੇ ਇਹ ਆ ਵੀ ਲੋਕ ਨਵਾਂ ਘਰ ਬਣਾਉਂਦੇ ਨੇ ਤੇ ਹਰ ਬੰਦਾ ਕਹਿੰਦਾ ਵੀ ਚੱਲ ਲਾਓ, ਪਰ ਇਹ ਆ ਵੀ ਦੇਖੋ, ਜੇਕਰ ਕੋਈ ਇਹੋ ਜਿਹਾ ਹੈਪਨ ਹੋ ਜਾਂਦਾ ਕਿ ਕਿਸੇ ਨੂੰ ਕੋਈ ਗੋਲੀ ਮਾਰ ਦਿੰਦਾ, ਫੇਰ ਤੇ ਪੁਲਿਸ ਜ਼ਰੂਰ ਥੋੜਾ ਬਹੁਤਾ ਕੰਮ ਕਰਦੀ ਆ। ਉਸ ਤੋਂ ਬਾਅਦ ਦੂਜੀਆਂ ਗੱਲਾਂ ਨਾ, ਹੁਣ ਮੇਰੇ ਘਰ 'ਚ ਤਾਂ ਨਹੀਂ, ਮੇਰੇ ਟ੍ਰੇਲਰ ਦੇ ਵਿੱਚ 2 ਵਾਰੀ ਹੋ ਵੀ ਗਿਆ, ਕਿਉਂਕਿ ਜਿੱਦਾਂ ਹੁਣ ਸਰਦਾਰ ਕਸ਼ਮੀਰ ਸਿੰਘ ਹੁਣਾਂ ਨੇ ਦੱਸਿਆ ਕਿ ਮੂੰਹ ਦੇ ਉੱਤੇ ਜਦੋਂ ਪਾ ਕੇ ਆਉਂਦੇ ਆ ਕੁਛ ਨਹੀਂ। ਅੱਛਾ, ਪਹਿਲੀ ਗੱਲ ਤੇ ਆ ਪੁਲਿਸ ਜਿਹੜੀ ਹੈਗੀ ਆ ਕੁਛ ਵੀ ਨਹੀਂ ਕਰਦੀ, ਸਿਰਫ ਉਹ ਦੇਖ ਕੇ ਤੇ ਇਹੋ ਗੱਲ ਕਹਿੰਦੀ ਆ, ਚੰਗਾ ਤੁਸੀਂ ਆਪਣੇ ਇਹਦਾ ਸੀਰੀਅਲ ਨੰਬਰ ਦੇ ਦਿਓ ਚੀਜ਼ਾਂ ਦਾ। ਤੇ ਮੈਂ ਕਿਹਾ ਵੀ ਸੀਰੀਅਲ ਨੰਬਰ ਤਾਂ ਦੇਣਾ, ਪਰ ਇੱਕ ਵਾਰ ਵੀ ਦਿੱਤਾ, ਤੁਸੀਂ ਕੀਤਾ ਕੀ ਆ? ਮੈਂ ਉਹਦੇ ਪਰ ਹਟ ਹੀ ਗਿਆ ਤੋਂ। ਇਹਦਾ ਕੋਈ ਦੇਖੋ ਫਾਇਦੇ, ਪਰ ਦੂਜੀ ਗੱਲ ਹੈ ਵੀ ਇਹਨਾਂ ਦੇ ਉੱਤੇ ਥੋੜੀ ਜਿਹੀ ਜਦੋਂ ਰੇਨਿੰਗ ਵਗੈਰਾ ਹੁੰਦੀ ਆ ਤਾਂ ਉਦੋਂ ਫੌਗ ਹੋ ਜਾਂਦੀ ਆ, ਫੌਗ ਦੇ ਨਾਲ ਵੀ ਬਹੁਤਾ ਪਤਾ ਨਹੀਂ ਲੱਗਦਾ ਹੈਗਾ। ਸੋ ਇਹ ਆ ਨਵੇਂ ਘਰ ਕਰਕੇ ਲੋਕ ਚਲਾਈ ਜਾਂਦੇ ਵੀ ਕੱਲ੍ਹ ਨੂੰ ਲਾਣੇ ਪੈਣਗੇ, ਹੁਣੇ ਲਾ ਲਓ। ਸੋ ਲਵਾਣੇ ਆ ਕਿਸੇ ਨੇ, ਚੰਗੇ ਲਵਾਓ, ਪਰ ਬਹੁਤੇ ਛੋਟੀਆਂ ਗੱਲਾਂ ਤੋਂ ਨਹੀਂ ਕੋਈ ਬੈਨੀਫਿਟ ਜੀ ਇਹਨਾਂ ਦਾ। ਥੈਂਕ ਯੂ, ਧੰਨਵਾਦ ਜੀ। ਧਾਲੀਵਾਲ ਜੀ, ਲਾਈਨ ਨੰਬਰ 2। ਗੱਲ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਆਪਣੇ ਵਕੇਸ਼ਨ ਗੁੱਡ ਰਹੀ ਜੀ, ਧੰਨਵਾਦ, ਬਹੁਤ ਵਧੀਆ ਜੀ। ਹਾਂਜੀ,
ਅੱਛਾ, ਇੱਕ ਥੋੜੀ ਜਿਹੀ ਬੇਨਤੀ ਆ, ਅੱਗੇ ਮੈਂ ਤੁਹਾਨੂੰ ਯਾਦ ਕਰਦਾ ਰਿਹਾ, ਇੱਕ ਤੱਖੜ ਦਾ ਫੋਨ ਦੇ ਆਉਂਗੇ ਜੀ 604 728 5120। ਇੱਕ ਮਿੰਟ 604 729 5120 729 728 5120 728 5120 5120 ਜੀ। ਧੰਨਵਾਦ। ਸੋ ਇਹ ਗੱਲ ਜੀ, ਗੱਲ ਤਾਂ ਵੀਡੀਓ ਸਰਵੇਲੈਂਸ ਕੈਮਰੇ ਦੀ ਚੱਲੀ ਸੀ। ਇਵੈਂਚੁਅਲੀ ਗੱਲ ਚੱਲ ਗਈ ਕਿ ਸਰਵਿਸਿਜ਼, ਇਮੀਗ੍ਰੇਸ਼ਨ, ਕ੍ਰਾਈਮ, ਉਧਰ ਨੂੰ ਗੱਲ ਚਲੇਗੀ। ਇਹ ਇੱਕ ਬਹੁਤ ਵੱਡਾ ਧਿਆਨ ਦਿਵਾਉਣ ਵਾਲਾ ਵਿਸ਼ਾ ਹੈ ਅਤੇ ਇਹਦੇ 'ਤੇ ਕਮਿਊਨਿਟੀ ਨੂੰ ਸੋਚਣਾ ਚਾਹੀਦਾ। ਇਸ 'ਤੇ ਵਿਚਾਰ ਆਪਾਂ ਕਰਾਂਗੇ ਛੇਤੀ, ਉਸ ਦਿਨ ਇਸ 'ਤੇ ਵੀ ਗੱਲ ਕਰਾਂਗੇ ਵੀ ਕੀ ਇਹ ਤਾਂ ਨਹੀਂ ਦਾਗ ਲੱਗੂ ਵੀ ਤੁਸੀਂ ਆ ਗਏ ਅਤੇ ਸਾਨੂੰ ਪਿਛਲੇ ਨੂੰ ਰੋਕਦੇ ਹੋ। ਜੇ ਇਮੀਗ੍ਰੇਸ਼ਨ ਹੋਵੇ ਤਾਂ ਉਦੋਂ ਪਹਿਲਾਂ ਸੇਵਾਵਾਂ ਕਿਵੇਂ ਹੋਣ। ਬਾਕੀ ਸਰਵੇਲੈਂਸ ਕੈਮਰੇ ਕਿੰਨਾ ਕੁ ਫਰਕ ਪਾਉਂਦੇ ਨੇ? ਹਾਂ, ਲੋਕਾਂ ਦੀ ਪ੍ਰਾਈਵੇਸੀ ਦੀ ਉਲੰਘਣਾ ਜ਼ਰੂਰ ਹੈ। ਫੇਸ ਰਿਕੋਗਨਾਈਜ਼ ਕਰ ਲੈਂਦੇ ਨੇ ਕੈਮਰੇ, ਅਤੇ ਹੁਣ ਵੀ ਕਹਿੰਦੇ ਚੀਨ ਤੋਂ ਬਣ ਕੇ ਆਉਂਦੇ ਨੇ 90%। ਕੀ ਪਤਾ ਉਹਨਾਂ ਦੇ ਵਿੱਚ ਕੀ ਆ ਅਤੇ ਕਿੱਥੇ ਉਹਦੀ ਜਾਣਕਾਰੀ ਜਾ ਰਹੀ। ਕੱਲ੍ਹ ਨੂੰ ਮੁੜਦੇ ਹਾਂ ਜੀ ਫੇਰ 9 ਵਜੇ। ਰੱਬ ਰੱਖਾ।